मेरा मुर्शद प्यारा आया। कबीर साहब ने क्या कस्तूरी कुंडुल बसे पर मृग दौड़े बन माही। कि कस्तूरी तो ਉਹਦੀ ਨਾਭੀ ਚ ਹੁੰਦੀ ਹੈ, ਪਰ ਜਦੋਂ ਉਹਦੀ ਮਹਿਕ ਆਉਂਦੀ ਹੈ ਤਾਂ ਹਿਰਨ ਉਹਦੀ ਤਲਾਸ਼ ਵਿੱਚ ਪੂਰੇ ਬਣ ਚ ਘੁੰਮਦਾ ਹੈ, ਪੂਰੇ ਜੰਗਲ ਚ ਘੁੰਮਦਾ ਹੈ, ਕਦੀ ਕਿਤੇ ਲੱਭਦਾ ਕਦੀ ਕਿਤੇ ਲੱਭਦਾ ਹੈ, ਪਰ ਉਹਨੂੰ ਕਸਤੂਰੀ ਮਿਲਦੀ ਨਹੀਂ ਹੈ। ਕਿਉਂ ਨਹੀਂ ਮਿਲਦੀ? ਜਰਾ ਜਵਾਬ ਦਿਓ, ਕਿਉਂ ਨਹੀਂ ਮਿਲਦੀ? ਕਿਉਂਕਿ ਬਾਹਰ ਲੱਭ ਰਿਹਾ ਹੈ, ਪਰ ਕਸਤੂਰੀ ਕਿੱਥੇ ਹੈ? ਉਹਦੇ ਅੰਦਰ ਹੈ। ਹੁਣ ਜਿਹੜੀ ਚੀਜ਼ ਹੋਵੇ ਅੰਦਰ, ਲੱਭੇ ਉਹਨੂੰ ਬੰਦਾ ਬਾਹਰ, ਕਿੱਦਾਂ ਮਿਲੇਗੀ? ਹੁਣ ਤੁਹਾਡਾ ਮੋਬਾਈਲ ਤੁਹਾਡੀ ਜੇਬ 'ਚ ਹੈ, ਪਰ ਲੱਭੀ ਤੁਸੀਂ ਦਰਾਜਾਂ 'ਚ ਜਾਵੋ, ਲੱਭੀ ਤੁਸੀਂ ਅਲਮਾਰੀਆਂ 'ਚ ਜਾਵੋ, ਲੱਭੀ ਤੁਸੀਂ ਬਾਥਰੂਮ ਕਿਚਨ ਬੈਡਰੂਮ 'ਚ ਜਾਵੋ, ਇੱਥੇ ਹੈ ਨਹੀਂ, ਇੱਥੇ ਹੈ ਨਹੀਂ, ਇੱਥੇ ਹੈ ਨਹੀਂ, ਪਤਾ ਨਹੀਂ ਮੋਬਾਈਲ ਕਿੱਥੇ ਗਿਆ। ਤਾਂ ਫਿਰ ਕੋਈ ਕਹੇ ਭਾਈ ਆਪਣੀ ਜੇਬਾਂ ਤੇ ਚੈੱਕ ਕਰ। ਫਿਰ ਬੰਦਾ ਜਦੋਂ ਆਪਣੀ ਜੇਬ ਚੈੱਕ ਕਰਦਾ ਫਿਰ ਪਤਾ ਲੱਗਦਾ ਹੋ ਮੈਂ ਤਾਂ ਪਾਗਲ ਸੀ, ਨਹੀਂ ਬਾਹਰ ਲੱਭੀ ਜਾਂਦਾ ਸੀ, ਮੋਬਾਈਲ ਤਾਂ ਮੇਰੀ ਜੇਬ 'ਚ ਸੀ। ਸਮਝ ਆ ਰਹੀ ਹੈ ਸਾਡੀ ਗੱਲ? ਬਸ ਇਸੇ ਤਰ੍ਹਾਂ ਉਹ ਪਰਮਾਨੰਦ ਕਿੱਥੇ ਹੈ? ਕਸਤੂਰੀ ਕੁੰਡਲ ਵਸੇ ਉਹ ਪਰਮਾਨੰਦ ਪਰਮ ਸੁਖ ਪਰਮਾਤਮਾ ਦਾ ਸਾਡੇ ਅੰਦਰ ਹੀ ਵਸਦਾ ਹੈ। ਪਰ ਮ੍ਰਿਗ ਦੌੜੇ ਬਨ ਮਾਹੀ। ਮ੍ਰਿਗ ਕਹਿ ਦਿੱਤਾ ਜਾਂਦਾ ਹਿਰਨ, ਹਿਰਨ ਮ੍ਰਿਗ ਕਹਿ ਦਿੱਤਾ ਜਾਂਦਾ ਹੈ ਹਿਰਨ ਨੂੰ, ਕਿ ਇੱਕ ਹਿਰਨੀ ਜਾਂ ਹਿਰਨ ਕਸਤੂਰੀ ਦੀ ਤਲਾਸ਼ ਜਦੋਂ ਬਣ ਯਾਨੀ ਜੰਗਲਾਂ 'ਚ ਕਰਦਾ ਹੈ, ਪੇੜਾਂ ਝਾੜੀਆਂ 'ਚ ਕਰਦਾ ਹੈ ਤਾਂ ਖਾਲੀ ਰਹਿ ਜਾਂਦਾ ਹੈ, ਕਿਉਂਕਿ ਕਸਤੂਰੀ ਉਹਦੇ ਅੰਦਰ ਹੁੰਦੀ ਹੈ। ਇਸੇ ਲਈ ਕਸਤੂਰੀ ਨੂੰ ਪ੍ਰਾਪਤ ਕਰਨ ਦੀ ਖਾਤਰ ਵੀ ਕਈ ਸ਼ਿਕਾਰੀ ਹਿਰਨ ਦਾ ਬੜਾ ਸ਼ਿਕਾਰ ਕਰਦੇ ਆ ਤਾਂ ਕਿ ਉਹਦੇ ਅੰਦਰ ਦੀ ਕਸਤੂਰੀ ਨੂੰ ਪ੍ਰਾਪਤ ਕੀਤਾ ਜਾਵੇ। ਜਰਾ ਸਮਝਣਾ ਸਾਰਿਆਂ। ਹੁਣ ਇਸੇ ਤਰ੍ਹਾਂ ਜਿਸ ਦਾ ਕਸਤੂਰੀ ਅੰਦਰ ਹੈ ਔਰ ਹਿਰਨ ਬਾਹਰ ਤਲਾਸ਼ ਕਰਦਾ, ਉਹਦੇ ਹੱਥ ਨਹੀਂ ਆਂਦੀ, ਤਾਂ ਇੱਥੇ ਕਬੀਰ ਸਾਹਿਬ ਇਹੀ ਇਸ਼ਾਰਾ ਕਰਦੇ ਆ, ਮਿਸਾਲ ਹਿਰਨ ਦੀ ਦਿੱਤੀ ਪਰ ਇਸ਼ਾਰਾ ਇਨਸਾਨ ਦੀ ਤਰਫ ਹੈ ਕਿ ਪ੍ਰਮਾਤਮਾ ਪ੍ਰਭੂ ਵੀ ਤੇਰੇ ਅੰਦਰ ਹੈ, ਉਹ ਪਰਮ ਸੁਖ ਤੇਰੇ ਅੰਦਰ ਹੈ, ਪਰ ਤੂੰ ਉਹਦੀ ਤਲਾਸ਼ ਕਿੱਥੇ ਕਰ ਰਿਹਾ ਹੈ? ਬਾਹਰ। ਅੱਜ ਇਨਸਾਨ ਜਿੱਦਾਂ ਦੱਸਿਆ, ਇਨਸਾਨ ਕਹਿੰਦਾ ਮੈਂ ਬੜਾ ਦੁਖੀ, ਮੈਂ ਬੜਾ ਪਰੇਸ਼ਾਨ ਹਾਂ। ਹਾਲਾਂਕਿ ਸੰਤ ਪਲਟੂ ਦਾਸ ਇਹ ਗੱਲ ਸਾਫ਼ ਕਹਿ ਗਏ ਹੈ ਕਿ ਉਹ ਪ੍ਰਮਾਤਮਾ, ਉਹ ਪ੍ਰਭੂ, ਉਹ ਤੇਰੇ ਅੰਦਰ ਇਸੇ ਤਰ੍ਹਾਂ ਸਮਾਇਆ ਹੋਇਆ ਹੈ ਜਿਸ ਤਰ੍ਹਾਂ ਮਹਿੰਦੀ ਦੇ ਪੱਤੇ ਅੰਦਰ ਲਾਲੀ ਸਮਾਈ ਹੁੰਦੀ ਹੈ। ਕਿਉਂਕਿ ਤੁਸੀਂ ਪੱਤੇ ਨੂੰ ਦੇਖੋਗੇ ਹਰਾ ਹੀ ਨਜ਼ਰ ਆਏਗਾ। ਹੁਣ ਤੁਸੀਂ ਮਹਿੰਦੀ ਦਾ ਪੱਤਾ ਜਾਂ ਪਿਸੀ ਹੋਈ ਮਹਿੰਦੀ ਨੂੰ ਹੱਥ ਤੇ ਰੱਖ ਲਓ, ਰੰਗ ਕਿਹੜਾ ਉਹਦਾ? ਜਵਾਬ ਦਿਓ। ਇੱਕ ਪਾਊਡਰ ਹੈ ਮਹਿੰਦੀ ਦਾ, ਉਹ ਪਾਊਡਰ ਦਾ ਰੰਗ ਕਿਹੜਾ ਹੈ? ਹਰਾ। ਤਾਂ ਕੋਈ ਕਹੇ ਮਹਿੰਦੀ ਦੇ ਰੰਗ ਵਿੱਚ, ਇਹ ਮਹਿੰਦੀ ਵਿੱਚ ਲਾਲੀ ਹੈ, ਬੰਦੇ ਨੇ ਕਹਿਣਾ ਦਿਮਾਗ ਖਰਾਬ, ਇਹ ਤਾਂ ਹਰਾ ਹੈ, ਇਹਦੇ ਚ ਲਾਲੀ ਕਿੱਥੋਂ ਹੈ? ਹੁਣ ਅਗਲੇ ਨੇ ਕਹਿਣਾ ਸਾਨੂੰ ਮੂਰਖ ਬਣਾਉਂਦਾ ਹੈ, ਇਹਦੇ ਚ ਲਾਲੀ ਕਿੱਥੋਂ ਹੈ? ਪਰ ਜਿਹਨੂੰ ਪਤਾ ਹੈ ਉਹਨਾਂ ਕਹਿਣਾ ਭਾਈ ਏਦਾਂ ਨਜ਼ਰ ਨਹੀਂ ਆਣੀ, ਇਹ ਮਹਿੰਦੀ ਦੇ ਪੱਤਿਆਂ ਨੂੰ ਪੀਸਣਾ ਪੈਣਾ ਹੈ, ਪੀਸ ਕੇ ਇਹਨਾਂ ਨੂੰ ਪਾਣੀ ਪਾ ਕੇ ਘੋਲਣਾ ਪੈਣਾ ਹੈ, ਪਾਊਡਰ ਨੂੰ ਫਿਰ ਹੱਥਾਂ ਤੇ ਲਾਣੀ ਪੈਣੀ ਹੈ, ਫਿਰ ਸੁਕਾਣੀ ਪੈਣੀ ਹੈ, ਫਿਰ ਜਾ ਕੇ ਲਾਲੀ ਦਾ ਪਤਾ ਲੱਗਣਾ ਹੈ ਕਿ ਅੰਦਰ ਲਾਲੀ ਕਿੱਥੇ ਛੁਪੀ ਹੋਈ ਹੈ। ਕਿਉਂਕਿ ਇੱਕ ਤਰੀਕਾ ਹੁੰਦਾ, ਇੱਕ ਵਿਧੀ ਹੁੰਦੀ ਹੈ ਮਹਿੰਦੀ ਦੇ ਅੰਦਰਲੀ ਛੁਪੀ ਲਾਲੀ ਨੂੰ ਬਾਹਰ ਲਿਆਉਣ ਦੀ। ਇਸੇ ਤਰ੍ਹਾਂ ਹੁਣ ਅਸੀਂ ਤੁਹਾਨੂੰ ਕਹਿ ਰਹੇ ਤੁਹਾਡੇ ਅੰਦਰ ਪ੍ਰਮਾਤਮਾ ਹੈ, ਤਾਂ ਤੁਸੀਂ ਕਹਿਣਾ ਲੈ ਕਿੱਥੇ ਪ੍ਰਮਾਤਮਾ? ਇੱਥੇ ਹੱਡ ਮਾਸ ਦਾ ਪਿੰਜਰਾ ਹੈ, ਆ ਚਮੜੀ ਨਜ਼ਰ ਆਉਂਦੀ ਹੈ, ਹੱਡੀਆਂ ਨਜ਼ਰ ਆਉਂਦੀਆਂ, ਅੱਖਾਂ ਨਜ਼ਰ ਆਉਂਦੀਆਂ, ਕੰਨ ਹੈ, ਬਾਡੀ ਦੇ ਅੰਗ ਹੈ, ਪਰ ਪ੍ਰਮਾਤਮਾ ਕਿੱਥੇ ਹੈ? ਬਸ ਇਹ ਉਹੀ ਗੱਲ ਹੈ ਜਿੱਦਾਂ ਮਹਿੰਦੀ ਦੇ ਪੇੜ ਤੋਂ ਕੋਈ ਜਾ ਕੇ ਕਵੇ ਕਿ ਟਹਿਣੀਆਂ ਤਾਂ ਹੈ, ਪੱਤੇ ਤਾਂ ਹੈ, ਪਰ ਲਾਲੀ ਕਿੱਥੇ ਹੈ? ਹੁਣ ਏਦਾਂ ਦੇਖਣ ਨਾਲ ਲਾਲੀ ਨਜ਼ਰ ਨਹੀਂ ਆਣੀ। ਜਿੱਦਾਂ ਦੱਸਿਆ ਹੈ ਪੱਤੇ ਤੋੜਨੇ ਆ, ਸੁਕਾਣੇ ਆ, ਪੀਸਣੇ ਆ, ਪਾਣੀ ਮਿਲਾਣਾ ਹੈ, ਲਾਣਾ ਹੈ, ਇੰਤਜ਼ਾਰ ਕਰਨਾ, ਤਾਂ ਫਿਰ ਉਹ ਲਾਲੀ ਪ੍ਰਗਟ ਹੋਣੀ ਹੈ। ਇਸੇ ਤਰ੍ਹਾਂ ਪਰਮਾਤਮਾ ਵੀ ਅੰਦਰ ਛੁਪਿਆ ਹੋਇਆ ਹੈ ਪਰ ਸਿੱਧਾ ਨਜ਼ਰ ਨਹੀਂ ਆਉਂਦਾ। ਉਹਨੂੰ ਪ੍ਰਗਟ ਕਰਨ ਵਾਸਤੇ ਵੀ ਸਾਨੂੰ ਯੁਕਤੀ ਦਾ ਇਸਤੇਮਾਲ ਕਰਨਾ ਪੈਂਦਾ ਹੈ, ਵਿਧੀ ਦਾ ਇਸਤੇਮਾਲ ਕਰਨਾ ਪੈਂਦਾ ਹੈ। ਤਾਂ ਹੀ ਤਾਂ ਗੁਰੂ ਰਹਿਬਰ ਕਹਿੰਦੇ ਨਾ, ਫਰੀਦਾ ਮੈਨੂੰ ਮੁੰਝ ਕਰ ਨਿੱਕੀ ਕਰ ਕਰ ਕੁੱਟ, ਉਹ ਭਰੇ ਖਜ਼ਾਨੇ ਰੱਬ ਦੇ ਫਿਰ ਜੋ ਚਾਹੇ ਸੋ ਦੇ। ਬਾਬਾ ਫਰੀਦ ਕਹਿੰਦੇ ਆਪਣੀ ਮੈਂ ਨੂੰ ਵੀ ਕੁੱਟਣਾ ਪੈਣਾ, ਪੀਸਣਾ ਪੈਣਾ, ਜਿੱਦਾਂ ਮਹਿੰਦੀ ਦੇ ਪੱਤਿਆਂ ਨੂੰ ਪੀਸਿਆ ਜਾਂਦਾ ਹੈ। ਵਿਧੀ ਹੁੰਦੀ ਹੈ, ਵਿਧੀ। ਜਾਂ ਹੁਣ ਇਹਨੂੰ ਦੂਜੇ ਤਰੀਕੇ ਨਾਲ ਸਮਝ ਲਓ, ਆਸਾਨ ਤਰੀਕੇ ਨਾਲ, ਕਿ ਕੋਈ ਤੁਹਾਡੇ ਮੂਹਰੇ ਦੁੱਧ ਦੀ ਬਾਲਟੀ ਲਿਆਵੇ ਔਰ ਤੁਹਾਨੂੰ ਪੁੱਛੇ ਕਿ ਭਾਈ ਦੁੱਧ 'ਚ ਮੱਖਣ ਹੈ ਜਾਂ ਨਹੀਂ, ਦੁੱਧ 'ਚ ਘੀ ਹੈ ਜਾਂ ਨਹੀਂ, ਤੁਸੀਂ ਕੀ ਕਹੋਗੇ? ਜਵਾਬ ਦਿਓ ਸਾਨੂੰ, ਕੀ ਜਵਾਬ ਹੋਏਗਾ? ਹੈ ਜਾਂ ਨਹੀਂ? ਹੁਣ ਦੁੱਧ ਵਿੱਚ ਮੱਖਣ ਹੈ, ਘੀ ਹੈ, ਪਰ ਕੋਈ ਕਹੇ ਹੈ ਤਾਂ ਨਜ਼ਰ ਤਾਂ ਆਉਂਦਾ ਨਹੀਂ ਹੈ, ਹੱਥ ਵੜ ਲੈ ਨਿਕਲਿਆ ਤਾਂ ਹੈ ਨਹੀਂ ਮੱਖਣ। ਆ ਮੈਂ ਹੱਥ ਪਾ ਦਿੱਤਾ, ਪੂਰੀ ਬਾਲਟੀ ਬਾਹ ਕੋਲ ਘੁਮਾ ਦਿੱਤੀ, ਮੈਂ ਕਿਤੇ ਮੱਖਣ ਮਿਲਿਆ ਤੇ ਹੈ ਨਹੀਂ, ਘੀ ਮਿਲਿਆ ਤੇ ਹੈ ਨਹੀਂ, ਕਿੱਥੇ ਆ ਘੀ? ਤੁਸੀਂ ਕਹਿੰਦਾ ਪਾਗਲਾ ਏਦਾਂ ਥੋੜੀ ਮਿਲਦਾ, ਏਦਾਂ ਹੱਥ ਘੋਲਣ ਨਾਲ ਥੋੜੀ ਮਿਲਣਾ ਹੈ, ਲੱਭਣ ਨਾਲ ਥੋੜੀ ਮਿਲਣਾ ਹੈ।
ਇਹ ਦੁੱਧ ਨੂੰ ਜਾਗ ਲਾਣਾ ਪੈਂਦਾ ਹੈ, ਜਮਾਣਾ ਪੈਂਦਾ ਹੈ, ਰਿੜਕਣਾ ਪੈਂਦਾ ਹੈ, ਫਿਰ ਕਿਤੇ ਜਾ ਕੇ ਲੱਸੀ ਦੇ ਵਿੱਚੋਂ ਮੱਖਣ ਬਾਹਰ ਆਉਂਦਾ ਹੈ। ਇਹਦੇ ਅੰਦਰ ਹੀ ਪਰ ਯੁਕਤੀ ਤਰੀਕਾ ਚਾਹੀਦਾ ਇਹਨੂੰ ਬਾਹਰ ਲਿਆਉਣ ਦਾ। ਇਸੇ ਤਰ੍ਹਾਂ ਪ੍ਰਮਾਤਮਾ ਪ੍ਰਭੂ ਉਹ ਪਰਮਾਨੰਦ ਤੁਹਾਡੇ ਸਭ ਦੇ ਅੰਦਰ ਹੀ ਹੈ, ਬਸ ਉਹਨੂੰ ਵੀ ਬਾਹਰ ਲਿਆਉਣ ਵਾਸਤੇ ਯੁਕਤੀ ਚਾਹੀਦੀ ਹੈ। ਉਹਨੂੰ ਵੀ ਬਾਹਰ ਲਿਆਉਣ ਵਾਸਤੇ ਜਿੱਦਾਂ ਦੁੱਧ ਚੋਂ ਘੇ ਨੂੰ ਮੱਖਣ ਨੂੰ ਬਾਹਰ ਲਿਆਉਣ ਵਾਸਤੇ ਜਾਗ ਲੈਣਾ ਪੈਂਦਾ ਨਾ। ਇੱਥੇ ਬੁੱਲੇ ਸ਼ਾਹ ਕਹਿੰਦੇ ਐ ਕਿ ਸਿਰ ਤੇ ਟੋਪੀ ਤੇ ਨੀਅਤ ਖੋਟੀ ਲੈਣਾ ਕੀ ਟੋਪੀ ਸਿਰ ਧਰ ਕੇ, ਉਹ ਤਸਵੀਰ ਫਿਰੀ ਪਰ ਮਨ ਨਾ ਫਿਰਿਆ ਲੈਣਾ ਕੀ ਤਸਵੀਰ ਹੱਥ ਫੜ ਕੇ, ਚਿਲੇ ਕੀਤੇ ਪਰ ਰੱਬ ਨਾ ਮਿਲਿਆ ਲੈਣਾ ਕੀ ਚਿਲਿਆਂ ਵਿੱਚ ਵੜ ਕੇ। ਉਹ ਬੁੱਲਿਆ ਜਾਗ ਬਿਨਾ ਦੁੱਧ ਨਹੀਂ ਜੰਮਦਾ ਭਾਵੇਂ ਲਾਲ ਹੋਵੇ ਕੜ ਕੜ ਕੇ। ਕਹਿੰਦੇ ਲਾਲ ਜਿੰਨਾ ਮਰਜ਼ੀ ਕਰ ਲੋ ਕਾੜ ਕਾੜ ਕੇ ਸੁਕਾ ਦਿਓ ਬੇਸ਼ੱਕ ਦੁੱਧ ਨੂੰ, ਪਰ ਜੰਮਣਾ ਉਦੋਂ ਹੀ ਹੈ ਜਦੋਂ ਜਾਗ ਲੱਗਣੀ। ਇਹੀ ਗੱਲ ਅੱਜ ਇਨਸਾਨ ਵੀ ਰੱਬ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ, ਖੁਸ਼ੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ, ਸੁੱਖਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ, ਪਰ ਇਹ ਦੇਖਦਾ ਨਹੀਂ ਕਿ ਪਰਮਾਤਮਾ ਰੂਪੀ ਮੱਖਣ ਉਦੋਂ ਹੀ ਮਿਲੇਗਾ ਪਹਿਲਾਂ ਜਾਗ ਲਾਣਾ ਪੈਣਾ ਹੈ। ਜਾਗ ਬੰਦਾ ਲਵਾਉਂਦਾ ਨਹੀਂ। ਉੱਥੇ ਕਹਿੰਦਾ ਮੈਨੂੰ ਗੁਰੂ ਦੀ ਕੀ ਲੋੜ, ਮੈਨੂੰ ਗਿਆਨ ਦੀ ਕੀ ਲੋੜ, ਮੈਨੂੰ ਸਮਝ ਦੀ ਕੀ ਲੋੜ, ਮੈਨੂੰ ਤਾਂ ਸਭ ਕੁਝ ਪਤਾ ਹੈ। ਹੁਣ ਜਰਾ ਧਿਆਨ ਦੇਣਾ ਕਿ ਗੁਰੂ ਰਹਿਬਰ ਹੀ ਸਾਨੂੰ ਜਾਗ ਲਾਉਂਦੇ ਐ ਕਿ ਜਦੋਂ ਜਾਗ ਲੱਗਦਾ ਹੈ ਤਾਂ ਫੇਰ ਹੀ ਸਾਡੇ ਅੰਦਰ ਛੁਪਿਆ ਪਰਮਾਤਮਾ ਰੂਪੀ ਮੱਖਣ ਬਾਹਰ ਆਉਂਦਾ ਹੈ। ਗੁਰੂ ਰਹਿਬਰ ਉਹ ਕਰਮ ਕਰਦੇ ਐ ਕਿ ਜਿਸ ਤਰ੍ਹਾਂ ਮਹਿੰਦੀ ਦੇ ਅੰਦਰ ਹੀ ਲਾਲੀ ਹੈ, ਪਰ ਉਹ ਯੁਕਤੀ ਦਿੰਦੇ ਐ, ਤਰੀਕਾ ਦਿੰਦੇ ਐ ਕਿ ਕਿਸ ਤਰ੍ਹਾਂ ਇਹਦੀ ਅੰਦਰਲੀ ਛੁਪੀ ਲਾਲੀ ਬਾਹਰ ਆ ਸਕਦੀ ਹੈ। ਔਰ ਜਿਹੜਾ ਇਹ ਯੁਕਤੀ ਲੈ ਲੈਂਦਾ ਹੈ, ਜਿਹੜਾ ਇਹ ਤਰੀਕੇ ਨੂੰ ਸਮਝ ਲੈਂਦਾ ਹੈ, ਫਿਰ ਉਹਨੂੰ ਪਰਮਾਨੰਦ ਵੀ ਮਿਲ ਜਾਂਦਾ ਹੈ। ਇਸ ਲਈ ਸੰਤ ਪਲਟੂ ਦਾਸ ਨੇ ਬੜੀ ਪਿਆਰੀ ਗੱਲ ਕਹੀ ਹੈ ਕਿ ਸਭ ਘਟ ਤੇਰਾ ਨੂਰ ਵਿਰਾਜੇ। ਉਹ ਕਹਿੰਦੇ ਹਰ ਜਗ੍ਹਾ ਤੇਰੇ ਹੀ ਤਾਂ ਨੂਰ ਹੈ, ਕਿਉਂਕਿ ਅੱਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ। ਹੁਣ ਸਾਰੇ ਅੰਦਰ ਹੈ ਕਿ ਨਹੀਂ ਨੂਰ? ਇੱਕੋ ਹੀ ਨੂਰ ਤੋਂ ਹਰ ਚੀਜ਼ ਪੈਦਾ ਹੋਈ ਹੈ। ਜੇ ਤੁਸੀਂ ਘਾਸ ਦਾ ਤਿਨਕਾ ਦੇਖਦੇ ਹੋ, ਪੇੜ ਪੌਦਿਆਂ ਨੂੰ ਦੇਖਦੇ ਹੋ, ਪਸ਼ੂ ਪੰਛੀਆਂ ਨੂੰ ਦੇਖਦੇ ਹੋ, ਇਨਸਾਨਾਂ ਦੀ ਗੱਲ ਤਾਂ ਛੱਡੋ, ਇਹ ਕਹਿੰਦੇ ਜਾਨਵਰਾਂ ਅੰਦਰ ਵੀ ਉਹਦਾ ਨੂਰ ਹੀ ਕੰਮ ਕਰ ਰਿਹਾ ਹੈ। ਯਾਨੀ ਤੁਹਾਡੇ ਅੰਦਰ ਵੀ ਹਰ ਸ਼ੈ ਦੇ ਅੰਦਰ ਉਹਦਾ ਹੀ ਨੂਰ ਆਪਣਾ ਕੰਮ ਕਰ ਰਿਹਾ ਹੈ। ਸਿਰਫ ਇਕੱਲੀ ਇਨਸਾਨੀਅਤ ਦੀ ਗੱਲ ਨਹੀਂ ਹੈ। ਕਹਿੰਦੇ ਹਰ ਸਭ ਘਟ ਮੇਰਾ ਨੂਰ ਵਿਰਾਜੇ। ਕਿ ਅਗਰ ਤੁਸੀਂ ਇੱਕ ਫਲ ਦਾ ਸਵਾਦ ਵੀ ਲੈ ਰਹੇ ਹੋ ਨਾ, ਤਾਂ ਫਲ ਅੰਦਰ ਉਹ ਰੰਗਤ ਪਾਉਣ ਵਾਲਾ, ਫਲ ਦੇ ਅੰਦਰ ਉਹ ਸਵਾਦ ਭਰਨ ਵਾਲਾ, ਉਹ ਮਿਠਾਸ ਭਰਨ ਵਾਲਾ, ਉਹ ਖਟਾਸ ਭਰਨ ਵਾਲਾ ਵੀ ਉਹੀ ਹੈ। ਉਹਦਾ ਹੀ ਨੂਰ ਹੈ, ਉਹਦੀ ਰਹਿਮਤ ਹੈ। ਜਰਾ ਸਮਝਣਾ ਸਾਰਿਆਂ ਨੇ। ਨਹੀਂ ਤਾਂ ਕੋਈ ਪੁੱਛੇ ਕਿ ਬੰਦੇ ਦੇ ਘਰ ਦੇ ਵਿੱਚ ਇੱਕ ਅੰਬ ਦਾ ਪੇੜ ਲੱਗਾ ਹੋਵੇ, ਜਾਂ ਬੰਦੇ ਦੇ ਘਰ ਦੇ ਵਿੱਚ ਕਿਸੇ ਫਲਦਾਰ ਦਰਖਤ ਦਾ ਪੇੜ ਲੱਗਾ ਹੋਵੇ, ਹੁਣ ਉਹ ਪੇੜ ਦੇ ਉੱਪਰ ਚਾਹੇ ਅਮਰੂਦ ਦਾ ਪੇੜ ਹੈ, ਚਾਹੇ ਅੰਬ ਦਾ ਪੇੜ ਹੈ, ਚਾਹੇ ਕਿਸੇ ਹੋਰ ਫਲ ਦਾ ਲੈ ਲਈਏ। ਹੁਣ ਜਰਾ ਸੋਚੋ, ਇੱਕ ਗੱਲ ਦਾ ਜਵਾਬ ਦੇਣਾ ਸੋਚ ਕੇ, ਕਿ ਤੁਹਾਡੇ ਘਰ 'ਚੋਂ ਫਲ ਦਾ ਪੇੜ ਲੱਗਾ ਹੈ ਔਰ ਉਹ ਪੇੜ ਤੇ ਫਲ ਲੱਗਦੇ ਆ। ਫਰਜ਼ ਕਰੋ ਅੰਬ ਲੱਗ ਗਏ। ਹੁਣ ਅੰਬ ਲੱਗਦੇ ਆ, ਤੁਸੀਂ ਤੋੜਦੇ ਹੋ, ਖਾਂਦੇ ਹੋ, ਬੜਾ ਮਿੱਠਾ ਅੰਬ ਹੈ, ਬੜਾ ਰਸੀਲਾ ਅੰਬ ਹੈ, ਬੜਾ ਸਵਾਦ ਅੰਬ ਹੈ। ਤਾਂ ਕੋਈ ਪੁੱਛੇ ਭਾਈ ਇਹ ਅੰਬ ਬੜਾ ਮਿੱਠਾ ਹੈ, ਇਹ ਕਿਹੜੇ ਪੇੜ ਦਾ ਹੈ? ਬੰਦੇ ਨੇ ਕਹਿਣਾ ਮੇਰੇ ਘਰ ਦੇ ਪੇੜ ਦਾ, ਮੇਰੇ ਘਰ ਦੇ ਪੇੜ ਦਾ। ਆਪਣੇ ਮਾਣ ਨਾਲ ਕਹਿਣਾ ਮੇਰੇ ਘਰ ਦੇ ਪੇੜ ਦਾ ਹੈ, ਇਹ ਮੇਰੇ ਘਰ ਦੇ ਪੌਦੇ ਦਾ ਅੰਬ ਹੈ। ਤਾਂ ਕੋਈ ਪੁੱਛੇ ਅੱਛਾ ਤੇਰੇ ਘਰ ਦੇ ਪੌਦੇ ਦਾ ਅੰਬ ਹੈ, ਦੱਸ ਇਹ ਅੰਬ ਅੰਦਰ ਮਿਠਾਸ ਕਿਉਂ ਪਾਈ? ਕਿਉਂਕਿ ਬੰਦਾ ਕਹਿੰਦਾ ਮੈਂ ਟੀਕਾ ਲਿਆਂਦਾ ਮਿੱਠੇ ਦਾ ਭਰ ਕੇ, ਲਾਤਾ ਟੀਕਾ ਮਿੱਠਾ ਹੋ ਗਿਆ। ਮੈਂ ਟੀਕਾ ਲਿਆਂਦਾ ਰੰਗ ਦਾ ਭਰ ਕੇ, ਪੀਲਾ ਪੀਲਾ ਰੰਗ, ਔਰ ਲਾਤਾ ਟੀਕਾ ਪੀਲਾ ਹੋ ਗਿਆ। ਇਹ ਭਾਈ ਤੂੰ ਕੁਝ ਕੀਤਾ? ਤੂੰ ਤਾਂ ਕੁਝ ਵੀ ਨਹੀਂ ਕੀਤਾ। ਜੋ ਕੀਤਾ ਉਹ ਮਾਲਿਕ ਨੇ ਕੀਤਾ, ਉਹਦੀ ਰਹਿਮਤ ਨੇ ਕੀਤਾ, ਕੁਦਰਤ ਨੇ ਕੀਤਾ। ਇਸ ਲਈ ਉਹਦੀ ਕੁਦਰਤ ਇਦਾਂ ਕੰਮ ਕਰਦੀ ਹੈ ਕਿ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਔਰ ਕੰਮ ਸਾਰੇ ਹੋ ਰਹੇ। ਹੁਣ ਤੁਸੀਂ ਇੱਥੇ ਬੈਠੇ ਹੋ, ਇੱਥੇ ਬੈਠੇ ਹੋ, ਹਵਾਵਾਂ ਆਪਣਾ ਕੰਮ ਕਰ ਰਹੀਆਂ ਹੈ, ਸੂਰਜ ਚੰਦ ਸਿਤਾਰੇ ਆਪਣਾ ਕੰਮ ਕਰ ਰਹੇ ਹੈ, ਧਰਤੀ ਆਪਣੀ ਗਤੀ 'ਚ ਘੁੰਮ ਰਹੀ ਹੈ। ਯਾਨੀ ਹਰ ਸ਼ੈ ਆਪਣੇ ਆਪ ਚੱਲ ਰਹੀ ਹੈ ਔਰ ਇਹ ਚਲਾਉਣ ਵਾਲੀ ਕੋਈ ਤਾਕਤ ਹੈ, ਬੰਦੇ ਨੂੰ ਪਤਾ ਵੀ ਨਹੀਂ ਕਿੱਦਾਂ ਸਭ ਕੁਝ ਹੋ ਰਿਹਾ। ਔਰ ਇੱਥੇ ਤੱਕ ਕਿ ਤੁਸੀਂ ਹੁਣੇ ਹੀ ਲੰਗਰ ਛਕਿਆ ਹੈ, ਲੰਗਰ ਛਕਿਆ, ਤੁਸੀਂ ਭੋਜਨ ਤੁਹਾਡੇ ਅੰਦਰ ਗਿਆ, ਹੁਣ ਤੁਸੀਂ ਆਰਾਮ ਨਾਲ ਬੈਠੇ ਹੋ, ਤੁਹਾਨੂੰ ਪਤਾ ਹੀ ਨਹੀਂ ਕਿ ਅੰਦਰ ਭੋਜਨ ਪਚਦਾ ਕਿੱਦਾਂ ਆ, ਉਹ ਭੋਜਨ ਦਾ ਬਲੱਡ ਕਿੱਦਾਂ, ਖੂਨ ਕਿੱਦਾਂ ਬਣਦਾ ਹੈ, ਉਹ ਭੋਜਨ ਹੱਡੀਆਂ ਵਿੱਚ ਕਿੱਦਾਂ ਜਾਂਦਾ ਹੈ, ਚਮੜੀ ਵਿੱਚ ਕਿੱਦਾਂ ਜਾਂਦਾ ਹੈ, ਉਹ ਬੰਦੇ ਨੂੰ ਉਹਦੇ ਬਾਰੇ ਪਤਾ ਹੀ ਨਹੀਂ ਹੈ। ਇਹ ਸਭ ਕੁਝ ਪਰਮਾਤਮਾ ਦੀ ਰਹਿਮਤ ਆਪਣਾ ਕੰਮ ਕਰ ਰਹੀ ਹੈ, ਕਿਉਂਕਿ ਇੱਕ ਸ਼ਕਤੀ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਕਹਿੰਦੇ ਸਭ ਘਟ ਤੇਰਾ ਨੂਰ ਵਿਰਾਜੇ। ਇਹੀ ਤਾਂ ਉਹਦੀ ਤਾਕਤ ਹੈ, ਇਹੀ ਤਾਂ ਉਹਦੀ ਸ਼ਕਤੀ ਹੈ ਜੋ ਸਾਨੂੰ ਚਲਾ ਰਹੀ ਹੈ। ਪਰ ਸਾਡੇ ਦੁੱਖਾਂ ਦਾ ਕਾਰਨ ਕੀ ਹੈ? ਹੁਣ ਜਿਹੜੇ ਇਨਸਾਨ ਕਹਿੰਦੇ ਨਾ ਮੈਂ ਬਹੁਤ ਦੁਖੀ, ਮੈਂ ਬਹੁਤ ਦੁਖੀ, ਇਹਦਾ ਮਤਲਬ ਹੈ ਕਿ ਉਹਨਾਂ ਦਾ ਧਿਆਨ ਦੁੱਖਾਂ ਵੱਲ ਹੈ, ਆਪਣੇ ਰੱਬ ਦੀਆਂ ਰਹਿਮਤਾਂ ਵੱਲ ਨਹੀਂ ਹੈ।
ਜਿੱਦਾਂ ਹੁਣ ਸਮਝ ਲਓ ਕਿ ਅਸੀਂ ਇਹ ਗਰਾਊਂਡ 'ਚ ਬੈਠੇ ਹਾਂ, ਸਮਝਦੇ ਹੋ ਕਿ ਨਹੀਂ? ਹੁਣ ਗਰਾਊਂਡ 'ਚ ਬੈਠੇ ਹਾਂ, ਅਗਰ ਤੁਹਾਨੂੰ ਕਹੀਏ ਇੱਧਰ ਦੇਖੋ, ਇੱਧਰ ਕੀ ਹੈ, ਤੁਸੀਂ ਕਹਿੰਦਾ ਦੀਵਾਰ। ਕੀ ਹੈ ਇੱਧਰ? ਜਰਾ ਦੇਖ ਕੇ ਦੱਸੋ ਸਾਨੂੰ। ਆ ਕੰਧ ਨਜ਼ਰ ਆ ਰਹੀ ਹੈ? ਅੱਛਾ, ਇੱਧਰ ਕੀ ਹੈ? ਖੇਤ ਵਿੱਚ ਕਿਹੜੀ ਫਸਲ? ਗੰਨੇ ਦੀ ਫਸਲ ਹੈ। ਸਮਝਦੇ ਹੋ ਕਿ ਨਹੀਂ? ਗੰਨੇ ਦੀ ਫਸਲ ਹੈ। ਗੰਨੇ ਵਿੱਚ ਕੀ ਹੁੰਦਾ ਹੈ? ਮਿੱਠਾ ਰਸ। ਔਰ ਰਸ ਕਿੱਦਾਂ ਸਾਡੇ ਜੀਵਨ ਮਿਠਾਸ ਭਰ ਦਿੰਦਾ ਹੈ। ਹੁਣ ਜਿਹੜਾ ਬੰਦਾ ਬੈਠਾ ਹੀ ਇਹਨੂੰ ਮੂੰਹ ਕਰਕੇ ਹੋਵੇ, ਉਹਨੂੰ ਨਾ ਕਿੱਥੇ ਆ ਗੰਨੇ? ਮੈਨੂੰ ਤਾਂ ਕੰਧ ਹੀ ਦੀਦੀ ਹੈ, ਕੰਕਰੀਟ ਦੀ ਬਣੀ ਹੋਈ, ਕਿੱਥੇ ਆ ਰਸ? ਪਰ ਜਿਹੜਾ ਐਨ ਉਹ ਯਾਰ ਬੜਾ ਮਿੱਠਾ ਦਿੰਦਾ ਹੈ। ਗੰਨੇ 'ਚ ਰਸ ਬੜੀ ਮਿੱਠੀ ਹੁੰਦੀ ਹੈ। ਗੰਨੇ ਦਾ ਸਵਾਦ ਹੈ ਤੋਂ ਗੁੜ ਬਣਦਾ ਹੈ, ਇਹ ਤੋਂ ਕਿੰਨੀਆਂ ਚੀਜ਼ਾਂ ਬਣਦੀਆਂ ਤਾਂ ਮਿਠਾਸ ਭਰ ਦਿੰਦੀ ਹੈ ਜ਼ਿੰਦਗੀ 'ਚ। ਯਾਨੀ ਕਹਿਣ ਦਾ ਮਤਲਬ ਕੀ ਹੈ? ਅਸੀਂ ਦੱਸਣਾ ਚਾਹੁੰਦੇ ਕਿ ਜਗ੍ਹਾ ਇੱਕੋ ਹੀ ਹੈ, ਪਰ ਜਿਹਦਾ ਧਿਆਨ ਇੱਧਰ ਨੂੰ ਹੈ ਉਹਨੂੰ ਦੀਵਾਰ ਹੀ ਨਜ਼ਰ ਆਣੀ ਹੈ, ਤੇ ਜਿਹਦਾ ਧਿਆਨ ਉੱਧਰ ਹੈ ਉਹਨੂੰ ਮਿੱਠੇ ਮਿੱਠੇ ਗੰਨੇ ਨਜ਼ਰ ਆਣੇ। ਹੁਣ ਫਰਕ ਕੀ ਹੈ? ਹੈਗੇ ਅਸੀਂ ਇੱਥੇ ਹੀ ਹੈ, ਸਿਰਫ ਗੱਲ ਹੈ ਸਾਡੇ ਨਜ਼ਰੀਏ ਦੀ। ਇਸ ਲਈ ਤਾਂ ਇੱਕ ਬੜਾ ਪਿਆਰਾ ਕੋਟ ਹੈ ਵਿਵੇਕਾਨੰਦ ਜੀ ਦਾ। ਵਿਵੇਕਾਨੰਦ ਜੀ ਆਪਣੀ ਬਾਣੀ 'ਚ ਇੱਕ ਜਗ੍ਹਾ ਕਹਿੰਦੇ ਹੈ, ਇਫ ਯੂ ਵਾਂਟ ਟੂ ਚੇਂਜ ਫਰੂਟਸ, ਇਫ ਯੂ ਵਾਂਟ ਚੇਂਜ ਟੂ ਫਰੂਟਸ, ਫਸਟ ਚੇਂਜ ਟੂ ਰੂਟਸ। ਉਹ ਕਹਿੰਦੇ ਅਗਰ ਤੁਸੀਂ ਫਲ ਨੂੰ ਬਦਲਣਾ ਚਾਹੁੰਦੇ ਹੋ, ਯਾਨੀ ਫਲ, ਅਗਰ ਤੁਸੀਂ ਫਲ ਨੂੰ ਬਦਲਣਾ ਚਾਹੁੰਦੇ ਹੋ ਤਾਂ ਖੁਸ਼ ਨਹੀਂ ਹੋ, ਤਾਂ ਫਲ ਨੂੰ ਬਦਲਣ ਵਾਸਤੇ ਸਭ ਤੋਂ ਪਹਿਲਾਂ ਜੜ ਨੂੰ ਬਦਲੋ। ਸਮਝਦੇ ਹੋ ਕਿ ਨਹੀਂ? ਪਹਿਲਾਂ ਜੜ ਨੂੰ ਬਦਲਣਾ ਪੈਣਾ ਹੈ। ਹੁਣ ਤੁਸੀਂ ਜੜ ਬਦਲਦੇ ਹੀ ਨਹੀਂ ਤਾਂ ਕਹਿੰਦੇ ਫਲ ਬਦਲ ਜਾਵੇ, ਤਾਂ ਫਲ ਕਿੱਦਾਂ ਬਦਲੇ? ਹੁਣ ਇੱਕ ਕਿਸਾਨ ਕਵੇ ਕਿ ਮੇਰੇ ਖੇਤ ਦੇ ਵਿੱਚ ਕਣਕ ਨਾ ਹੋਵੇ, ਕਣਕ ਨਾ ਹੋਵੇ, ਪਰ ਬੀਜ ਕਣਕ ਦਾ ਹੀ ਬੀਜੀ ਜਾਵੇ, ਤਾਂ ਕਣਕ ਹੀ ਹੋਣੀ ਹੈ, ਕਿਉਂਕਿ ਜਿਹੜਾ ਬੀਜ ਜਾਣਾ ਹੈ ਫਸਲ ਤਾਂ ਉਹੀ ਆਣੀ ਹੈ। ਹੁਣ ਜੇ ਉਹ ਚਾਹੁੰਦਾ ਮੇਰੇ ਖੇਤ ਵਿੱਚ ਕਣਕ ਦੀ ਜਗ੍ਹਾ ਮੱਕੀ ਹੋਵੇ, ਮੱਕੀ ਦੀ ਜਗ੍ਹਾ ਗੰਨਾ ਹੋਵੇ, ਹੁਣ ਜੋ ਚਾਹੁੰਦਾ ਹੈ ਫਿਰ ਉਹਨੂੰ ਚਾਹੀਦਾ ਜੜ ਵੀ ਬੀਜ ਵੀ ਉਹੀ ਪਾਵੇ। ਅੱਜ ਅਗਰ ਤੁਹਾਡੇ ਜੀਵਨ 'ਚ ਜਿਹੜੇ ਫਲ ਤੁਹਾਡੇ ਹੱਥਾਂ 'ਚ ਹੈ, ਯਾਨੀ ਜਿੱਦਾਂ ਦੀ ਤੁਹਾਡੀ ਜ਼ਿੰਦਗੀ ਹੈ, ਜਿੱਦਾਂ ਦਾ ਤੁਹਾਡਾ ਜੀਵਨ ਹੈ, ਕਿਉਂਕਿ ਇਹਨੂੰ ਵੀ ਫਲ ਕਿਹਾ ਜਾਂਦਾ, ਤਾਂ ਹੀ ਤਾਂ ਕਹਿੰਦੇ ਹੈ ਕਿ ਜੈਸਾ ਕਰਮ ਕਰਨਾ ਵੈਸਾ ਫਲ ਮਿਲਣਾ ਹੈ। ਅਗਰ ਅੱਜ ਤੁਸੀਂ ਦੁਖੀ ਹੋ, ਅੱਜ ਤੁਸੀਂ ਪਰੇਸ਼ਾਨ ਹੋ, ਤੇ ਇਹਦਾ ਮਤਲਬ ਕਿਤੇ ਨਾ ਕਿਤੇ ਅਸੀਂ ਗਲਤ ਬੀਜ ਬੋਏ, ਕਿਤੇ ਨਾ ਕਿਤੇ ਅਸੀਂ ਗਲਤ ਬੀਜ ਬੋਏ ਹੈ। ਉਹ ਗਲਤ ਬੀਜ ਬੋਏ ਹੈ, ਤਾਂ ਹੀ ਅੱਜ ਫਲ ਵੀ ਸਾਡੇ ਹੱਥ ਕੁਝ ਗਲਤ ਆਇਆ ਹੈ। ਅਗਰ ਅਸੀਂ ਸਹੀ ਫਲ ਚਾਹੁੰਦੇ ਹਾਂ ਤਾਂ ਬੰਦਾ ਫਲ ਨੂੰ ਬਦਲਣ ਦੀ ਕੋਸ਼ਿਸ਼ ਕਰਦਾ। ਉਹ ਕਹਿੰਦੇ ਫਲ ਨਹੀਂ ਬਦਲਣਾ ਜਦ ਤੱਕ ਤੂੰ ਜੜ ਨੂੰ ਚੇਂਜ ਨਹੀਂ ਕਰੇਗਾ। ਇਫ ਯੂ ਵਾਂਟ ਟੂ ਚੇਂਜ ਫਰੂਟਸ, ਅਗਰ ਤੂੰ ਫਰੂਟ ਨੂੰ ਚੇਂਜ ਕਰਨਾ ਚਾਹੁੰਦਾ, ਫਲ ਨੂੰ ਚੇਂਜ ਕਰਨਾ ਚਾਹੁੰਦਾ ਹੈ, ਤਾਂ ਫਸਟ ਚੇਂਜ ਦਾ ਰੂਟਸ, ਤਾਂ ਪਹਿਲਾਂ ਜੜ ਨੂੰ ਚੇਂਜ ਕਰੋ, ਜੜ ਨੂੰ ਬਦਲੋ ਪਹਿਲਾਂ, ਕਿਉਂਕਿ ਜੜ ਬਦਲਦਿਆਂ ਹੀ ਫਲ ਦੀ ਚਿੰਤਾ ਕਰਨ ਦੀ ਲੋੜ ਨਹੀਂ। ਹੁਣ ਜ਼ਰਾ ਸੋਚੋ, ਜੇ ਤੁਸੀਂ ਅੰਬ ਦਾ ਬੀਜ ਬੋਇਆ ਹੈ ਤਾਂ ਚਿੰਤਾ ਕਰਨ ਦੀ ਲੋੜ ਹੈ ਇੱਥੋਂ ਸੰਤਰਾ ਨਾ ਆ ਜਾਵੇ, ਇੱਥੋਂ ਸੇਬ ਨਾ ਆ ਜਾਵੇ, ਇੱਥੋਂ ਕੇਲਾ ਨਾ ਆ ਜਾਵੇ, ਨਹੀਂ। ਤੁਹਾਨੂੰ ਪਤਾ ਜਿਹੜਾ ਜ਼ਮੀਨ ਦੇ ਵਿੱਚ ਅੰਬ ਦਾ ਬੀਜ ਲਾਇਆ ਹੈ, ਪੌਦਾ ਲਾਇਆ, ਤਾਂ ਇਹ ਤਾਂ 100% ਗੱਲ ਪੱਕੀ, ਇਹਨੂੰ ਅੰਬ ਹੀ ਲੱਗਣੇ ਆ, ਹੋਰ ਕੁਝ ਨਹੀਂ ਲੱਗਣਾ, ਇਹ ਤਾਂ ਚਿੰਤਾ ਕਰਨ ਦੀ ਲੋੜ ਹੀ ਨਹੀਂ। ਹੁਣ ਇੱਕ ਬੰਦਾ ਨੀਂਦ ਦੇ ਵਿੱਚ ਜਾ ਕੇ 15-20 ਬੀਜ ਹੋਣ ਉਹਦੇ ਕੋਲ, ਔਰ ਨੀਂਦ ਵਿੱਚ ਜਾ ਕੇ ਬੀਜ ਦੇਵੇ, ਬਾਅਦ ਤੋਂ ਸੋਚੋ ਪਤਾ ਨਹੀਂ ਕੀ ਨਿਕਲਣਾ, ਮੈਨੂੰ ਪਤਾ ਨਹੀਂ ਉਹ ਬੀਜਿਆ ਕੀ ਹੈ, ਨਿਕਲਣਾ ਕੀ ਹੈ। ਇਹਨੂੰ ਕਹਿੰਦੇ ਆ ਕਿ ਨਾ ਸਮਝੀ ਮੂਰਖਤਾ, ਕਿ ਬੀਜ ਦਿੱਤਾ ਪਰ ਪਤਾ ਹੈ ਨਹੀਂ ਕਿ ਇੱਥੋਂ ਮਿਲਣਾ ਕੀ ਹੈ। ਉਹ ਬੰਦੇ ਨੂੰ ਚਿੰਤਾ ਹੁੰਦੀ ਹੈ, ਪਰ ਜਿਹਨੂੰ ਪਤਾ ਹੈ ਕਿ ਮੈਂ ਆਹ ਬੀਜ ਬੋਇਆ ਹੈ ਤਾਂ ਨਿਸ਼ਚਿੰਤ ਹੋ ਕੇ ਘਰ ਜਾਂਦਾ, ਨੂੰ ਪਤਾ ਹੈ ਫਲ ਤਾਂ ਉਹੀ ਹੈ ਨਾ ਜੋ ਮੈਂ ਬੀਜਿਆ। ਅੱਜ ਇਨਸਾਨ ਆਪਣੇ ਜੀਵਨ ਦੇ ਵਿੱਚ ਜੋ ਉਹਨੂੰ ਮਿਲ ਰਿਹਾ ਹੈ ਨਾ, ਫਲ ਪ੍ਰਾਪਤ ਰਿਜ਼ਲਟ ਮਿਲ ਰਿਹਾ ਹੈ, ਅੱਜ ਬੰਦਾ ਰਿਜ਼ਲਟ ਤੋਂ ਦੁਖੀ ਹੋ ਰਿਹਾ ਹੈ। ਰਿਜ਼ਲਟ ਤੋਂ ਦੁਖੀ ਹੋ, ਮੈਨੂੰ ਕੀ ਮਿਲ ਰਿਹਾ ਹੈ, ਆ ਮੇਰੇ ਨਾਲ ਕੀ ਹੋ ਰਿਹਾ ਹੈ। ਯਾਦ ਰੱਖੋ, ਇੱਕ ਗੱਲ ਤੁਹਾਨੂੰ ਕਹਿਣੀ ਚਾਹਾਂਗੇ ਕਿ ਅਗਰ ਅੱਜ ਇੱਥੇ ਤੁਸੀਂ ਕਿਸੇ ਨਾਲ ਲੜ ਕੇ ਜਾਂਦੇ ਹੋ, ਕਿਸੇ ਨਾਲ ਝਗੜਾ ਕਰਦੇ ਹੋ, ਕਿਸੇ ਨੂੰ ਬੁਰਾ ਬੋਲਦੇ ਹੋ ਨਾ, ਤਾਂ ਅੱਗੇ ਜਾ ਕੇ ਇੱਕ ਦਿਨ ਬਾਅਦ 2 ਘੰਟਿਆਂ ਬਾਅਦ ਕਿਤੇ ਠੋਕਰ ਲੱਗਦੀ ਹੈ, ਕਿਤੇ ਗੱਡੀ ਦਾ ਟਾਇਰ ਪੈਂਚਰ ਹੋ ਜਾਂਦਾ, ਕਿਤੇ ਕੁਝ ਹੋ ਜਾਂਦਾ ਹੈ, ਤਾਂ ਬੰਦਾ ਕਹਿੰਦਾ ਮੇਰੇ ਨਾਲ ਇਦਾਂ ਕਿਉਂ ਹੋਇਆ। ਉਹ ਕਿਤੇ ਨਾ ਕਿਤੇ ਬੀਜ ਬੋਇਆ ਜਿਹੜਾ ਹੁਣ ਫਲ ਦੇ ਰੂਪ ਚ ਸਾਹਮਣੇ ਆਇਆ, ਕਿਉਂਕਿ ਜੈਸਾ ਬੀਜੇ ਸੋ ਲੁਣੇ ਕਰਮਾ ਸੰਧਰਾ ਖੇਤ। ਇਹ ਗੁਰਬਾਣੀ ਦੇ ਅੰਦਰ ਲਾਈਨਾਂ ਹੈ ਕਿ ਜੋ ਤੂੰ ਕਰਨਾ ਹੈ ਉਹੀ ਫਲ ਤੈਨੂੰ ਮਿਲ ਕੇ ਰਹਿਣਾ ਹੈ। ਇਸ ਲਈ ਸੋਚ ਮੈਂ ਕੀ ਕਰਨਾ ਹੈ। ਅਗਰ ਮੈਂ ਜੀਵਨ 'ਚ ਖੁਸ਼ੀ ਚਾਹੁੰਦਾ ਹਾਂ, ਅਗਰ ਮੈਂ ਜੀਵਨ 'ਚ ਆਨੰਦ ਚਾਹੁੰਦਾ ਹਾਂ, ਅਗਰ ਮੈਂ ਜੀਵਨ 'ਚ ਸ਼ਾਂਤੀ ਚਾਹੁੰਦਾ ਹਾਂ, ਤਾਂ ਫਿਰ ਮੈਨੂੰ ਜੜ ਨੂੰ ਬਦਲਣਾ ਪੈਣਾ। ਬੋਲੋ ਸਮਝਦੇ ਹੋਗੇ? ਕਿਉਂਕਿ ਅਸੀਂ ਇੱਕ ਵਾਰ ਬੜਾ ਵਿਸਤਾਰ ਨਾਲ ਖੋਲ ਕੇ ਦੱਸਿਆ ਸੀ ਕਿ ਤੁਸੀਂ ਆਪਣੇ ਭਵਿੱਖ ਨੂੰ ਨਹੀਂ ਬਦਲ ਸਕਦੇ। ਭਵਿੱਖ ਕਿਹਨੂੰ ਕਹਿੰਦੇ ਆ? ਫਿਊਚਰ। ਕਿਉਂਕਿ ਬੰਦੇ ਦੇ ਹੱਥ 'ਚ ਫਿਊਚਰ ਨਹੀਂ ਹੈ ਕਿ ਮੈਂ ਕੱਲ ਨੂੰ ਜਾ ਕੇ ਬਦਲ ਦੇਵਾਂ।
ਸਮਝਦੇ ਹੋ ਕਿ ਨਹੀਂ? ਪਰ ਤੁਸੀਂ ਇੱਕ ਕੰਮ ਕਰ ਸਕਦੇ ਹੋ ਜਿੰਨਾ ਤੁਹਾਡਾ ਫਿਊਚਰ ਬਦਲ ਸਕਦਾ ਹੈ। ਉਹ ਕਿਹੜਾ ਕੰਮ ਹੈ ਕਿ ਅੱਜ ਤੁਸੀਂ ਆਪਣੀਆਂ ਆਦਤਾਂ ਬਦਲ ਲਓ, ਅੱਜ ਤੁਸੀਂ ਆਪਣੀ ਕਰਨੀ ਬਦਲ ਦਿਓ ਤਾਂ ਤੁਹਾਡਾ ਆਉਣ ਵਾਲਾ ਕੱਲ ਆਪੇ ਹੀ ਬਦਲ ਜਾਏਗਾ। ਕਿਉਂਕਿ ਜਿੱਦਾਂ ਦੀਆਂ ਸਾਡੀਆਂ ਅੱਜ ਦੀਆਂ ਆਦਤਾਂ ਹੋਣਗੀਆਂ, ਸਾਡੀ ਅੱਜ ਦੀ ਕਰਨੀ ਹੋਏਗੀ, ਫਲ ਵੀ ਸਾਨੂੰ ਵੈਸਾ ਹੀ ਮਿਲਣਾ ਹੈ। ਸਮਝਦੇ ਹੋ ਕਿ ਨਹੀਂ? ਇਸੇ ਲਈ ਤਾਂ ਇੱਥੇ ਇੱਕ ਡਾਕਟਰ ਦੇ ਜੀਵਨ ਦੀ ਬੜੀ ਪਿਆਰੀ ਘਟਨਾ ਸਾਨੂੰ ਯਾਦ ਆ ਗਈ। ਜਰਾ ਸਮਝਣਾ ਕਿ ਡਾਕਟਰ ਦਾ ਨਾਮ ਧਿਆਨ ਦੇਣ ਵਾਲੀ ਗੱਲ ਹੈ ਕਿ ਡਾਕਟਰ ਪੌਲ ਸੀ ਐਡਕਿਨ। ਡਾਕਟਰ ਪੌਲ ਸੀ ਐਡਕਿਨ ਉਹਨਾਂ ਦਾ ਨਾਮ ਸੀ, ਜੋ ਕਿ ਬਹੁਤ ਮਸ਼ਹੂਰ ਸਰਜਨ ਸੀ। ਸਪੈਸ਼ਲਿਸਟ ਸਰਜਨ ਨੂੰ ਕਹਿੰਦੇ ਜਿਹੜੇ ਆਪਰੇਸ਼ਨ ਕਰਨ ਵਾਲੇ। ਔਰ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ 2000 ਤੋਂ ਜ਼ਿਆਦਾ ਮਰੀਜ਼ਾਂ ਦੇ ਆਪਰੇਸ਼ਨ ਕੀਤੇ ਜਿਨ੍ਹਾਂ ਨੂੰ ਕੈਂਸਰ ਦਾ ਰੋਗ ਸੀ, ਔਰ ਉਹਨਾਂ ਦੇ ਫੇਫੜੇ ਚੇਂਜ ਕੀਤੇ। ਯਾਨੀ ਇਹ ਬੜੀ ਸਮਝਣ ਵਾਲੀ ਗੱਲ ਹੈ। ਜਿਹਦਾ ਨਾਮ ਸੀ ਡਾਕਟਰ ਪੌਲ ਸੀ ਐਡਕਿਨ। ਔਰ ਜਰਾ ਸਮਝਣਾ, ਪਰ ਉਹ ਡਾਕਟਰ ਦੀ ਆਪਣੀ ਮੌਤ ਜਿਹੜੀ ਹੋਈ ਹੈ 55 ਸਾਲ ਦੀ ਉਮਰ 'ਚ ਹੋ ਗਈ। 55 ਸਾਲ ਦੀ ਉਮਰ 'ਚ ਉਹਦੀ ਮੌਤ ਹੋ ਗਈ। ਕਾਹਦੇ ਨਾਲ ਹੋਈ? ਕੈਂਸਰ ਦੇ ਨਾਲ। ਹੁਣ ਇਹ ਘਟਨਾ ਤੋਂ ਦੋ ਚੀਜ਼ਾਂ ਸਮਝਣੀਆਂ ਸੀ ਜੋ ਕਿ ਇਹਦੇ 'ਚ ਦੱਸਿਆ ਗਿਆ ਹੈ। ਪਹਿਲੀ ਚੀਜ਼ ਕਿ ਡਾਕਟਰ ਐਡਕਿਨ ਦੂਜਿਆਂ ਦਾ ਆਪਰੇਸ਼ਨ ਕਰ ਰਿਹਾ ਸੀ, ਦੂਜਿਆਂ ਨੂੰ ਤਾਂ ਸਲਾਹ ਦੇ ਰਿਹਾ ਸੀ, ਪਰ ਕਦੀ ਆਪਣਾ ਚੈੱਕਅਪ ਉਹਨੇ ਕੀਤਾ ਨਹੀਂ ਕਿ ਬਿਮਾਰੀ ਮੇਰੀ ਅੰਦਰ ਵੀ ਜਾ ਰਹੀ ਹੈ, ਬਿਮਾਰੀ ਮੇਰੀ ਅੰਦਰ ਵੀ ਚੱਲ ਰਹੀ ਹੈ। ਜਰਾ ਸਮਝਣਾ। ਔਰ ਦੂਸਰੀ ਜਿਹੜੀ ਚੀਜ਼ ਸੀ, ਪਹਿਲੀ ਚੀਜ਼ ਕਿ ਉਹਨੇ ਜਿੱਦਾਂ ਦੱਸਿਆ ਦੂਜਿਆਂ ਦਾ ਇਲਾਜ ਕੀਤਾ, ਪਰ ਆਪਣੇ ਆਪ ਨੂੰ ਕਦੀ ਅੰਦਰ ਦੇਖਿਆ ਨਹੀਂ ਕਿ ਬਿਮਾਰੀ ਮੇਰੇ ਅੰਦਰ ਵੀ ਚੱਲ ਰਹੀ ਹੈ, ਬਿਮਾਰੀ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਜਦੋਂ ਲਾਸਟ ਸਟੇਜ ਤੇ ਪਹੁੰਚਿਆ ਉਦੋਂ ਪਤਾ ਲੱਗਾ ਆਪਣੀ ਬਿਮਾਰੀ ਦਾ। ਔਰ ਜਦੋਂ ਬਿਮਾਰੀ ਦਾ ਪਤਾ ਲੱਗਾ, ਕਿਉਂਕਿ ਆਪ ਸਪੈਸ਼ਲਿਸਟ ਡਾਕਟਰ ਸੀ, ਦੇਖਿਆ ਕਿ ਹੁਣ ਇਹਦਾ ਕੋਈ ਹੱਲ ਨਹੀਂ ਹੈ, ਹੁਣ ਬਚਣਾ ਮੁਸ਼ਕਿਲ ਹੈ। ਤਾਂ ਫਿਰ ਲਾਸਟ ਸਮੇਂ ਵਿੱਚ ਉਹਨੇ ਪਤਾ ਕੀ ਲਿਖਿਆ ਆਪਣੀ ਡਾਇਰੀ 'ਚ? ਉਹਨੇ ਕਿਹੜੀ ਗੱਲ ਕਹੀ ਆਪਣੀ ਵਾਈਫ ਨੇ, ਆਪਣੀ ਪਤਨੀ ਨੂੰ ਵੀ, ਔਰ ਇੰਟਰਵਿਊ ਦੇ ਵਿੱਚ ਵੀ ਕਹਿੰਦਾ, ਕਾਸ਼ ਅੱਜ ਮੈਂ ਪਛਤਾ ਰਿਹਾ ਹਾਂ, ਕਾਸ਼ ਮੈਨੂੰ ਪਤਾ ਲੱਗ ਜਾਂਦਾ। ਔਰ ਜਿਹੜੀ ਮੈਨੂੰ ਸਿਗਰਟ ਪੀਣ ਦੀ ਆਦਤ ਸੀ ਨਾ, ਕਿਉਂਕਿ ਇਹਨੂੰ ਸਿਗਰਟ ਪੀਣ ਦੀ ਆਦਤ ਸੀ, ਕਾਸ਼ ਮੈਨੂੰ 20 ਸਾਲ ਪਹਿਲਾਂ ਛੱਡ ਦਿੰਦਾ ਤਾਂ ਅੱਜ ਮੇਰੀ ਮੌਤ ਇੰਨੀ ਜਲਦੀ ਨਾ ਹੁੰਦੀ। ਡਾਕਟਰ ਦੀਆਂ ਦੋ ਗੱਲਾਂ। ਪਹਿਲੀ ਗੱਲ ਉਹ ਕਹਿੰਦਾ ਮੈਂ ਦੂਜਿਆਂ ਦੀ ਬਿਮਾਰੀ ਦਾ ਦੇਖਣ 'ਚ ਵਿਅਸਤ ਰਿਹਾ, ਆਪਰੇਸ਼ਨਾਂ 'ਚ ਲੱਗਾ ਰਿਹਾ, ਪਰ ਆਪਣੇ ਅੰਦਰ ਦੇਖਿਆ ਹੀ ਨਹੀਂ। ਔਰ ਦੂਸਰੀ ਗੱਲ ਜੋ ਡਾਕਟਰ ਨੇ ਕਹੀ ਕਿ ਕਾਸ਼ ਅੱਜ ਮੈਨੂੰ ਪਛਤਾਵਾ ਹੋ ਰਿਹਾ ਹੈ ਕਿ ਆ ਜਿਹੜੀ ਮੇਰੀ ਇੱਕ ਬੁਰੀ ਆਦਤ ਸੀ ਇਹਨੂੰ 20 ਸਾਲ ਪਹਿਲਾਂ ਕਿਉਂ ਨਹੀਂ ਛੱਡਿਆ। ਜੇ ਮੈਂ 20 ਸਾਲ ਪਹਿਲਾਂ ਇਹ ਆਦਤ ਛੱਡ ਦਿੰਦਾ ਤਾਂ ਅੱਜ ਇਹ ਪ੍ਰੋਬਲਮ ਮੈਨੂੰ ਨਾ ਆਉਂਦੀ। ਹੁਣ ਇਹ ਡਾਕਟਰ ਪੌਲ ਦੀ ਜ਼ਿੰਦਗੀ 'ਚ ਇਹ ਦੋ ਚੀਜ਼ਾਂ ਬੜੀਆਂ ਰੱਖਦੀਆਂ ਜੋ ਸਾਨੂੰ ਸਿੱਖਿਆ ਦਿੰਦੀਆਂ, ਜੋ ਸਾਨੂੰ ਗਿਆਨ ਦਿੰਦੀਆਂ ਹੈ। ਉਹ ਕਿਹੜੀ ਚੀਜ਼? ਪਹਿਲੀ ਚੀਜ਼ ਕਿ ਹਮੇਸ਼ਾ ਬੰਦਾ ਦੂਜਿਆਂ ਦੇ ਸੁਧਾਰ ਕਰਨ ਤਾਂ ਲੱਗਾ ਰਹਿੰਦਾ ਹੈ। ਆ ਦੂਜਾ ਜੀ ਇਦਾਂ ਹੈ, ਦੂਜਾ ਜੀ ਉਦਾਂ ਹੈ, ਦੂਜਾ ਝੂਠ ਬੋਲਦਾ ਹੈ, ਦੂਜਾ ਮਾੜਾ ਹੈ, ਦੂਜਾ ਇਹ ਹੈ, ਦੂਜਾ ਉਹ ਹੈ। ਔਰ ਇਹਦੇ ਵਾਰੀ ਤਾਂ ਬਾਬਾ ਫਰੀਦ ਬਹੁਤ ਸਾਲ ਪਹਿਲਾਂ ਕਹਿ ਗਏ ਸੀ ਕਿ ਫਰੀਦਾ ਜੇ ਤੂੰ ਅਕਲ ਲਤੀਫ ਹੈ, ਕਾਲੇ ਲਿਖਣਾ ਲੇਖ ਆਪ ਨੜੇ ਗਿਰਵਾਨ ਮੇ ਸਿਰ ਨੀਵਾ ਕਰ ਦੇਖ। ਅੱਜ ਅਸੀਂ ਦੂਜਿਆਂ ਦੀਆਂ ਕਮੀਆਂ ਕੱਢਣ ਤਾਂ ਲੱਗੇ ਰਹਿੰਦੇ ਆ, ਦੂਜਿਆਂ ਦਾ ਇਲਾਜ ਕਰਨ ਤਾਂ ਲੱਗੇ ਰਹਿੰਦੇ ਆ, ਪਰ ਆਪਣਾ ਇਲਾਜ ਅਸੀਂ ਕਰਦੇ ਨਹੀਂ। ਜਰਾ ਸੋਚੋ, ਅੱਜ ਇਹ ਸ਼ਰਾਬੀ ਹੈ, ਇਹ ਕਬਾਬੀ ਹੈ, ਇਹ ਬੁਰਾ ਹੈ, ਤਾਂ ਭਾਈ ਸ਼ਰਾਬ ਹੀ ਇਕੱਲਾ ਬੁਰਾਈ ਨਹੀਂ ਹੁੰਦੀ। ਜੇ ਤੂੰ ਕ੍ਰੋਧ ਕਰਦਾ, ਨਫ਼ਰਤ ਕਰਦਾ ਤਾਂ ਉਹ ਵੀ ਤੇਰੇ ਅੰਦਰ ਵੀ ਇੱਕ ਬੁਰਾਈ ਹੈ। ਜੇ ਤੂੰ ਨਿੰਦਿਆ ਕਰਦਾ, ਚੁਗਲੀ ਕਰਦਾ ਤਾਂ ਉਹ ਵੀ ਇੱਕ ਬੁਰਾਈ ਹੈ। ਹਮੇਸ਼ਾ ਬੰਦਾ ਬਾਹਰ ਦੀਆਂ ਚੀਜ਼ਾਂ ਤੋਂ ਪਕੜਦਾ ਹੈ, ਪਰ ਜਿਹੜੀਆਂ ਅੰਦਰਲੀਆਂ ਬੁਰਾਈਆਂ ਹਰ ਪਲ ਬੰਦੇ ਨੂੰ ਕੈਂਸਰ ਦੀ ਤਰ੍ਹਾਂ ਖਾ ਰਹੀਆਂ ਹੈ, ਉੱਧਰ ਬੰਦਾ ਧਿਆਨ ਨਹੀਂ ਦਿੰਦਾ। ਇਸ ਲਈ ਠੀਕ ਹੈ ਦੂਜੇ ਨੂੰ ਵੀ ਕਹਿਣਾ ਹੈ, ਦੂਜੇ ਦਾ ਇਲਾਜ ਵੀ ਕਰਨ ਦੀ ਕੋਸ਼ਿਸ਼ ਕਰਨੀ ਹੈ, ਪਰ ਸਭ ਤੋਂ ਪਹਿਲਾਂ ਆਪਣਾ ਚੈੱਕਅਪ ਕਰੀਏ ਕਿ ਮੈਂ ਠੀਕ ਹਾਂ ਅੰਦਰੋਂ, ਮੇਰੇ ਅੰਦਰ ਕੋਈ ਕਮੀ ਤਾਂ ਨਹੀਂ। ਅਗਰ ਮੇਰੇ ਅੰਦਰ ਕਮੀਆਂ ਹੈ ਤਾਂ ਪਹਿਲਾਂ ਮੈਂ ਉਹਨਾਂ ਕਮੀਆਂ ਦਾ ਸੁਧਾਰ ਕਰਾਂ। ਕਿਉਂਕਿ ਜਿਹਦਾ ਦੱਸਿਆ ਕਿ ਅੱਜ ਅਗਰ ਇਨਸਾਨ ਕੋਈ ਨਸ਼ਾ ਕਰਦਾ ਹੈ, ਕੁਝ ਬੁਰਾ ਕਰਦਾ ਹੈ, ਉਹਨੂੰ ਮਾੜੀ ਆਦਤ ਹੈ, ਤਾਂ ਜ਼ਰਾ ਦੇਖੋ ਅੱਜ ਦੀ ਮਾੜੀ ਆਦਤ ਆਉਣ ਵਾਲੇ ਸਮੇਂ ਦੇ ਵਾਸਤੇ ਏਦਾਂ ਹੀ ਬਿਮਾਰੀ ਦਾ ਰੂਪ ਲੈ ਕੇ ਸਾਹਮਣੇ ਆਏਗੀ। ਕਿਸੇ ਨੂੰ ਕੈਂਸਰ ਹੋਏਗਾ, ਕਿਸੇ ਨੂੰ ਟੀਵੀ ਹੋਏਗੀ, ਕਿਸੇ ਨੂੰ ਗੁਰਦਿਆਂ ਦੀ ਪ੍ਰੋਬਲਮ ਆ ਜਾਏਗੀ, ਕਿਸੇ ਨੂੰ ਕੋਈ ਪ੍ਰੋਬਲਮ ਆ ਜਾਏਗੀ। ਕਿਉਂਕਿ ਅੱਜ ਦੀਆਂ ਬੁਰੀਆਂ ਆਦਤਾਂ ਅੱਗੇ ਜਾ ਕੇ ਇਨਸਾਨ ਦੇ ਵਾਸਤੇ ਬਿਮਾਰੀ ਦਾ ਰੂਪ ਲੈ ਲੈਂਦੀਆਂ। ਤਾਂ ਅੱਜ ਦੀਆਂ ਅੱਛੀਆਂ ਆਦਤਾਂ, ਅਗਰ ਅੱਜ ਇਨਸਾਨ ਕੁਝ ਅੱਛਾ ਕਰਦਾ ਹੈ, ਅਗਰ ਅੱਜ ਇਨਸਾਨ ਅੱਛੇ ਵਿਚਾਰ ਸੋਚਦਾ ਹੈ, ਅੱਛੇ ਕਰਮ ਕਰਦਾ ਹੈ, ਤਾਂ ਆਉਣ ਵਾਲੇ ਸਮੇਂ 'ਚ ਅੱਜ ਕੀਤੀ ਹੋਈ ਅੱਛਾਈ ਇਨਸਾਨ ਦੇ ਜੀਵਨ ਨੂੰ ਅੱਛਾ ਬਣਾ ਦੇਗੀ, ਇਨਸਾਨ ਦੇ ਜੀਵਨ 'ਚ ਖੁਸ਼ੀਆਂ ਲੈ ਆਏਗੀ, ਇਨਸਾਨ ਦੇ ਜੀਵਨ 'ਚ ਤੰਦਰੁਸਤੀ ਲੈ ਆਏਗੀ। ਕਿਉਂਕਿ ਯਾਦ ਰੱਖੋ ਫਸਲ ਕਦੀ ਉਸੇ ਵੇਲੇ ਨਹੀਂ ਮਿਲਦੀ। ਫਸਲ ਅੱਜ ਬੋਂਦੇ ਆ ਨਾ, ਫਿਰ ਥੋੜਾ ਸਮਾਂ ਲੱਗਦਾ, ਘਰ ਉਹਦੇ ਨਾਲ ਹੀ ਭਰ ਜਾਂਦਾ ਹੈ।
ਹੁਣ ਜਰਾ ਸੋਚੋ, ਇੱਕ ਗੱਲ ਦਾ ਜਵਾਬ ਦੇਣਾ ਕਿ ਤੁਸੀਂ ਇੱਕ ਕਿਸਾਨ ਦੇ ਘਰ ਦੇ ਮੋਹਰ ਦੀ ਜਾਂਦੇ ਹੋ, ਤੁਸੀਂ ਦੇਖਦੇ ਹੋ ਕਿ ਕਿਸਾਨ ਦਾ ਗੋਦਾਮ ਗੇਹੂੰ ਦੇ ਨਾਲ ਭਰਿਆ ਹੈ, ਕਣਕ ਨਾਲ ਭਰਿਆ ਹੈ, ਤਾਂ ਉਹ ਦੇਖ ਕੇ ਕੀ ਸਮਝ ਆਉਂਦੀ ਹੈ ਕਿ ਇਹਨਾਂ ਗੇਹੂੰ ਦੀ ਫਸਲ ਬੀਜੀ ਸੀ, ਇਸ ਲਈ ਇਹਦਾ ਗੋਦਾਮ ਗੇਹੂੰ ਨਾਲ ਭਰਿਆ ਹੈ। ਜੇ ਕਿਸੇ ਦਾ ਮੱਕੀ ਨਾਲ ਭਰਿਆ ਤਾਂ ਇਹਦਾ ਮਤਲਬ ਮੱਕੀ ਦੀ ਫਸਲ ਬੀਜੀ ਸੀ, ਅੱਜ ਮੱਕੀ ਨਾਲ ਭਰਿਆ ਹੋਇਆ ਹੈ। ਇਸੇ ਤਰ੍ਹਾਂ ਇਨਸਾਨ ਨੂੰ ਦੇਖ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਅਗਰ ਇਹਦੇ ਕਰਕੇ ਹੈ ਤੇ ਇਹਦਾ ਮਤਲਬ ਇਹੀ ਕੰਮ ਇਹਨਾਂ ਕੀਤਾ ਸੀ, ਉਹੀ ਚੀਜ਼ ਅੱਜ ਦੇ ਘਰ। ਅੱਜ ਤੁਹਾਡੇ ਜੀਵਨ 'ਚ ਕੀ ਹੈ? ਅਗਰ ਤੁਹਾਡੇ ਜੀਵਨ 'ਚ ਦੁੱਖ ਹੈ ਤੇ ਇਹਦਾ ਮਤਲਬ ਕੀ ਹੈ? ਫਿਰ ਤੁਸੀਂ ਕਿਤੇ ਨਾ ਕਿਤੇ ਬੀਜ ਉਹ ਬੋਇਆ, ਤਾਂ ਹੀ ਤਾਂ ਦੁੱਖਾਂ ਦਾ ਫਲ ਮਿਲਿਆ ਹੈ। ਅਗਰ ਅੱਜ ਤੁਸੀਂ ਚਾਹੁੰਦੇ ਹੋ ਕਿ ਹੁਣ ਪਿੱਛੇ ਤਾਂ ਦੁੱਖ ਭੋਗ ਲਏ, ਪਿੱਛੇ ਤਾਂ ਮੈਂ ਜ਼ਿੰਦਗੀ ਨੂੰ ਦੁੱਖਾਂ ਨਾਲ ਭਰ ਲਿਆ, ਪਰ ਹੁਣ ਮੈਂ ਅੱਗੇ ਚਾਹੁੰਦਾ ਹਾਂ ਕਿ ਮੇਰੇ ਜੀਵਨ 'ਚ ਬਦਲਾਅ ਆਵੇ, ਮੇਰੇ ਜੀਵਨ 'ਚ ਖੁਸ਼ੀਆਂ ਆਣ, ਤਾਂ ਫਿਰ ਹੁਣ ਅੱਜ ਤੋਂ ਇਹ ਜੜ ਨੂੰ ਚੇਂਜ ਕਰਨਾ ਪੈਣਾ ਸਾਨੂੰ, ਆਪਣੀ ਕਰਨੀ ਨੂੰ, ਆਪਣੀਆਂ ਆਦਤਾਂ ਨੂੰ ਬਦਲਣਾ ਪੈਣਾ। ਉਹ ਸਮਝਦੇ ਹੋ ਕਿ ਇਸ ਲਈ ਹੁਣ ਕੁਝ ਸਟੈਪ ਦੱਸਣ ਲੱਗੀ ਆ ਤੁਹਾਨੂੰ, ਕੁਝ ਸਟੈਪ। ਫਿਰ ਟਾਈਮ ਕਾਫੀ ਹੋ ਗਿਆ, ਸਤਸੰਗ ਦੀ ਸਮਾਪਤੀ ਵੀ ਕਰਨੀ ਹੈ। ਕਿ ਇੱਥੇ 3 ਸਟੈਪ ਅਸੀਂ ਦੱਸਣੇ ਆ ਤੁਹਾਨੂੰ। ਜਿੱਦਾਂ ਦੱਸਿਆ ਨਾ ਸਵਾਮੀ ਵਿਵੇਕਾਨੰਦ ਜੀ ਨੇ ਕਿਹਾ ਕਿ ਅਗਰ ਫਲ ਚੇਂਜ ਕਰਨਾ ਚਾਹੁੰਦੇ ਹੋ ਤਾਂ ਜੜ੍ਹਾਂ ਨੂੰ ਬਦਲੋ, ਜੜ ਬਦਲਦਿਆਂ ਹੀ ਫਲ ਆਪਣੇ ਆਪ ਹੀ ਬਦਲਨੇ ਸ਼ੁਰੂ ਹੋ ਜਾਣਗੇ। ਅਗਰ ਤੁਸੀਂ ਵੀ ਜੀਵਨ 'ਚ ਅੱਜ ਆਪਣੇ ਜੀਵਨ 'ਚ ਦੁੱਖਾਂ ਨੂੰ ਲੈ ਕੇ ਬੈਠੇ ਹੋ, ਪਰੇਸ਼ਾਨੀਆਂ ਨੂੰ ਲੈ ਕੇ ਬੈਠੇ ਹੋ, ਚਾਹੁੰਦੇ ਹੋ ਮੇਰੇ ਜੀਵਨ 'ਚ ਖੁਸ਼ੀਆਂ ਆਣ, ਮੇਰੇ ਜੀਵਨ 'ਚ ਆਨੰਦ ਆਵੇ, ਤਾਂ ਅਸੀਂ ਕੋਸ਼ਿਸ਼ ਕਰਨੀ ਹੈ ਕਿ ਆਪਣੀ ਕਰਨੀ ਨੂੰ ਬਦਲੀਏ। ਔਰ ਸਭ ਤੋਂ ਪਹਿਲੀ ਗੱਲ ਯਾਦ ਰੱਖਣੀ ਹੈ, ਤੇ ਦੁਆਰਾ ਸੰਤ ਪਲਟੂ ਦਾਸ ਜੀ ਦਾ ਬਚਨ ਸਮਝਾਵਾਂਗੇ ਕਿ ਸਭ ਘਟ ਤੇਰਾ ਨੂਰ ਵਿਰਾਜੇ, ਕਹੀਂ ਚਮਨ ਕਹੀਂ ਗੁਲ ਕਹੀਂ ਮਾਲੀ, ਪਲਟੂ ਸਾਹਿਬ ਜੁਦਾ ਨਹੀਂ ਹੈ, ਮਹਿੰਦੀ ਕੇ ਪਾਤ ਛੁਪੀ ਜੂ ਲਾਡੀ। ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਚੀਜ਼ ਤੇ ਅਸੀਂ ਯਕੀਨ ਕਰਨਾ ਆ ਕਿ ਉਹ ਪ੍ਰਮਾਤਮਾ ਰੂਪੀ ਪਰਮਾਨੰਦ ਮੇਰੇ ਕਿੱਥੇ ਹੈ? ਅੰਦਰ ਬੈਠਾ। ਪਹਿਲੀ ਗੱਲ ਤਾਂ ਬਿਲੀਵ ਕਰਨਾ, ਯਕੀਨ ਕਰਨਾ ਹੈ ਕਿ ਆਪਣੇ ਅੰਦਰ ਪ੍ਰਮਾਤਮਾ ਦੀ ਸ਼ਕਤੀ ਨੂੰ ਮਹਿਸੂਸ ਕਰਨਾ ਹੈ, ਆਪਣੇ ਅੰਦਰ ਪ੍ਰਮਾਤਮਾ ਦੀ ਤਾਕਤ ਨੂੰ ਮਹਿਸੂਸ ਕਰਨਾ ਹੈ। ਔਰ ਜਦੋਂ ਇਨਸਾਨ ਆਪਣੇ ਆਪ ਨੂੰ ਕਮਜ਼ੋਰ ਹੀ ਸਮਝੀ ਜਾਏਗਾ, ਆਪਣੇ ਆਪ ਨੂੰ ਇਹੀ ਕਹੇਗਾ ਮੈਂ ਬੜਾ ਕਮਜ਼ੋਰ, ਮੈਂ ਨਹੀਂ ਕੁਝ ਕਰ ਸਕਦਾ, ਮੇਰੇ ਹੱਥ 'ਚ ਕੋਈ ਤਾਕਤ ਨਹੀਂ ਹੈ, ਮੇਰੇ ਹੱਥ 'ਚ ਕੋਈ ਹਿੰਮਤ ਨਹੀਂ ਹੈ, ਮੇਰੀ ਤੇ ਕੰਮ ਕਰਨ ਦੀ ਸ਼ਕਤੀ ਨਹੀਂ ਹੈ, ਤਾਂ ਸਮਝ ਲਓ ਅਸੀਂ ਇੰਨਾ ਆਪਣੇ ਆਪ ਨੂੰ ਕਮਜ਼ੋਰ ਸਮਝ ਲਿਆ ਕਿ ਆਪਣੇ ਅੰਦਰ ਬੈਠੀ ਪ੍ਰਮਾਤਮਾ ਦੀ ਪਰਮ ਸ਼ਕਤੀ ਨੂੰ ਅਸੀਂ ਅਣਦੇਖਾ ਕਰ ਦਿੱਤਾ। ਫਿਰ ਅਸੀਂ ਦੀਵਾਰ ਨੂੰ ਤਾਂ ਦੇਖ ਰਹੇ ਹਾਂ, ਉਹ ਪ੍ਰਭੂ ਦੀ ਸ਼ਕਤੀ ਰੂਪੀ ਮਿਠਾਸ ਨੂੰ ਦੇਖਣਾ ਭੁੱਲ ਗਏ। ਇਸ ਲਈ ਸਭ ਤੋਂ ਪਹਿਲਾਂ ਆਪਣੇ ਅੰਦਰ ਯਾਦ ਕਰੋ ਕਿ ਮੇਰੇ ਅੰਦਰ ਹੀ ਪਰਮ ਸ਼ਕਤੀਸ਼ਾਲੀ ਪਰਮਾਤਮਾ ਹੈ। ਔਰ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਤੁਸੀਂ ਕਦੀ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਮਝਣਾ। ਕੀ ਨਹੀਂ ਸਮਝਣਾ? ਕਦੀ ਕਮਜ਼ੋਰ ਨਹੀਂ ਸਮਝਣਾ। ਜਦੋਂ ਅੰਦਰੋਂ ਲੱਗੇ ਕਿ ਮੈਂ ਕਮਜ਼ੋਰ, ਤਾਂ ਨਾਲ ਹੀ ਯਾਦ ਕਰੋ ਕਿ ਮੈਨੂੰ ਬਣਾਉਣ ਵਾਲਾ, ਮੈਨੂੰ ਪੈਦਾ ਕਰਨ ਵਾਲਾ, ਮੈਨੂੰ ਚਲਾਉਣ ਵਾਲਾ ਪਰਮ ਸ਼ਕਤੀਸ਼ਾਲੀ ਪਰਮਾਤਮਾ ਹੈ। ਜੇ ਉਹ ਸ਼ਕਤੀਸ਼ਾਲੀ ਹੈ ਤਾਂ ਉਹਦੀ ਬਣਾਈ ਹੋਈ ਕੋਈ ਚੀਜ਼ ਕਮਜ਼ੋਰ ਕਦੀ ਹੋ ਹੀ ਨਹੀਂ ਸਕਦੀ। ਫਿਰ ਮੈਂ ਕਿੱਦਾਂ ਕਮਜ਼ੋਰ? ਇਸ ਲਈ ਤੁਸੀਂ ਗ੍ਰੇਟ ਹੋ। ਗ੍ਰੇਟ ਦਾ ਮਤਲਬ ਹੁੰਦਾ ਤੁਸੀਂ ਮਹਾਨ ਹੋ, ਕਿਉਂਕਿ ਤੁਹਾਨੂੰ ਇੱਕ ਮਹਾਨ ਬਾਪ ਨੇ ਪੈਦਾ ਕੀਤਾ ਹੈ, ਜਨਮ ਦਿੱਤਾ। ਸਮਝਦੇ ਹੋ ਕਿ ਨਹੀਂ? ਹੁਣ ਤੁਸੀਂ ਦੇਖਦੇ ਹੋ, ਬੰਦਾ ਕਹਿੰਦਾ ਪ੍ਰਾਈਮ ਮਿਨਿਸਟਰ ਦੀ ਔਲਾਦ ਹੈ, ਜਾਂ ਬੰਦਾ ਕਹਿੰਦਾ ਫਲਾਣੇ ਹੀਰੋ ਦੀ ਔਲਾਦ ਹੈ। ਭਾਈ ਸਮਝਦੇ ਹੋ ਕਿ ਨਹੀਂ? ਤਾਂ ਹੁਣ ਅਸੀਂ ਉਹਨੂੰ ਕਰਦੇ ਹਾਂ ਕਿ ਲੈ ਵੀ ਹੀਰੋ ਦੀ ਔਲਾਦ ਕਿੱਦਾਂ ਹੈ, ਇਹ ਪ੍ਰਾਈਮ ਮਿਨਿਸਟਰ ਦੀ ਔਲਾਦ ਕਿੱਦਾਂ ਹੈ। ਤਾਂ ਆਪਣੇ ਆਪ ਨੂੰ ਸੋਚੋ ਕਿ ਅਸੀਂ ਤਾਂ ਪਰਮ ਸ਼ਕਤੀਸ਼ਾਲੀ ਪਰਮਾਤਮਾ ਦੇ ਬੱਚੇ ਆ। ਫਿਰ ਆਪਣੀ ਮਹਾਨਤਾ ਬਾਰੇ ਸੋਚੋ ਜ਼ਰਾ ਕਿ ਸਾਡੀ ਮਹਾਨਤਾ ਕੀ ਹੋਏਗੀ। ਜ਼ਰਾ ਜਵਾਬ ਦੇਣਾ ਸਾਨੂੰ, ਸੋਚ ਕੇ ਦੇਖੋ ਆਪਣੇ ਆਪ। ਪਰ ਇਨਸਾਨ ਦੀ ਕਮਜ਼ੋਰੀ ਕੀ ਹੈ? ਇਸੇ ਲਈ ਤਾਂ ਸਵਾਮੀ ਵਿਵੇਕਾਨੰਦ ਜੀ ਨੇ ਕਿਹਾ ਹੈ, ਜ਼ਰਾ ਗੌਰ ਕਰਨਾ। ਉਹ ਕਹਿੰਦੇ ਹੈ, ਕੀ ਕਹਿੰਦੇ ਹੈ ਕਿ ਕਰਜ਼ ਇਜ਼ ਲਾਈਫ, ਕਰਜ਼ ਇਜ਼ ਲਾਈਫ, ਫੀਅਰ ਇਜ਼ ਡੈਥ। ਕਹਿੰਦੇ ਨਾ ਸਾਹਸ ਹੈ ਨਾ, ਇਹੀ ਜੀਵਨ ਹੈ, ਤਾਂ ਜਿਹੜਾ ਡਰ ਹੈ ਇਹ ਮ੍ਰਿਤਿੂ ਹੈ। ਕਿ ਜਦੋਂ ਅਸੀਂ ਅੰਦਰੋਂ ਡਰੇ ਰਹਿੰਦੇ ਆ ਤਾਂ ਫਿਰ ਅਸੀਂ ਜੀਵਨ ਦਾ ਪੂਰਾ ਆਨੰਦ ਲੈ ਹੀ ਨਹੀਂ ਪਾਉਂਦੇ, ਫਿਰ ਜ਼ਿੰਦਗੀ ਦਾ ਮਜ਼ਾ ਲੈ ਹੀ ਨਹੀਂ ਪਾਉਂਦੇ। ਫਿਰ ਤਾਂ ਅਸੀਂ ਕਹਿੰਦੇ ਆ ਨਾ, ਜੋ ਡਰ ਗਿਆ ਸਮਝੋ ਮਰ ਗਿਆ। ਫਿਰ ਤਾਂ ਮਰ ਗਏ ਅਸੀਂ। ਸਮਝਣਾ ਜਰਾ ਸਾਰਿਆਂ। ਅਸੀਂ ਨਾ ਪਿੱਛੇ ਮਨਾਲੀ ਗਏ, ਮਨਾਲੀ 'ਚ ਇੱਕ ਉੱਪਰੋਂ ਨਾ ਪੈਰਾਸ਼ੂਟ ਲੈ ਕੇ ਛਾਲ ਮਾਰਦੇ ਆ ਥੱਲੇ, ਉਹਨੂੰ ਕਹਿੰਦੇ ਪੈਰਾਗਲਾਈਡਿੰਗ। ਸ਼ਾਇਦ ਤੁਸੀਂ ਵੀ ਕਦੀ ਦੇਖੀ ਹੋਵੇ। ਪਹਾੜ ਤੇ ਲੈ ਜਾਣਾ, ਏਦਾਂ ਪੈਰਾਸ਼ੂਟ ਬੰਦ ਦੇਣੀ, ਉਹ ਤੋਂ ਪਹਾੜ ਤੋਂ ਛਾਲ ਮਰਵਾਉਣੀ, ਫਿਰ ਪੈਰਾਸ਼ੂਟ ਦੇ ਜ਼ਰੀਏ ਬੰਦਾ ਥੱਲੇ ਆਉਂਦਾ ਹੈ। ਤਾਂ ਹੁਣ ਜਦੋਂ ਪੈਰਾਗਲਾਈਡਿੰਗ ਕਰਨ ਗਏ, ਉੱਥੇ ਨਾ ਇੱਕ ਨੌਜਵਾਨ ਸੀ ਮੁੰਡਾ, ਉਹਦੀ ਉਮਰ 18-19 ਸਾਲ ਦੀ ਹੋਣੀ। ਉਹਦਾ ਡੈਡੀ ਕਹਿੰਦੇ ਚੱਲ ਬੇਟਾ ਚੱਲ। ਮੈਂ ਨਹੀਂ, ਮੈਨੂੰ ਡਰ ਲੱਗਦਾ ਹੈ। ਜਰਾ ਸਮਝਣਾ ਸਾਰਿਆਂ।
ਮੈਂ ਨਹੀਂ ਜਿਹੜਾ ਮੈਨੂੰ ਡਰ ਲੱਗਦਾ ਹੈ। ਪਰ ਜਦੋਂ ਅਸੀਂ ਕੀਤੀ, ਬਾਕੀਆਂ ਨੇ ਕੀਤੀ, ਬੜਾ ਆਨੰਦ ਆਇਆ ਸੀ ਕਿ ਕਮਾਲ ਦੀ ਗੱਲ ਹੈ। ਜੇ ਅਸੀਂ ਵੀ ਡਰ ਜਾਂਦੇ ਤਾਂ ਆਨੰਦ ਲੈ ਹੀ ਨਹੀਂ ਪਾਣਾ ਸੀ। ਉਹ ਬੱਚਾ ਕਿੱਦਾਂ ਦਾ ਹੈ ਕਿ ਇੰਨੇ ਆਨੰਦ ਵਾਲੀ ਚੀਜ਼ ਹੈ ਤੇ ਖਤਰਾ ਤਾਂ ਕੋਈ ਹੈ ਹੀ ਨਹੀਂ, ਪਰ ਫਿਰ ਵੀ ਉਹਦੇ ਨਾਲ ਡਰ ਹੈ। ਹੁਣ ਉਹ ਡਰ ਗਿਆ ਤਾਂ ਇਸ ਚੀਜ਼ ਦਾ ਆਨੰਦ ਲੈਣਾ ਰਹਿ ਗਿਆ। ਇਸ ਚੀਜ਼ ਦੇ ਨਾਲ ਤੋਂ ਕਿੱਥੇ ਆਨੰਦ ਲੈ ਸਕਦਾ ਸੀ, ਕਿੱਥੇ ਉਹ ਸਵਾਦ ਲੈ ਸਕਦਾ ਸੀ ਇਸ ਮਜ਼ੇ ਦਾ, ਪਰ ਕਿੱਥੇ ਉਹ ਰਹਿ ਗਿਆ। ਜਰਾ ਸਮਝਣਾ, ਦੱਸਣਾ ਕੀ ਚਾਹੁੰਦੇ ਆ ਕਿ ਇਨਸਾਨ ਦੇ ਜੀਵਨ ਵਿੱਚ ਇਦਾਂ ਦੇ ਬਹੁਤ ਮੌਕੇ ਹੁੰਦੇ ਆ ਕਿ ਅਗਰ ਅਸੀਂ ਨਿਡਰ ਹੋ ਜਾਈਏ, ਥੋੜਾ ਸਾਹਸ ਨੂੰ ਪੈਦਾ ਕਰ ਲਈਏ ਤੇ ਅਸੀਂ ਆਪਣੇ ਜੀਵਨ ਦਾ ਆਨੰਦ ਲੈ ਸਕਦੇ ਹਾਂ। ਹੁਣ ਫਰਜ਼ ਕਰੋ ਕਿਸੇ ਨੂੰ ਕੋ ਭਾਈ ਮੋਟਰਸਾਈਕਲ ਕਦੀ ਚਲਾਇਆ ਨਹੀਂ, ਮੈਨੂੰ ਬੜਾ ਡਰ ਲੱਗਦਾ ਮੋਟਰਸਾਈਕਲ ਤੋਂ, ਮੈਨੂੰ ਬੜਾ ਡਰ ਲੱਗਦਾ ਗੱਡੀ ਤੋਂ, ਮੈਂ ਨਹੀਂ ਚਲਾ ਸਕਦਾ। ਤਾਂ ਹੁਣ ਜਰਾ ਸੋਚੋ, ਜਿਹੜੇ ਗੱਡੀ ਚਲਾਉਂਦੇ ਆ ਉਹ ਚਲਾਉਣ ਦਾ ਕਿੰਨਾ ਫਾਇਦਾ ਹੈ, ਕਿੰਨਾ ਮਜ਼ਾ ਹੈ। ਮਜ਼ੇ ਦਾ ਮਤਲਬ ਏਦਾਂ ਇੱਥੇ ਬਹਿੰਦੇ ਆ, ਰੇਸ ਦਿੰਦੇ ਆ, ਸ਼ਹਿਰ ਪਹੁੰਚ ਜਾਂਦੇ ਆ। ਤਾਂ ਜਿਹਨੂੰ ਚਲਾਣੀ ਨਹੀਂ ਆਉਂਦੀ, ਹਾਲਾਂਕਿ ਗੱਡੀ 'ਚ ਕੋਈ ਖਤਰਾ ਨਹੀਂ ਹੈ, ਸਮਝਦੇ ਹੋ ਕਿ ਨਹੀਂ, ਪਰ ਜਿਹੜਾ ਡਰ ਰਿਹਾ ਹੈ ਕਿ ਮੈਂ ਇਹ ਕਰ ਨਹੀਂ ਸਕਦਾ, ਮੇਰੇ ਤੋਂ ਨਹੀਂ ਇਹ ਹੋਣਾ, ਉਹ ਕਦੀ ਸਿੱਖਣ ਦੀ ਕੋਸ਼ਿਸ਼ ਵੀ ਨਹੀਂ ਕਰੇਗਾ। ਔਰ ਜੋ ਗੱਡੀ ਦਾ ਮਜ਼ਾ ਹੈ, ਆਨੰਦ ਹੈ, ਉਹ ਵੀ ਕਦੀ ਉਹ ਲੈ ਹੀ ਨਹੀਂ ਪਾਏਗਾ। ਸੋ ਇਹ ਦੱਸਣਾ ਕੀ ਚਾਹੁੰਦੇ ਆ ਕਿ ਜਦੋਂ ਅਸੀਂ ਡਰ ਜਾਂਦੇ ਆ ਨਾ, ਤਾਂ ਸਮਝ ਲਓ ਡਰ ਮ੍ਰਿਤੂ ਦੇ ਸਮਾਨ ਹੈ। ਇਹ ਸਾਨੂੰ ਖੁਸ਼ੀ ਦੇ ਨਾਲ ਜੋ ਜੀਵਨ ਦੇ ਵਿੱਚ ਖੁਸ਼ੀਆਂ ਲੈ ਸਕਦੇ ਆ, ਆਨੰਦ ਲੈ ਸਕਦੇ ਆ, ਇਹ ਡਰ ਸਾਨੂੰ ਉਹਦਾ ਮਜ਼ਾ ਲੈਣ ਨਹੀਂ ਦਿੰਦਾ। ਤਾਂ ਹੀ ਤਾਂ ਕਹਾਵਤ ਬਣੀ ਹੈ ਕਿ ਡਰ ਕੇ ਆਗੇ ਜੀਤ, ਜਾਂ ਜੋ ਡਰ ਗਿਆ ਸਮਝੋ। ਇਸ ਲਈ ਸਵਾਮੀ ਵਿਵੇਕਾਨੰਦ ਨੇ ਵੀ ਕਹਿਤਾ ਕਿ ਸਾਹਸ ਹੀ ਜੀਵਨ ਹੈ। ਹੁਣ ਜਿੰਨੇ ਜੀਵ ਇੱਥੇ ਬੈਠੇ ਆ ਨਾ, ਅਗਰ ਤੁਸੀਂ ਬਿਮਾਰੀਆਂ ਤੋਂ ਡਰੇ ਹੋਏ ਹੋ ਤਾਂ ਸਮਝੋ ਮਰੇ ਹੋਏ ਹੋ, ਸਮਝਦੇ ਹੋ ਕਿ ਨਹੀਂ। ਅਗਰ ਤੁਹਾਡੇ ਜੀਵਨ 'ਚ ਕੋਈ ਪਰੇਸ਼ਾਨੀ ਹੈ, ਕੋਈ ਤਕਲੀਫ ਹੈ, ਕੋਈ ਦੁੱਖ ਹੈ, ਅਗਰ ਤੁਸੀਂ ਡਰੇ ਹੋਏ ਹੋ ਤਾਂ ਸਮਝੋ ਜਿਹੜਾ ਤੁਸੀਂ 10 ਸਾਲ ਬਾਅਦ ਮਰਨਾ ਨਾ, ਅੱਜ ਹੀ ਮਰੇ ਹੋ, ਕਿਉਂਕਿ ਡਰ ਹੀ ਤਾਂ ਮ੍ਰਿਤੂ ਹੈ। ਡਰਨ ਵਾਲਾ ਬੰਦਾ ਕਦੀ ਖੁੱਲ ਕੇ ਜੀ ਨਹੀਂ ਪਾਉਂਦਾ। ਪਰ ਅਸੀਂ ਇਹ ਵੀ ਕਹਾਂਗੇ ਕਿ ਪਰਮਾਤਮਾ ਨੇ ਸਮਝ ਵੀ ਦਿੱਤੀ ਹੈ, ਸਮਝ ਕੀ ਦਿੱਤੀ ਹੈ ਕਿ ਅਸੀਂ ਬਿਜਲੀ ਨੂੰ ਹੱਥ ਨਹੀਂ ਲਾਣਾ। ਬੰਦਾ ਮੈਂ ਨਹੀਂ ਡਰਦਾ, ਮੈਂ ਜਾ ਕੇ ਬਿਜਲੀ ਦੇ ਪਲੱਗ ਜੁੰਗਲੀ ਪਾ ਦੇਣਾ, ਉਹ ਮੂਰਖਤਾ ਹੈ। ਮੈਂ ਨਹੀਂ ਡਰਦਾ ਅੱਗ ਤੋਂ, ਮੈਂ ਅੱਗ ਦੇ ਵਿੱਚ ਹੱਥ ਮਾਰਾਂ ਕਿਉਂਕਿ ਮੈਂ ਬੜਾ ਸਾਹਸੀ ਹਾਂ, ਉਹ ਮੂਰਖਤਾ ਹੈ ਜਦੋਂ ਹੱਥ ਕੱਢਣਾ ਹੈ। ਸੋ ਸਮਝ ਦਾ ਮਤਲਬ ਕੀ ਹੈ ਕਿ ਮੈਂ ਦੁੱਖਾਂ ਤੋਂ, ਬਿਮਾਰੀਆਂ ਤੋਂ, ਤਕਲੀਫਾਂ ਤੋਂ, ਟੈਨਸ਼ਨਾਂ ਤੋਂ ਨਹੀਂ ਡਰਨਾ। ਅਗਰ ਟੈਨਸ਼ਨ ਆਈ ਹੈ, ਤਕਲੀਫ ਆਈ ਹੈ, ਦੁੱਖ ਆਈ ਹੈ, ਬਿਮਾਰੀ ਆਈ ਹੈ, ਤਾਂ ਜੇ ਮੈਂ ਡਰ ਗਿਆ ਤਾਂ ਬਿਮਾਰੀ ਮੇਰੇ ਤੇ ਹਾਵੀ ਹੋ ਜਾਏਗਾ। ਕਦੀ ਤੁਸੀਂ ਦੇਖਣਾ ਕੁੱਤਾ ਸਾਹਮਣੇ ਖੜਾ ਹੋਵੇ ਨਾ, ਭੌਂਕਦਾ ਹੋਵੇ, ਜੇ ਤੁਸੀਂ ਡਰ ਜਾਵੋ ਕੁੱਤਾ ਦੌੜਦਾ ਅੱਗੇ, ਪਰ ਜਿੱਦੇ ਤੁਸੀਂ ਡੰਡਾ ਚੱਕ ਕੇ ਐਵੇਂ ਕਰਦੇ ਹੋ ਕੁੱਤਾ ਪਿੱਛੇ ਦੌੜਦਾ। ਹੁਣ ਉੱਥੇ ਸਾਹਸ ਦੀ ਲੋੜ ਹੈ ਕਿ ਮੈਂ ਵੀ ਪਰੇਸ਼ਾਨੀਆਂ, ਚਿੰਤਾਵਾਂ, ਦੁੱਖਾਂ ਦੇ ਕੁੱਤੇ ਬਿੱਲਿਆਂ ਤੋਂ ਡਰਨਾ ਨਹੀਂ ਹੈ, ਮੈਂ ਸਾਹਸ ਰੱਖਣਾ ਹੈ। ਇਸ ਲਈ ਕਰੋ ਸਾਹਸ, ਇਹੀ ਲਾਈਫ ਹੈ, ਇਹੀ ਜ਼ਿੰਦਗੀ ਹੈ। ਤਾਂ ਫੀਅਰ ਇਜ਼, ਬੋਲਦੇ ਹੋ, ਡੈਥ, ਯਾਨੀ ਡਰ ਹੀ ਮ੍ਰਿਤੂ ਹੈ, ਮੌਤ ਹੈ। ਹੁਣ ਤੁਸੀਂ ਆਪਣੀ ਬਿਮਾਰੀ ਡਰਨਾ ਨਹੀਂ ਹੈ, ਬਲਕਿ ਵਿਸ਼ਵਾਸ ਰੱਖਣਾ ਹੈ ਕਿ ਜੇ ਬਿਮਾਰੀ ਆਈ ਹੈ ਤਾਂ ਮੇਰਾ ਮਾਲਿਕ ਚਾਵੇ, ਉਹਦੀ ਰਹਿਮਤ ਹੋਵੇ ਤਾਂ ਹਰ ਮੁਸ਼ਕਿਲ ਦਾ ਹੱਲ ਹੋ ਸਕਦਾ ਹੈ। ਜੇ ਮੇਰੇ ਜੀਵਨ ਵਿੱਚ ਪਰੇਸ਼ਾਨੀ ਆਈ ਹੈ ਤਾਂ ਹਰ ਮੁਸ਼ਕਿਲ ਦਾ ਹੱਲ ਹੋ ਸਕਦਾ ਹੈ, ਕਿਉਂਕਿ ਹਰ ਮੁਸ਼ਕਿਲ ਦਾ ਹੱਲ ਹੁੰਦਾ ਹੈ। ਔਰ ਹੁੰਦਾ ਉਹਨਾਂ ਵਾਸਤੇ ਹੈ ਜਿਹੜੇ ਸਾਹਸ ਰੱਖਦੇ, ਜਿਹੜੇ ਡਰ ਕੇ ਘਰ ਹੀ ਬੈਠ ਜਾਂਦੇ ਹੈ ਜਾਂ ਡਰ ਕੇ ਆਪਣੇ ਆਪ ਨੂੰ ਕੁਝ ਕਰ ਲੈਂਦੇ ਹੈ, ਫਿਰ ਉਹ ਕਦੀ ਵੀ ਉਹ ਖੁਸ਼ੀਆਂ ਦੀ ਮੰਜ਼ਿਲ ਤੱਕ ਪਹੁੰਚ ਹੀ ਨਹੀਂ ਪਾਉਂਦੇ ਜਿਹੜੀ ਤੱਕ ਉਹ ਪਹੁੰਚ ਸਕਦੇ ਸੀ। ਸਮਝਣਾ, ਇਸ ਲਈ ਚੇਂਜ ਕਰਨਾ ਆਪਣੇ ਅੰਦਰਲੀ ਸੋਚ ਨੂੰ, ਚੇਂਜ ਕਰਨਾ ਆਪਣੇ ਅੰਦਰਲੇ ਵਿਚਾਰਾਂ ਨੂੰ। ਡਰਨਾ ਨਹੀਂ ਹੈ, ਕੀ ਪੈਦਾ ਕਰਨਾ ਹੈ? ਸਾਹਸ। ਸਮਝਦੇ ਹੋ ਕਿ ਇਸ ਲਈ ਅਗਰ ਤੁਹਾਡੇ ਅੰਦਰ ਕੋਈ ਡਰ ਹੈ ਤਾਂ ਦੱਸੋ ਕਿ ਮੈਨੂੰ ਆਹ ਚੀਜ਼ ਦਾ ਡਰ ਹੈ। ਉਹ ਸਮਝਦੇ ਹੋ ਕਿ ਆਪਣੇ ਆਪ ਨੂੰ ਪੁੱਛੋ ਮੈਨੂੰ ਕਿਹੜੀ ਚੀਜ਼ ਦਾ ਡਰ ਹੈ। ਚਾਹੇ ਉਹ ਕੰਮ ਨੂੰ ਲੈ ਕੇ ਹੈ, ਚਾਹੇ ਉਹ ਕਿਸੇ ਬਿਜ਼ਨਸ ਨੂੰ ਲੈ ਕੇ ਹੈ, ਚਾਹੇ ਕਿਸੇ ਟੈਸਟ ਨੂੰ ਲੈ ਕੇ ਹੈ, ਕਿਸੇ ਇੰਟਰਵਿਊ ਨੂੰ ਲੈ ਕੇ ਹੈ, ਕਿਸੇ ਵੀ ਚੀਜ਼ ਨੂੰ ਲੈ ਕੇ ਹੈ, ਤਾਂ ਫਿਰ ਸੋਚੋ ਕਿ ਅਗਰ ਮੈਂ ਇੱਦਾਂ ਹੀ ਡਰਦਾ ਰਿਹਾ ਤਾਂ ਕੀ ਮੈਨੂੰ ਕਾਮਯਾਬੀ ਮਿਲੇਗੀ, ਜਾਂ ਮੈਂ ਆਪਣੇ ਮਾਲਿਕ ਤੇ ਵਿਸ਼ਵਾਸ ਰੱਖ ਕੇ ਮਿਹਨਤ ਕਰਨੀ ਸ਼ੁਰੂ ਕਰਾਂ, ਕਦਮ ਅੱਗੇ ਵਧਾਵਾਂ, ਕੋਸ਼ਿਸ਼ ਕਰਾਂ। ਤਾਂ ਯਾਦ ਰੱਖਣਾ ਕਿ ਕੋਸ਼ਿਸ਼ ਕਰਨੇ ਵਾਲੋਂ की कभी ਬੰਦੇ ਦੀ ਕਦੀ ਹਾਰ ਹੁੰਦੀ ਨਹੀਂ ਜਿਹੜਾ ਕੋਸ਼ਿਸ਼ ਕਰਦਾ। ਸਮਝਦੇ ਹੋ ਕਿ ਨਹੀਂ? ਇਸ ਲਈ ਕਹਿੰਦੇ ਸਾਹਸ ਹੀ ਜੀਵਨ ਹੈ ਕਿ ਜਦੋਂ ਤੇਰੇ ਅੰਦਰ ਸਾਹਸ ਆ ਜਾਂਦਾ ਹੈ ਕਿ ਮੈਂ ਇਸ ਮੁਸ਼ਕਿਲ ਦਾ ਸਾਹਮਣਾ ਕਰਨ ਨੂੰ ਤਿਆਰ ਹਾਂ, ਮੈਂ ਇਸ ਪਰੇਸ਼ਾਨੀ ਨਾਲ ਲੜਨ ਨੂੰ ਤਿਆਰ ਹਾਂ, ਤਾਂ ਕਹਿੰਦੇ ਫਿਰ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ। ਬੋਲੋ, ਸਮਝਦੇ ਹੋ? ਔਰ ਇਹ ਵੀ ਗੱਲ ਯਾਦ ਰੱਖਣਾ ਕਿ ਤੁਸੀਂ ਇੱਕ ਬੀਜ ਨੂੰ ਤੁਸੀਂ ਜ਼ਮੀਨ ਦੇ ਵਿੱਚ ਬੋ ਦਿੰਦੇ ਹੋ, ਉੱਪਰ ਕਿੰਨੀਆਂ ਮੁੱਠਾਂ ਮਿੱਟੀ ਪਾ ਦਿੰਦੇ ਹੋ, ਔਰ ਉੱਪਰੋਂ ਥੱਪੜ ਵੀ ਦਿੰਦੇ ਹੋ ਏਦਾਂ ਲੰਬੀ ਦੇ ਨਾਲ, ਔਰ ਫਿਰ ਉੱਪਰ ਪਾਣੀ ਵੀ ਪਾ ਦਿੰਦੇ ਹੋ। ਹੁਣ ਇੱਕ ਛੋਟਾ ਜਿਹਾ ਬੀਜ ਉਹ ਮਨ 'ਚ ਸੋਚੇ ਕਿ ਲੈ ਵੀ ਕਮਾਲ ਦੀ ਗੱਲ ਹੈ, ਇੰਨੇ ਮਣ ਮਿੱਟੀ ਮੇਰੇ ਤੇ ਪਾ ਦਿੱਤੀ ਹੈ, ਉੱਪਰੋਂ ਥੱਪੜ ਵੀ ਦਿੱਤਾ, ਮੈਂ ਤਾਂ ਮਰ ਗਿਆ, ਮੈਂ ਤਾਂ ਗਿਆ,
ਕਹਿੰਦਾ ਹੁਣ ਗੌਰ ਕਰਨਾ, ਫਿਰ ਤਾਂ ਬੀਜ ਖਤਮ ਹੀ ਹੋ ਗਿਆ, ਪਰ ਇੱਕ ਛੋਟਾ ਜਿਹਾ ਬੀਜ ਜਦੋਂ ਜ਼ਮੀਨ 'ਚ ਜਾਂਦਾ ਹੈ ਨਾ ਤਾਂ ਮਿੱਟੀ ਵੀ ਪਾ ਦਿੱਤੀ ਜਾਂਦੀ ਹੈ, ਥੱਪੜ ਵੀ ਦਿੱਤਾ ਜਾਂਦਾ, ਪਾਣੀ ਵੀ ਦਿੱਤਾ ਜਾਂਦਾ ਹੈ, ਪਰ ਉਹ ਛੋਟਾ ਜਿਹਾ ਬੀਜ ਪਤਾ ਕੀ ਕਹਿੰਦਾ ਹੈ, ਪਾਲਾ ਜਿੰਨੀ ਮਿੱਟੀ ਪਾਣੀ ਹੈ, ਥਾਪੜ ਲਾ ਜਿੰਨਾ ਮੈਨੂੰ ਉੱਪਰੋਂ ਥਾਪੜਨਾ ਹੈ, ਪਰ ਮੇਰੇ ਅੰਦਰੋਂ ਸਾਹਸ ਹੈ, ਰੱਬ ਦੀ ਰਹਿਮਤ ਹੈ, ਇਹ ਮਿੱਟੀ ਨੂੰ ਚੀਰਦਾ ਹੋਇਆ ਆਸਮਾਨ ਦੀਆਂ ਬੁਲੰਦੀਆਂ ਤੱਕ ਪਹੁੰਚੂ ਮੈਂ, ਔਰ ਫਿਰ ਉਹ ਪੇੜ ਬਣ ਕੇ ਨਿਕਲਦਾ ਕਿ ਨਹੀਂ। ਛੋਟਾ ਜਿਹਾ ਬੀਜ ਉਹਦੇ ਜੋ ਅੰਕੁਰ ਉੱਠਦਾ ਹੈ, ਕਿੱਦਾਂ ਮਿੱਟੀ ਨੂੰ ਚੀਰਦਾ 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 ਉਹ ਸੂਰਜ ਦੀ ਤਰਫ, ਉਚਾਈਆਂ ਦੀ ਤਰਫ ਵੱਧਦਾ ਹੈ। ਛੋਟਾ ਜਿਹਾ ਬੀਜ ਹਾਰ ਨਹੀਂ ਮੰਨਦਾ ਇੰਨੀਆਂ ਮਿੱਟੀਆਂ ਪਾਉਣ ਦੇ ਬਾਵਜੂਦ, ਇੰਨੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ, ਹਾਲਾਂਕਿ ਉਹ ਮਿੱਟੀ ਪਾਣੀ ਵਾਲੇ ਫਾਇਦੇ ਵਾਸਤੇ ਹੀ ਸੀ, ਕਿਉਂਕਿ ਜੇ ਉਹਨੂੰ ਬਾਹਰ ਰੱਖ ਦਿੱਤਾ ਜਾਂਦਾ ਤਾਂ ਕਦੀ ਬੀਜ ਤੋਂ ਬ੍ਰਿਕਸ਼ ਬਣਦਾ ਹੀ ਨਹੀਂ। ਇਸ ਲਈ ਜੇ ਉਹਦੇ ਉੱਪਰ ਮਿੱਟੀ ਪਾਈ ਗਈ ਹੈ, ਯਾਨੀ ਉਹਦੇ ਅੰਦਰ ਜੇ ਚੁਣੌਤੀ ਰੱਖੀ ਗਈ ਹੈ, ਤਾਂ ਚੁਣੌਤੀ ਨੂੰ ਪਾਰ ਕਰਨ ਦੀ ਖਾਤਰ ਹੀ ਉਹਨੂੰ ਬੀਜ ਤੋਂ ਬ੍ਰਿਕਸ਼ ਬਣਨਾ ਪਿਆ। ਇਸੇ ਤਰ੍ਹਾਂ ਤੁਸੀਂ ਵੀ ਇੱਕ ਬੀਜ ਹੋ, ਅਗਰ ਕੁਦਰਤ ਪ੍ਰਮਾਤਮਾ ਤੁਹਾਡੇ 'ਚ ਚੁਣੌਤੀਆਂ ਰੱਖਦਾ ਹੈ, ਮੁਸ਼ਕਿਲਾਂ ਦੀ ਮਿੱਟੀ ਵਿੱਚ ਦਬਾਅ ਦਿੰਦਾ ਹੈ ਤੁਹਾਨੂੰ, ਬੰਦਾ ਕਹਿੰਦਾ ਮੇਰੇ ਤੇ ਦੁੱਖਾਂ ਦਾ ਦਬਾਅ ਬੜਾ ਹੈ, ਮੇਰੇ ਤੇ ਪਰੇਸ਼ਾਨੀਆਂ ਦਾ ਦਬਾਅ ਬਹੁਤ ਹੈ, ਪ੍ਰੈਸ਼ਰ ਬਹੁਤ ਹੈ, ਤਾਂ ਯਾਦ ਰੱਖੋ ਕੋਇਲੇ ਤੋਂ ਵੀ ਹੀਰਾ ਉਦੋਂ ਹੀ ਪ੍ਰਗਟ ਹੁੰਦਾ ਜਦੋਂ ਉਹਨੂੰ ਪ੍ਰੈਸ਼ਰ 'ਚ ਗੁਜ਼ਰਨਾ ਪੈਂਦਾ ਹੈ। ਕਹਿੰਦੇ ਕੋਲਾ ਜਦੋਂ ਕਿੰਨੇ % ਪ੍ਰੈਸ਼ਰ ਦੇ ਵਿੱਚ ਆਉਂਦਾ ਨਾ, ਫਿਰ ਉਹਦੇ ਕੋਲ ਹੀਰਾ ਪ੍ਰਗਟ ਹੁੰਦਾ ਹੈ। ਸਮਝਣਾ ਜਰਾ, ਇਹ ਸਾਇੰਸ ਦੇਖਿਓ ਜਰਾ ਕੋਇਲੇ ਔਰ ਹੀਰੇ ਬਾਰੇ, ਕਿ ਕੋਇਲੇ ਚੋਂ ਹੀਰਾ ਐਵੇਂ ਨਹੀਂ ਨਿਕਲ ਆਉਂਦਾ। ਇਹ ਘਰ ਤੁਸੀਂ ਹੀਰਾ ਲਿਆ, ਕੋਲਾ ਲਿਆ ਕੇ ਰੱਖ ਦਿੱਤਾ ਔਰ ਇੰਤਜ਼ਾਰ ਕਰੋ ਹੁਣ ਹੀਰਾ ਬਣ ਜਾਣਾ, ਹੀਰਾ ਬਣ ਜਾਣਾ, ਹੀਰਾ ਬਣਨਾ, ਇਦਾਂ ਨਹੀਂ ਬਣਨਾ ਹੋਣਾ। ਜਿਹੜੀਆਂ ਖਾਨਾਂ ਚੋਂ ਹੀਰੇ ਨਿਕਲਦੇ ਆ ਨਾ, ਉਹ ਕਹਿੰਦੇ ਹੀਰਾ ਕੋਇਲੇ ਦੇ ਅੰਦਰ ਹੀ ਹੁੰਦਾ ਹੈ, ਪਰ ਕਿੰਨਾ ਵਜਨ ਉੱਤੇ ਪੈਂਦਾ ਹੈ, ਫਿਰ ਜਾ ਕੇ ਪ੍ਰੈਸ਼ਰ ਰਾਈਜ਼ ਹੁੰਦਾ ਹੈ, ਤਾਂ ਫਿਰ ਜਾ ਕੇ ਕੋਇਲੇ ਅੰਦਰੋਂ ਹੀਰਾ ਬਣਦਾ ਹੈ। ਇਸੇ ਤਰ੍ਹਾਂ ਕੁਦਰਤ ਦੇ ਤੁਹਾਡੇ ਤੇ ਵੀ ਪ੍ਰੈਸ਼ਰ ਪਾਉਂਦੀ ਹੈ ਨਾ, ਮੁਸ਼ਕਿਲਾਂ ਦਾ, ਪਰੇਸ਼ਾਨੀਆਂ ਦਾ, ਤਾਂ ਕਈ ਹੁੰਦੇ ਐ ਜਿਹੜੇ ਹਿੰਮਤ ਹਾਰ ਕੇ ਬਹਿ ਜਾਂਦੇ ਐ, ਪਰ ਕਈ ਕਹਿੰਦੇ ਆ ਜੇ ਕੁਦਰਤ ਨੇ ਪ੍ਰੈਸ਼ਰ ਪਾਇਆ ਤੇ ਇਹਦਾ ਮਤਲਬ ਹੈ ਕੁਦਰਤ ਸਾਨੂੰ ਕੋਇਲੇ ਤੋਂ ਹੀਰਾ ਬਣਾਉਣਾ ਚਾਹੁੰਦੀ ਹੈ। ਜੇ ਸਾਡੇ ਤੇ ਪ੍ਰੈਸ਼ਰ ਵੱਧਦਾ ਹੈ, ਪਰੇਸ਼ਾਨੀਆਂ ਆਉਂਦੀਆਂ ਹੈ, ਤਕਲੀਫਾਂ, ਦੁੱਖ ਆਉਂਦੇ, ਤੇ ਇਹਦਾ ਮਤਲਬ ਕੀ ਹੈ, ਕੁਦਰਤ ਸਾਨੂੰ ਬੀਜ ਤੋਂ ਬ੍ਰਿਕਸ਼ ਬਣਾਉਣਾ ਚਾਹੁੰਦੀ ਹੈ, ਕਿਉਂਕਿ ਬ੍ਰਿਕਸ਼ ਉਹੀ ਬਣਦਾ ਜਿਹੜਾ ਆਪਣੇ ਮਾਲਕ ਤੇ ਯਕੀਨ ਰੱਖਦਾ ਹੈ ਕਿ ਠੀਕ ਹੈ ਇਸ ਵੇਲੇ ਮੇਰੇ ਚਾਰੋਂ ਤਰਫ ਪਰੇਸ਼ਾਨੀਆਂ ਹੈ, ਪਰ ਇੱਕ ਉੱਪਰ ਸ਼ਕਤੀ ਬੈਠੀ ਹੈ, ਉਹਦੀ ਤਰਫ ਮੈਂ ਧਿਆਨ ਦੇਣਾ ਹੈ, ਤਾਂ ਹੀ ਪੌਦਾ ਉੱਪਰ ਨੂੰ ਜਾਂਦਾ ਹੈ, ਜਾਂਦਾ ਕਿ ਨਹੀਂ। ਇਸੇ ਤਰ੍ਹਾਂ ਅਸੀਂ ਵੀ ਆਪਣੀ ਨਜ਼ਰ ਨੂੰ ਉੱਪਰ ਰੱਖਣਾ ਹੈ, ਆਪਣੇ ਸਾਹਸ ਨੂੰ ਵਧਾਉਣਾ ਹੈ, ਉੱਪਰ ਨੂੰ ਲੈ ਕੇ ਜਾਣਾ ਹੈ ਕਿ ਪਰੇਸ਼ਾਨੀਆਂ ਇੱਥੇ ਹੈ ਤਾਂ ਮੇਰੇ ਮਾਲਕ ਦੀ ਰਹਿਮਤ ਇੱਥੇ ਹੈ, ਮੈਂ ਉਹਦੇ ਵੱਲ ਧਿਆਨ ਰੱਖਣਾ ਹੈ। ਜਦੋਂ ਉਹਦੇ ਵੱਲ ਧਿਆਨ ਰੱਖਦਾ ਤਾਂ ਪ੍ਰਮਾਤਮਾ ਆਪੇ ਸਾਨੂੰ ਹਰ ਮੁਸ਼ਕਿਲ ਚੋਂ ਕੱਢਣਾ ਸ਼ੁਰੂ ਕਰ ਦਿੰਦਾ। ਉਹ ਸਮਝਦੇ ਹੋ? ਇਸ ਲਈ ਦੁੱਖਾਂ ਦੀ ਤਰਫ ਨਾ ਦੇਖੋ, ਇੱਟਾਂ ਰੋੜਿਆਂ ਦੀ ਤਰਫ ਨਾ ਦੇਖੋ, ਉਹ ਮਿੱਠੇ ਰਸ ਦੀ ਤਰਫ ਦੇਖੋ, ਉਹ ਪ੍ਰਮਾਤਮਾ ਦੇ ਨਾਮ ਦੀ ਤਰਫ ਦੇਖੋ, ਉਹ ਆਨੰਦ ਦੀ ਤਰਫ ਦੇਖੋ, ਕਿਉਂਕਿ ਉਹਦੀ ਰਹਿਮਤ ਤੁਹਾਨੂੰ ਵਾਜਾਂ ਮਾਰ ਰਹੀ ਹੈ। ਉਹ ਸਮਝਦੇ ਹੋ ਕਿ ਨਹੀਂ? ਇਸ ਲਈ ਆਪਣੇ ਅੰਦਰ ਸਾਹਸ ਪੈਦਾ ਕਰੋ ਕਿ ਜੇ ਮੇਰੇ ਜੀਵਨ 'ਚ ਪਰੇਸ਼ਾਨੀ ਆਈ ਤਾਂ ਪਹਿਲਾਂ ਸ਼ੁਕਰ ਕਰੋ, ਸ਼ੁਕਰ ਹੈ ਪ੍ਰਮਾਤਮਾ ਇਹ ਦੁੱਖ ਤੂੰ ਭੇਜਿਆ ਹੈ ਮੈਨੂੰ ਬੀਜ ਤੋਂ ਬ੍ਰਿਕਸ਼ ਬਣਾਉਣ ਦੀ ਖਾਤਰ, ਕਿਉਂਕਿ ਜਿੱਦਾਂ ਦੱਸਿਆ ਬੀਜ ਤੇ ਮਿੱਟੀ ਪੈਂਦੀ ਹੈ ਤਾਂ ਫੇਰ ਹੀ ਪੇੜ ਬਾਹਰ ਆਉਂਦਾ ਹੈ। ਇਹ ਦੁੱਖ ਤੂੰ, ਇਹ ਪਰੇਸ਼ਾਨੀਆਂ ਮੈਨੂੰ ਭੇਜੀਆਂ ਕੋਇਲੇ ਤੋਂ ਹੀਰਾ ਬਣਾਉਣ ਦੀ ਖਾਤਰ, ਕਿਉਂਕਿ ਕੋਇਲੇ ਤੇ ਪ੍ਰੈਸ਼ਰ ਪੈਂਦਾ ਤਾਂ ਫੇਰ ਹੀ ਉਹਦੇ ਅੰਦਰੋਂ ਹੀਰਾ ਪ੍ਰਗਟ ਹੁੰਦਾ ਹੈ। ਇਸ ਲਈ ਸ਼ੁਕਰ ਕਰੋ ਹਰ ਹਾਲਤ ਵਿੱਚ ਪ੍ਰਮਾਤਮਾ ਦਾ, ਔਰ ਉਹਦੇ ਨਾਲ ਨਾਲ ਸਾਹਸ, ਵਿਸ਼ਵਾਸ ਰੱਖੋ ਕਿ ਮੇਰੇ ਅੰਦਰ ਹਿੰਮਤ ਵੀ ਹੈ, ਕੋਈ ਦੁੱਖ ਮੈਨੂੰ ਤੋੜ ਨਹੀਂ ਸਕਦਾ, ਬਲਕਿ ਮੇਰਾ ਸਾਹਸ ਇੰਨਾ ਹੈ, ਵਿਸ਼ਵਾਸ ਇੰਨਾ ਕਿ ਮੈਂ ਦੁੱਖਾਂ ਨੂੰ ਤੋੜ ਦਊਂ। ਬੋਲੋ ਸਮਝਦੇ ਹੋ? ਕਹਿੰਦੇ ਨੇ ਇੱਕ ਡਾਂਗ ਆਈ, ਕੋਈ ਲਾਠੀ ਲੈ ਕੇ ਆਵੇ, ਕੋਈ ਆ ਕੇ ਬਾਹ ਤੇ ਤੁਹਾਡੀ ਮਾਰੇ, ਤੁਹਾਡੀ ਬਾਹ ਟੁੱਟ ਜਾਵੇ, ਤਾਂ ਬੰਦਾ ਕਹਿੰਦਾ ਲਾਠੀ ਮਜ਼ਬੂਤ ਸੀ, ਬਾਹ ਕਮਜ਼ੋਰ ਸੀ। ਪਰ ਹੁਣ ਏਦਾਂ ਹੋਵੇ ਕਿ ਕੋਈ ਲਾਠੀ ਲੈ ਕੇ ਆਵੇ, ਤੁਹਾਡੇ ਮਾਰੇ, ਉਹਦੀ ਲਾਠੀ ਟੁੱਟ ਜਾਵੇ, ਤੁਹਾਡੀ ਬਾਹ ਨੂੰ ਕੁਛ ਨਾ ਹੋਵੇ, ਤਾਂ ਫੇਰ ਬੰਦਾ ਕੀ ਕਹਿੰਦਾ ਹੈ, ਇਹਦੀ ਬਾਹ ਤਾਂ ਬੜੀ ਸਟਰੋਂਗ ਹੈ, ਮਜ਼ਬੂਤ ਹੈ, ਭਾਈ ਲਾਠੀ ਤੋੜ ਦਿੱਤੀ, ਇਹਦਾ ਕੁਝ ਨਹੀਂ ਵਿਗੜਿਆ। ਹੁਣ ਏਦਾਂ ਹੀ ਦੁੱਖਾਂ ਦੀ ਲਾਠੀ ਤੁਹਾਡੇ ਵੱਲ ਆਵੇ ਤਾਂ ਤੁਸੀਂ ਇੰਨੇ ਕਮਜ਼ੋਰ ਵੀ ਹੋ ਸਕਦੇ ਹੋ, ਛੋਟੀ ਤਾਂ ਜਾਂ ਫਿਰ ਤੁਸੀਂ ਆਪਣੇ ਆਪ ਨੂੰ ਇੰਨਾ ਸਟਰੋਂਗ ਬਣਾ ਸਕਦੇ ਹੋ ਆਪਣੇ ਮਾਲਿਕ ਦੇ ਪ੍ਰੇਮ ਨਾਲ, ਵਿਸ਼ਵਾਸ ਨਾਲ ਕਿ ਆਈ ਦੁੱਖਾਂ ਦੀ ਲਾਠੀ ਵੱਜੀ, ਤੁਸੀਂ ਫੇਰ ਹੱਸਦੇ ਹੋ ਕੀ ਹੋਇਆ, ਲਾਠੀ ਦਾ ਰਿਹਾ ਕੁਛ ਨਾ ਤਾਂ ਤੁਹਾਡਾ ਗਿਆ ਕੁਛ ਨਾ। ਇਹਨੂੰ ਕਹਿੰਦੇ ਸ਼ਕਤੀ, ਇਹਨੂੰ ਕਹਿੰਦੇ ਵਿਸ਼ਵਾਸ। ਇਸ ਲਈ ਕਹਿ ਦਿਓ ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਔਰ ਅੱਜ ਤੋਂ ਡਰਨਾ ਨਹੀਂ ਹੈ। ਸਮਝਦੇ ਹੋ ਕਿ ਨਹੀਂ? ਕਿਉਂਕਿ ਕਰਜ਼ ਇਜ਼ ਲਾਈਫ, ਫੀਅਰ ਇਜ਼ ਡੈਥ। ਡਰ ਮ੍ਰਿਤੂ ਦੇ ਸਮਾਨ ਹੈ, ਇਸ ਲਈ ਮੈਂ ਜੀਣਾ ਹੈ, ਕਿਉਂਕਿ ਮੈਨੂੰ ਮੇਰੇ ਮਾਲਿਕ ਨੇ ਜ਼ਿੰਦਗੀ ਦਿੱਤੀ ਹੈ, ਤਾਂ ਮੈਂ ਜ਼ਿੰਦਗੀ ਨੂੰ ਸਾਹਸ ਔਰ ਵਿਸ਼ਵਾਸ ਨਾਲ ਜੀਣਾ ਹੈ ਕਿ ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ। ਤਾਂ ਜਦ ਉਹ ਨਾਲ ਹੈ ਤਾਂ ਫਿਰ ਡਰ ਕਾਹਦਾ ਰਹਿ ਗਿਆ? ਸੋਚੋ ਜ਼ਰਾ।
ਫਿਰ ਡਰ ਰਹਿ ਗਿਆ ਕੋਈ? ਅੱਛਾ, ਇੱਕ ਗੱਲ ਦਾ ਜਵਾਬ ਦੇਣਾ, ਜਿਨ੍ਹਾਂ ਨੂੰ ਰੱਬ ਤੇ ਯਕੀਨ ਹੈ, ਆਪਣੇ ਚਾਹੇ ਵਾਹਿਗੁਰੂ ਕਹਿ ਕੇ ਯਾਦ ਕਰੀਏ, ਅੱਲਾ ਕਹਿ ਕੇ, ਈਸ਼ਵਰ ਕਹਿ ਕੇ, ਜੋ ਨਾਮ ਉਹਦੇ ਅਨੇਕਾਂ ਹੀ ਹੈ, ਪਰ ਜਿਹਨੂੰ ਵੀ ਉਹ ਆਪਣੇ ਮਾਲਿਕ ਤੇ ਪ੍ਰਮਾਤਮਾ ਤੇ ਯਕੀਨ ਹੈ, ਹੱਥ ਖੜਾ ਕਰੋ। ਜਿਹਨੂੰ ਵੀ ਲੱਗਦਾ ਮੈਨੂੰ ਆਪਣੇ ਰੱਬ ਹੈ ਨਾ, ਸਾਰਿਆਂ ਨੂੰ ਹੁਣ ਇੱਕ ਗੱਲ ਦਾ ਜਵਾਬ ਦੇਣਾ, ਹੈ ਨਾ? ਰੱਬ ਹੈ? ਮੰਨਦੇ ਹੋ ਕਿ ਹੈ? ਤਾਂ ਫਿਰ ਹੁਣ ਇੱਕ ਗੱਲ ਦਾ ਜਵਾਬ ਦਿਓ ਕਿ ਸਰਵ ਸ਼ਕਤੀਸ਼ਾਲੀ ਕੌਣ ਹੈ? ਪ੍ਰਮਾਤਮਾ ਹੈ ਨਾ। ਤਾਂ ਫਿਰ ਹੁਣ ਤੁਹਾਡੇ ਜੀਵਨ 'ਚ ਦੁੱਖ ਹੈ ਤਾਂ ਦੁੱਖ ਬੜਾ ਜਾਂ ਰੱਬ ਬੜਾ? ਜਵਾਬ ਦਿਓ ਸਰ। ਇਹਨੂੰ ਇਦਾਂ ਪੁੱਛ ਲਈ ਕਿ ਇੱਕ ਪਾਸੇ ਅਸੀਂ ਨਾ ਇੱਕ ਚਪੜਾਸੀ ਖੜਾ ਕਰ ਲਈਏ ਸਕੂਲ ਦਾ, ਕਿਉਂਕਿ ਸਕੂਲ 'ਚ ਬੈਠੇ ਇੱਕ ਸਕੂਲ ਦਾ ਚਪੜਾਸੀ ਖੜਾ ਕਰ ਲਈ, ਗੇਟ ਦੇ ਉੱਪਰ ਖੜਾ ਹੁੰਦਾ ਹੈ, ਬੱਚਿਆਂ ਨੂੰ ਘੰਟੀ ਗੁੰਡੀ ਮਾਰਨ ਹੋਵੇ, ਛੁੱਟੀ ਹੋ ਗਈ ਆ ਜਾਓ, ਇੱਕ ਪਾਸੇ ਉਹ ਖੜਾ ਹੋਵੇ ਤਾਂ ਦੂਜੇ ਪਾਸੇ ਅਸੀਂ ਆਪਣੇ ਇੰਡੀਆ ਦਾ ਰਾਸ਼ਟਰਪਤੀ ਖੜਾ ਕਰ ਲਈਏ। ਰਾਸ਼ਟਰਪਤੀ ਯਾਨੀ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਖੜਾ ਕਰ ਲਈ। ਉਦਾਹਰਨ ਦੇ ਰਹੇ ਸਮਝਾਉਣ ਨੂੰ। ਹੁਣ ਕੌਣ ਬੜਾ ਹੈ? ਇਹ ਚਪੜਾਸੀ ਬੜਾ ਹੈ ਜਾਂ ਉਹ ਪ੍ਰੈਜ਼ੀਡੈਂਟ ਬੜਾ ਹੈ, ਰਾਸ਼ਟਰਪਤੀ ਹੈ? ਜਵਾਬ ਦਿਓ ਸਰ। ਪੱਕੀ ਗੱਲ ਨਾ? ਹੁਣ ਪਤਾ ਤੁਹਾਨੂੰ ਰਾਸ਼ਟਰਪਤੀ ਬੜਾ, ਪਰ ਡਰੀ ਤੁਸੀਂ ਚਪੜਾਸੀ ਵਜਾਉਂਦੇ ਹੋ। ਹਾਏ ਚਪੜਾਸੀ ਕਿਤੇ ਮੇਰਾ ਕੁਝ ਵਿਗਾੜ ਨਾ ਦੇਵੇ, ਹਾਏ ਚਪੜਾਸੀ ਮੈਨੂੰ ਢਾਹ ਨਾ ਲਵੇ, ਹਾਏ ਚਪੜਾਸੀ ਮੈਨੂੰ ਬਰਬਾਦ ਨਾ ਕਰ ਦੇਵੇ। ਤਾਂ ਦੇਖਣਾ ਕਿਹੜਾ ਕਮਾਲ ਹੈ, ਤੇਰੇ ਨਾਲ ਰਾਸ਼ਟਰਪਤੀ ਖੜਾ ਯਾਰ, ਤੂੰ ਚਪੜਾਸੀ ਸਕੂਲ ਦੇ ਚਪੜਾਸੀ ਨੂੰ ਡਰ ਲੱਗਾ? ਸਕੂਲ ਦੇ ਚਪੜਾਸੀ ਤੋਂ ਨਿਆਣੇ ਨਹੀਂ ਡਰਦੇ, ਬੱਚੇ ਨਹੀਂ ਡਰਦੇ, ਉਧਰ ਉਧਰ ਘੁੰਮਦੇ ਚਪੜਾਸੀ ਤੋਂ। ਬੈਠੋ ਬੈਠੋ, ਬੱਚੇ ਕਹਿੰਦੇ ਕਰ ਲਾ ਜੋ ਕਰਨਾ, ਬੱਚੇ ਨਹੀਂ ਮੰਨਦੇ ਉਹਦੀ, ਤਾਂ ਤੁਸੀਂ ਡਰਨ ਲੱਗੇ ਹੋ। ਜਰਾ ਸੋਚੋ, ਸੋਚੋ, ਸਮਝੋ ਇਸ ਨੂੰ। ਇਦਾਂ ਹੀ ਤੁਹਾਡੇ ਜੀਵਨ ਦੀਆਂ ਪਰੇਸ਼ਾਨੀਆਂ, ਤੁਹਾਡੇ ਜੀਵਨ ਦੇ ਦੁੱਖ ਵੀ ਚਪੜਾਸੀ ਦੀ ਤਰ੍ਹਾਂ ਹੈ, ਔਰ ਉਹ ਪ੍ਰਮਾਤਮਾ ਸਾਰੇ ਬ੍ਰਹਿਮੰਡ ਦਾ ਪ੍ਰੈਜ਼ੀਡੈਂਟ ਹੈ, ਉਹ ਸਾਰੀ ਬ੍ਰਹਿਮੰਡ ਦਾ ਰਾਸ਼ਟਰਪਤੀ ਹੈ। ਉਹ ਸਮਝਦੇ ਹੋ ਕਿ ਨਹੀਂ? ਜਾਂ ਉਹਨੂੰ ਕਹਿ ਲਈਏ ਕਿ ਪੂਰੇ ਬ੍ਰਹਿਮੰਡ ਦਾ ਪਿਤਾ ਹੋ, ਸਭ ਨੂੰ ਪੈਦਾ ਕਰਨ ਵਾਲਾ। ਉਹ ਐਡੀ ਪਰਮ ਸ਼ਕਤੀ ਤੁਹਾਡੇ ਨਾਲ ਹੋਵੇ ਤਾਂ ਤੁਸੀਂ ਡਰੀ ਮਾਰੀਆਂ ਮਾਰੀਆਂ ਪਰੇਸ਼ਾਨੀਆਂ ਹੋ ਜਾਣ। ਸਮਝਦੇ ਹੋ ਕਿ ਨਹੀਂ? ਹੁਣ ਇੱਕ ਇਨਸਾਨ ਬੜਾ ਬੋਡੀ ਬਿਲਡਰ ਹੈ, ਬੜਾ ਬੋਡੀ ਬਿਲਡਰ, ਚੰਗਾ ਉਹਦਾ ਨਾਮ ਹੈ, ਪਰ ਇੱਕ ਮੱਛਰ ਆ ਕੇ ਡਰ ਗਿਆ, ਡਰੀ ਜਾਂਦਾ, ਮੱਛਰ ਆ ਗਿਆ ਖਾ ਲੇਗਾ ਖਾ ਲੇਗਾ ਖਾ ਲੇਗਾ। ਕਹਿੰਦਾ ਕਾਹਦੀ ਤੇਰੀ ਬੋਡੀ ਦਾ ਫਾਇਦਾ ਭਾਈ, ਕਾਹਦਾ ਬੋਡੀ ਬਿਲਡਿੰਗ, ਮੱਛਰ ਤੋਂ ਡਰੀ ਜਾਂਦਾ, ਕਾਹਦੀ ਤੇਰੀ ਤਾਕਤ ਹੈ? ਤੂੰ ਆਪਣੀ ਸ਼ਕਤੀ ਤੇ ਵਿਸ਼ਵਾਸ ਕਰ ਕਿ ਜਿਹੜੇ ਹਿਸਾਬ ਨਾਲ ਤੇਰੀ ਸ਼ਕਤੀ ਹੈ, ਤੂੰ ਤਾਂ ਇੱਥੇ 10 ਪਹਿਲਵਾਨਾਂ ਨੂੰ ਇਕੱਠੇ ਖਤਮ ਕਰ ਦੇਵੇਂ, 10 ਨੂੰ ਇਕੱਠੇ ਹਰਾ ਦੇਵੇਂ, ਤੂੰ ਮੱਛਰ ਤੋਂ ਡਰੀ ਜਾਂਦਾ ਹੈ। ਅੱਜ ਉਹੀ ਹਾਲਤ ਇਨਸਾਨ ਦੀ ਹੈ ਕਿ ਸਰਵ ਸ਼ਕਤੀਸ਼ਾਲੀ ਪਰਮਾਤਮਾ ਦੇ ਅੰਦਰ ਬੈਠਾ ਤੇ ਇਨਸਾਨ ਮੱਖੀਆਂ ਮੱਛਰਾਂ ਰੂਪੀ ਬਿਮਾਰੀਆਂ ਤੋਂ ਡਰੀ ਜਾਂਦਾ ਹੈ। ਇਸ ਲਈ ਕਹਿ ਦਿਓ, ਅੱਜ ਤੋਂ ਮੈਂ ਡਰਨਾ ਨਹੀਂ, ਅੱਜ ਤੋਂ ਮੈਂ ਕਿਉਂਕਿ ਉਹਨੂੰ ਨਿਰਭਉ ਕਿਹਾ ਗਿਆ ਹੈ ਪਰਮਾਤਮਾ ਨੂੰ। ਤਾਂ ਜੇ ਉਹ ਨਿਰਭਉ ਹੈ ਤਾਂ ਅਸੀਂ ਵੀ ਉੱਪਰ ਹੀ ਬਣੇ ਆ ਸਾਰੇ, ਉਹਦਾ ਨੂਰ ਹੈ ਸਾਡੇ ਅੰਦਰ। ਉਹ ਹੋਵਾਂਗੇ ਤਾਂ ਫੇਰ ਹੀ ਜ਼ਿੰਦਗੀ ਦਾ ਪੂਰਾ ਆਨੰਦ ਅਸੀਂ ਲੈ ਪਾਵਾਂਗੇ। ਕਿਉਂਕਿ ਬੰਦਾ ਕਹਿੰਦਾ ਪਰਮਾਤਮਾ ਨਿਰਭਉ ਹੈ, ਉਹ ਠੀਕ ਹੈ, ਉਹ ਤਾਂ ਹੈ। ਤੂੰ ਕਦੋਂ ਬਣੇਗਾ? ਤੂੰ ਕਦੋਂ ਬਣੇਗਾ ਨਿਰਭਉ? ਤੂੰ ਕਦੋਂ ਯਕੀਨ ਕਰਨਾ ਸਿੱਖੇਗਾ ਆਪਣੇ ਰੱਬ ਤੇ ਕਿ ਮੈਂ ਕਿਉਂ ਡਰਾਂ ਜਦ ਮੇਰਾ ਮਾਲਿਕ ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਡਰ ਦੂਰ, ਮੇਰੇ ਸਾਰੇ ਡਰ ਦੂਰ, ਮੇਰੇ ਸਾਰੇ ਡਰ ਦੂਰ, ਮੇਰੀਆਂ ਸਾਰੀਆਂ ਚਿੰਤਾਵਾਂ ਦੂਰ, ਮੇਰੀਆਂ ਸਾਰੀਆਂ ਚਿੰਤਾਵਾਂ ਦੂਰ, ਮੇਰੀਆਂ ਸਾਰੀਆਂ ਚਿੰਤਾਵਾਂ ਦੂਰ, ਮੇਰੀ ਝੋਲੀ ਖੁਸ਼ੀਆਂ ਨਾਲ, ਮੇਰੀ ਝੋਲੀ ਖੁਸ਼ੀਆਂ ਨਾਲ, ਮੇਰੀ ਝੋਲੀ ਖੁਸ਼ੀਆਂ ਨਾਲ, ਮੇਰੀ ਝੋਲੀ ਰਹਿਮਤਾਂ ਨਾਲ, ਮੇਰੀ ਝੋਲੀ ਰਹਿਮਤਾਂ ਨਾਲ, ਮੇਰੀ ਝੋਲੀ ਰਹਿਮਤਾਂ ਨਾਲ। ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ। ਆਹ ਯਕੀਨ ਰੱਖਣਾ ਤਾਂ ਮਜ਼ਾ ਆਉਂਦਾ ਜ਼ਿੰਦਗੀ ਦਾ। ਹੁਣ ਦੇਖੋ, ਇਹਨੂੰ ਕਹਾਂਗੇ ਜੀਵਨ। ਤਾਂ ਜੇ ਤੁਸੀਂ ਦੁੱਖ ਦੱਸੋ, ਮਾਲ ਦੀ ਗੱਲ ਹੈ, ਜ਼ਿੰਦਗੀ ਹੈ, ਇਹਨੂੰ ਚੰਗਾ ਮਰ ਜਾ ਫਿਰ। ਦੁੱਖ ਕੀ? ਪਰਮਾਤਮਾ ਦੇ ਯਕੀਨ ਰੱਖ, ਬਲਕਿ ਹਿੰਮਤ ਦੇ, ਹੌਸਲਾ ਦੇ ਕਿ ਲੈ ਜੇ ਮੇਰਾ ਮਾਲਿਕ ਨਾਲ ਹੈ, ਦੁੱਖ ਨੂੰ ਮੈਂ ਸਮਝਦਾ ਹੀ ਕੁਛ ਨਹੀਂ ਹੈ। ਸਮਝਣਾ ਨਾਲ ਸਾਰੇ ਜੀਵਨ, ਕਿਉਂਕਿ ਇਹੀ ਤਾਂ ਇਨਸਾਨ ਦੇ ਅੰਦਰ ਇੱਕ ਹਿੰਮਤ ਹੋਣੀ ਚਾਹੀਦੀ ਹੈ, ਇਹੀ ਤਾਂ ਇੱਕ ਵਿਸ਼ਵਾਸ ਹੋਣਾ ਚਾਹੀਦਾ, ਸਾਹਸ ਹੋਣਾ ਚਾਹੀਦਾ ਹੈ। ਜੇ ਦੁੱਖ ਆਇਆ ਹੈ ਤਾਂ ਇਹ ਦੂਰ ਵੀ ਹੋਏਗਾ, ਮੈਂ ਕਿਉਂ ਚਿੰਤਾ ਕਰਾਂ, ਕਿਉਂਕਿ ਸਭ ਤੋਂ ਬੜੀ ਸ਼ਕਤੀ ਮੇਰੇ ਨਾਲ। ਬੰਦੇ ਨੂੰ ਕੋਈ ਨੋਟਿਸ ਮਿਲਦਾ ਨਾ ਕੋਰਟ ਦਾ ਨੋਟਿਸ ਮਿਲਦਾ, ਸੰਮਣ ਆਉਂਦੇ ਆ ਕੋਈ, ਤਾਂ ਜਿਹਦੇ ਕੋਲ ਟੌਪ ਦਾ ਵਕੀਲ ਹੁੰਦਾ ਨਾ, ਉਹਦਾ ਦੋਸਤ, ਉਹ ਕਹਿੰਦਾ ਲੈ ਆਵੇ ਸੰਮਣ, ਕੋਈ ਗੱਲ ਨਹੀਂ, ਕਾਹਦੀ ਪਰਵਾਹ ਆ, ਜੱਜ ਆਪਣਾ ਮਿੱਤਰ, ਵਕੀਲ ਆਪਣਾ ਦੋਸਤ ਹੈ, ਲੈ ਏਦਾਂ ਨਿਬੇੜਦਾ ਮੈਂ ਕੰਮ ਨੂੰ। ਤਾਂ ਜਿਹੜਾ ਨਹੀਂ ਹੁੰਦਾ ਉਹ ਸੰਮਣ ਲੈਣ ਤੋਂ ਡਰਦਾ, ਲੈਵਾਂ ਕਿ ਨਾ ਲਵਾਂ, ਨਾ ਲਵਾਂ, ਸੰਮਣ ਆ ਗਏ, ਲੈਣੇ ਚਾਹੀਦੇ ਕਿ ਨਹੀਂ, ਉੱਥੇ ਡਰਿਆ ਫਿਰਦਾ, ਰੋਟੀ ਖਾਣੀ ਭੁੱਲ ਜਾਂਦਾ ਹੈ। ਤਾਂ ਜਿਹੜਾ ਹੁੰਦਾ ਨਾ ਬਹਾਦਰ, ਉਹ ਕਹਿੰਦਾ ਡਰਨਾ ਕੀ ਹੈ, ਕੋਰਟ ਦੇ ਆਏ ਤਾਂ ਲੈਣੇ ਤਾਂ ਪੈਣੀ ਹੈ, ਲਵਾਂ ਜਾਂ ਨਾ ਲਵਾਂ ਇਹ ਤਾਂ ਆਪਸ਼ਨ ਹੀ ਹੈ ਨਹੀਂ, ਲੈਣੇ ਤਾਂ ਪੈਣੀ ਹੈ, ਹੱਲ ਕਰਨਾ ਹੁਣ ਇਹਦਾ ਚੰਗੇ ਵਕੀਲ ਨਾਲ ਮਿਲ ਕੇ। ਜੇ ਜੀਵਨ 'ਚ ਮੁਸ਼ਕਿਲ ਆਉਂਦੀ ਹੈ
ਤਾਂ ਜਿਹਦੇ ਕੋਲ ਚੰਗਾ ਗੁਰੂ ਹੁੰਦਾ ਨਾ, ਚੰਗਾ ਮੁਰਸ਼ਿਦ ਹੁੰਦਾ ਹੈ, ਉਹ ਮੁਸ਼ਕਿਲਾਂ ਤੋਂ ਡਰਦਾ ਨਹੀਂ ਹੈ, ਕਿਉਂਕਿ ਉਹਨੂੰ ਪਤਾ ਹਰ ਮੁਸ਼ਕਿਲ ਦੀ ਕੁੰਜੀ ਯਾਰੋ ਹੱਥ ਮੁਰਸ਼ਿਦ ਦੇ ਆਈ। ਜੇ ਮੁਸ਼ਕਿਲ ਆਈ ਹੈ ਤਾਂ ਮੇਰੇ ਨਾਲ ਮੇਰਾ ਮਾਲਿਕ ਹੈ ਜਿਹੜਾ ਹਰ ਮੁਸ਼ਕਿਲ ਚੋਂ ਮੈਨੂੰ ਕੱਢਣ ਵਾਲਾ, ਮੈਂ ਕਿਉਂ ਡਰਾਂ। ਉਹ ਫਿਰ ਡਰਦਾ ਨਹੀਂ ਹੈ, ਬਲਕਿ ਮੁਸ਼ਕਿਲਾਂ ਦਾ ਹੱਸ ਕੇ ਸਾਹਮਣਾ ਕਰਦਾ। ਹੁਣ ਤੁਸੀਂ ਹੱਸ ਕੇ ਕਰਨਾ, ਡਰ ਕੇ ਕਰਨਾ। ਬਸ ਫਿਰ ਕਿਉਂਕਿ ਜਿਹੜਾ ਸੱਚਾ ਮੁਰਸ਼ਿਦ ਵਾਲਾ ਹੁੰਦਾ ਹੈ ਨਾ, ਸੱਚੇ ਮੁਰਸ਼ਿਦ ਵਾਲਾ ਹੁੰਦਾ ਹੈ, ਉਹ ਕਦੀ ਵੀ ਪਰਵਾਹ ਨਹੀਂ ਕਰਦਾ ਕਿਸੇ ਦੁੱਖ ਚਿੰਤਾ ਪਰੇਸ਼ਾਨੀ ਦੀ। ਉਹਨੂੰ ਪਤਾ ਦੁੱਖ ਜਿੱਦਾਂ ਮਰਜ਼ੀ ਹੋਵੇ, ਪਰ ਮੇਰੇ ਮਾਲਿਕ ਦੀ ਰਹਿਮਤ ਤੋਂ ਬੜਾ ਨਹੀਂ ਹੋ ਸਕਦਾ। ਮੇਰੇ ਮਾਲਿਕ ਦੀ ਰਹਿਮਤ ਬਹੁਤ ਬੜੀ ਹੈ, ਮੈਂ ਇਹਨਾਂ ਦੁੱਖਾਂ ਦੀ ਪਰਵਾਹ ਨਹੀਂ ਕਰਦਾ। ਬੋਲੋ ਸਮਝਦੇ ਹੋ? ਇਸ ਲਈ ਅੱਜ ਤੋਂ ਤੁਸੀਂ ਵੀ ਪਰਵਾਹ ਨਹੀਂ ਕਰਨੀ। ਇੱਕ ਸਤਸੰਗ ਦੇ ਵਿੱਚ ਇੱਕ ਛੋਟੀ ਜਿਹੀ ਕਹਾਣੀ ਸਾਨੂੰ ਯਾਦ ਆ ਗਈ, ਫਿਰ ਸੁਣਾਵਾਂਗੇ, ਸਤਸੰਗ ਦੀ ਸਮਾਪਤੀ ਕਰਾਂਗੇ। ਕਿ ਜੌਨ ਐਰਿਕਸਨ ਟਾਡਾ ਇੱਕ ਔਰਤ ਦਾ ਨਾਮ, ਜਰਾ ਧਿਆਨ ਦੇਣਾ, ਫਿਰ ਇੱਕ ਵਾਰ ਕਹਾਂਗੇ ਜੌਨ ਐਰਿਕਸਨ ਟਾਡਾ, TADA ਟਾਡਾ। ਇਹ ਉਸ ਔਰਤ ਦਾ ਨਾਮ, ਦੁਰਘਟਨਾ ਹੋ ਗਈ ਕਿ ਗਰਦਨ ਤੋਂ ਥੱਲੇ ਉਹਦੀ ਪੂਰੀ ਬੋਡੀ ਨੂੰ ਲਕਵਾ ਮਾਰ ਗਿਆ, ਪੈਰਾਲਾਈਜ਼ ਹੋ ਗਈ। ਪੈਰਾਲਾਈਜ਼ ਦਾ ਮਤਲਬ ਹੱਥ ਪੈਰ ਵੀ ਹਿਲਾ ਨਹੀਂ ਪਾਉਂਦੀ ਸੀ, ਪੈਰਾਂ ਤੇ ਖੜ ਨਹੀਂ ਪਾਉਂਦੀ ਸੀ, ਯਾਨੀ ਵੀਲ ਚੇਅਰ ਤੇ ਆ ਗਈ। ਸਿਰਫ ਉਹਦੀ ਗਰਦਨ ਤੋਂ ਉੱਪਰਲਾ ਯਾਨੀ ਸਿਰਫ ਸਿਰ ਹੀ ਕੰਮ ਕਰਦਾ ਸੀ, ਸੁਣ ਸਕਦੀ ਸੀ, ਦੇਖ ਸਕਦੀ ਸੀ, ਬੋਲ ਸਕਦੀ ਸੀ, ਸੋਚ ਸਕਦੀ ਸੀ, ਪਰ ਬੋਡੀ ਦੇ ਮੂਵਮੈਂਟ ਨਹੀਂ ਕੋਈ ਕਰ ਸਕਦੀ ਸੀ। ਹੱਥ ਪੈਰ ਜਦੋਂ ਤੁਸੀਂ ਦੇਖਦੇ ਨਾ ਕਿਸੇ ਨੂੰ ਪੈਰਾਲਾਈਜ਼ ਹੋ ਜਾਏ, ਇੱਕ ਸਾਈਡ ਰਹਿ ਜਾਂਦੀ ਹੈ ਨਾ, ਹੱਥ ਕੰਮ ਕਰਦਾ ਨਾ ਪੈਰ ਕੰਮ ਕਰਦੇ। ਜਦੋਂ ਇਹ ਹਾਲਾਤ ਹੋਏ, ਤਾਂ ਡਾਕਟਰਾਂ ਨੇ ਦੱਸਿਆ ਕਿ ਚੱਲ ਨਹੀਂ ਪਾਏਗੀ ਕਦੀ ਵੀ। ਕਈਆਂ ਨੇ ਰਿਸ਼ਤੇਦਾਰਾਂ ਨੇ ਆ ਕੇ ਮਿਲੇ ਔਰ ਉਹਨੂੰ ਉਹਦੀ ਮਾਂ ਨੂੰ ਕਿਹਾ, ਇਹ ਤਾਂ ਬੜੇ ਅਫਸੋਸ ਦੀ ਗੱਲ ਹੈ, ਹੁਣ ਕਿੱਦਾਂ ਜ਼ਿੰਦਗੀ ਇਹਦੀ ਜਾਏਗੀ, ਨਾ ਚੰਗਾ ਤਾਂ ਇਹ ਮਾਰੀ ਜਾਏਗੀ। ਜ਼ਰਾ ਸਮਝਣਾ, ਜਦੋਂ ਉਹਦੇ ਕੰਨਾਂ 'ਚ ਇਹ ਗੱਲ ਗਈ, ਮਾਂ ਆਈ, ਜਦੋਂ ਕਿਸੇ ਰਿਸ਼ਤੇਦਾਰ ਨੇ ਕਿਹਾ ਮਾਂ ਦੀ ਅੱਖਾਂ 'ਚ ਪਾਣੀ ਸੀ, ਤਾਂ ਦੇਖੋ ਹੌਸਲਾ ਮਾਂ ਨੂੰ ਦੇਣਾ ਚਾਹੀਦਾ ਸੀ, ਪਰ ਐਰਿਕਸਨ ਉਹਨਾਂ ਨੂੰ ਹੌਸਲਾ ਦੀ, ਮਾਂ ਫਿਕਰ ਨਾ ਕਰ, ਜੇ ਮੇਰੇ ਗੋਡ ਨੇ, ਪ੍ਰਮਾਤਮਾ ਨੇ ਮੈਨੂੰ ਬਚਾਇਆ ਹੈ ਤਾਂ ਮੈਨੂੰ ਬਚਾਉਣ ਪਿੱਛੇ ਉਹਦਾ ਕੋਈ ਨਾ ਕੋਈ ਮਕਸਦ ਹੈ। ਔਰ ਫਿਰ ਕੀ ਹੋਇਆ, ਜੇ ਮੇਰੇ ਹੱਥ ਪੈਰ ਕੰਮ ਨਹੀਂ ਕਰਦੇ, ਮੇਰੀਆਂ ਅੱਖਾਂ, ਮੇਰੇ ਕੰਨ, ਮੇਰਾ ਇਹ ਦਿਮਾਗ, ਮੇਰਾ ਮੂੰਹ, ਇਹ ਤਾਂ ਕੰਮ ਕਰ ਰਹੇ ਹੈ ਨਾ। ਜੋ ਚੀਜ਼ ਨਹੀਂ ਹੈ ਉਹਦਾ ਤਾਂ ਹੁਣ ਕੁਝ ਨਹੀਂ ਕਰ ਸਕਦੇ, ਪਰ ਜੋ ਹੈ ਇਹਦਾ ਤਾਂ ਸਹੀ ਉਪਯੋਗ ਅਸੀਂ ਕਰ ਹੀ ਸਕਦੇ ਹਾਂ। ਮੈਂ ਦੇਖਣਾ ਕਿ ਇਹਦਾ ਵੀ ਉਪਯੋਗ ਕਰ। ਕਹਿੰਦੇ ਉਹਨੇ ਹਿੰਮਤ ਨਹੀਂ ਹਾਰੀ, ਐਡੀ ਵੱਡੀ ਗੱਲ ਹੋ ਗਈ। ਨਹੀਂ ਤਾਂ ਅੱਜ ਕਿਸੇ ਦੇ ਮਾੜੇ ਪੈਰ ਨੂੰ ਕੁਝ ਹੋ ਜਾਵੇ, ਹੱਥ ਨੂੰ ਕੁਝ ਹੋ ਜਾਵੇ, ਬੰਦਾ ਕਹਿੰਦਾ ਮਰ ਜਾਣਾ ਮੈਂ ਜੀਣਾ ਹੀ ਨਹੀਂ ਹੈ, ਕਿਉਂਕਿ ਮੇਰਾ ਹੱਥ ਨਹੀਂ ਹਿਲਦਾ, ਮੇਰਾ ਪੈਰ ਨਹੀਂ ਹਿਲਦਾ, ਪਰ ਉਹਦੀ ਤਾਂ ਪੂਰੀ ਬੋਡੀ ਨਹੀਂ ਹਿਲਦੀ ਸੀ। ਜਰਾ ਗੌਰ ਕਰ ਲਓ, ਅੱਜ ਵੀ ਔਰਤ ਹੈ, ਇਹ ਨਹੀਂ ਹੁਣ ਮਰ ਗਈ ਹੈ, ਹੁਣ ਵੀ ਹੈ। ਜਰਾ ਸਮਝਣਾ ਸਾਰਿਆਂ ਨੇ, ਪਰ ਉਹਨੇ ਹਿੰਮਤ ਨਹੀਂ ਹਾਰੀ। ਔਰ ਫਿਰ ਕੀ ਕੀਤਾ ਉਹਨੇ, ਜਰਾ ਗੌਰ ਕਰਨਾ। ਜਦੋਂ ਵੀਲ ਚੇਅਰ ਤੇ ਨੂੰ ਲੈ ਕੇ ਜਾ ਰਹੇ ਸੀ, ਤੇ ਇੱਕ ਜਗ੍ਹਾ ਨਾ ਚਿੱਤਰਕਲਾ ਪੇਂਟਿੰਗ ਦੀ ਪ੍ਰਦਰਸ਼ਨੀ ਲੱਗੀ ਹੋਈ ਸੀ, ਤੇ ਪੇਂਟਰਾਂ ਨੇ ਆਪਣੀ ਪੇਂਟਿੰਗ ਲਾਈ ਹੋਈ ਸੀ। ਉਹਦੇ ਫੈਮਿਲੀ ਉਹਨੂੰ ਲੈ ਕੇ ਕਿ ਚਲੋ ਇਹਦਾ ਮਨ ਥੋੜਾ ਇੱਧਰ ਹੋਏਗਾ, ਵੀ ਦੇਖ ਲਏਗੀ। ਜਦੋਂ ਉਹਨੇ ਪੇਂਟਿੰਗ ਦੇਖੀ ਤੇ ਇੱਕ ਪੇਂਟਿੰਗ ਮੋਰੇ ਦੇਖ ਕੇ ਰੁਕ ਗਈ, ਔਰ ਰੁਕ ਕੇ ਆਪਣੀ ਫੈਮਿਲੀ ਮੈਂਬਰਾਂ ਨੂੰ ਕਹਿਣ ਲੱਗੀ ਕਿ ਰੁਕੋ, ਮੈਨੂੰ ਆ ਦੇਖਣ ਦਿਓ। ਜਦੋਂ ਦੇਖਣ ਤੋਂ ਬਾਅਦ ਫੈਮਿਲੀ ਮੈਂਬਰਾਂ ਨੇ ਪੁੱਛਿਆ, ਕੀ ਦੇਖ ਰਹੀ ਹੈ ਬੇਟਾ? ਉਹ ਕਹਿੰਦੀ, ਮੈਂ ਦੇਖ ਰਹੀ ਹਾਂ, ਮੈਂ ਇਸ ਤੋਂ ਸੁੰਦਰ ਪੇਂਟਿੰਗ ਬਣਾ ਸਕਦੀ ਹਾਂ, ਮੈਂ ਇਸ ਤੋਂ ਸੁੰਦਰ ਪੇਂਟਿੰਗ ਬਣਾ ਸਕਦੀ ਹਾਂ, ਇਹਦੇ ਮੈਂ ਵੀ ਪੇਂਟਰ ਬਣਨਾ ਹੈ। ਉਹ ਕਹਿੰਦੇ, ਕਮਾਲ ਦੀ ਗੱਲ ਹੈ, ਤੂੰ ਪੇਂਟਰ ਕਿੱਦਾਂ ਬਣ ਸਕਦੀ ਹੈ, ਤੇਰੇ ਹੱਥ ਪੈਰ ਨਹੀਂ ਹਿਲਦੇ। ਸਮਝ ਲੋਕ ਨਹੀਂ, ਉਹਦੇ ਪਿੱਛੇ ਇੱਕ ਗੱਲ ਦੱਸੀ ਸੀ ਕਿ ਉੱਥੇ ਮਾਰੀਓਜ਼ ਕੇਜ਼ਰਕੀ ਉਹਦੇ ਪੈਰਾਂ ਨਾਲ ਉਹਨੇ ਪੇਂਟਿੰਗ ਬਣਾਉਣੀ ਸਿੱਖੀ, ਕਿਉਂਕਿ ਉਹਦੇ ਹੱਥ ਨਹੀਂ ਸੀ। ਪਰ ਇੱਥੇ ਕਹਾਣੀ ਹੋਰ ਵੀ ਬੜੀ ਹੋ ਗਈ, ਇਹਦੇ ਪੈਰ ਵੀ ਨਹੀਂ ਹਿਲਦੇ। ਹੁਣ ਉਹਨੇ ਫਿਰ ਵੀ ਸੋਚਿਆ ਮੈਂ ਪੇਂਟਰ ਬਣਨਾ ਹੈ, ਤਾਂ ਫਿਰ ਕਿੱਦਾਂ ਪੇਂਟਿੰਗ ਕੀਤੀ ਉਹਨੇ? ਪੇਂਟ ਬ੍ਰਸ਼ ਨੂੰ ਘਰ ਲਿਜਾ ਕੇ ਕਿੱਦਾਂ ਪ੍ਰੈਕਟਿਸ ਕੀਤੀ? ਪੇਂਟ ਬ੍ਰਸ਼ ਨੂੰ ਆਪਣੇ ਮੂੰਹ 'ਚ ਫੜਿਆ, ਦੰਦਾਂ 'ਚ, ਔਰ ਦੰਦਾਂ ਨੇ ਏਦਾਂ ਲਾਂਦੀ ਸੀ ਪੇਂਟ, ਔਰ ਸਾਹਮਣੇ ਪੇਪਰ ਤੇ ਫੇਰਦੀ ਸੀ, ਔਰ ਹੌਲੀ ਹੌਲੀ ਪ੍ਰੈਕਟਿਸ ਕਰਦੀ ਉਹ ਪੇਂਟਰ ਬਣ ਗਈ। ਚਿੱਤਰਕਲਾ ਯਾਨੀ ਚਿੱਤਰ ਬਣਾਉਣੀ ਸ਼ੁਰੂ ਕਰਦੇ, ਪੇਂਟਿੰਗ ਬਣਾਉਣੀ ਸ਼ੁਰੂ ਕਰ ਦਿੱਤੀ, ਔਰ ਉਹਦੀਆਂ ਪੇਂਟਿੰਗਾਂ ਦਿਖਦੀਆਂ ਆ। ਉਹਨਾਂ 40 ਦੇ ਕਰੀਬ ਕਿਤਾਬਾਂ ਵੀ ਲਿਖੀਆਂ। ਨਹੀਂ ਤਾਂ ਤੁਸੀਂ ਦੱਸੋ, ਤੁਹਾਡੇ ਹੱਥ ਪੈਰ ਸਲਾਮਤ ਆ, ਕਦੀ ਇੱਕ ਪੇਂਟਿੰਗ ਬਣਾਈ? ਉਲਟੀਆਂ ਸਿੱਧੀਆਂ ਬਥੇਰੀਆਂ ਬਣਾਈਆਂ ਹੋਣਗੀਆਂ, ਟੇਢੀਆਂ ਮੇਢੀਆਂ ਲਿਖਾਂ, ਆਹ ਕਾਂ ਦੀ ਬਣਾਤੀ, ਕਬੂਤਰ ਦੀ ਬਣਾਤੀ, ਪਰ ਵਿਕੀ ਕਿਤੇ? ਉਹ ਵਿਕੀ ਕਿਤੇ ਕਿ ਲੈ ਕੇ ਜਾਓ ਬਣਾ ਕੇ, ਅੱਜ ਤੁਹਾਡੇ ਹੱਥ ਪੈਰ ਸਲਾਮਤ ਆ, ਪੇਂਟਿੰਗ ਬਣਾਈ, ਵੇਚਣ ਚੱਲਾਂ ਮੈਂ, ਤਾਂ ਕਿਸੇ ਨੇ 5 ਰੁਪਏ ਦੀ ਕੀ ਮੁਫਤ ਨਹੀਂ ਖਰੀਦਣੀ ਚਾਹੀਦੀ, ਉਹਨਾਂ ਨੇ ਕੀ ਕਰਨਾ ਭਾਈ ਇਹਨੇ? ਤਾਂ ਉਹਦੀ ਪੇਂਟਿੰਗ ਮੂੰਹ ਨਾਲ ਬਣਾਈ ਹੋਈ ਵਿਕ ਰਹੀ ਹੈ। 40 ਦੇ ਕਰੀਬ ਉਹਨਾਂ ਕਿਤਾਬਾਂ ਲਿਖੀਆਂ। ਜਰਾ ਗੌਰ ਕਰਨਾ। ਔਰ ਜਿਹੜੇ ਵਿਕਲਾਂਗ ਹੈ, ਵਿਕਲਾਂਗ ਦਾ ਮਤਲਬ ਜਿਹੜੇ ਅਪਾਹਿਜ ਹੈ, ਉਹਨਾਂ ਦੀ ਲਾਇਰ ਹੈ, ਉਹਨਾਂ ਦੀ ਵਕੀਲ ਦਾ ਵੀ ਕੰਮ ਉਹ ਕਰ ਰਹੀ ਹੈ, ਜਿਹਨੇ ਵਕਾਲਤ ਵੀ ਕੀਤੀ। 8-9 ਪ੍ਰਕਾਰ ਦੀਆਂ ਡਿਗਰੀਆਂ ਕਾਲਜ ਵਿੱਚ ਪੜ੍ਹਾਈ ਕਰਕੇ ਉਹਨੇ ਲਈਆਂ। ਇੱਕ ਉਸ ਔਰਤ ਨੇ, ਉਸ ਲੜਕੀ ਨੇ, ਜਿਹਦੇ
ਸਰੀਰ ਦੇ ਅੰਗ ਕੰਮ ਨਹੀਂ ਕਰਦੇ ਸੀ, ਸਿਰਫ ਮੂੰਹ ਨਾਲ ਹੀ ਪੈਨ ਫੜ ਕੇ ਲਿਖਦੀ ਸੀ। ਕਿੰਨੀਆਂ ਡਿਗਰੀਆਂ ਲੈ ਲਈਆਂ, ਵਕਾਲਤ ਵੀ ਕਰ ਲਈ, ਲਾਇਰ ਵੀ ਬਣੀ, ਕੇਸ ਵੀ ਲੜਦੀ ਹੈ ਉਹ ਵਿਕਲਾਂਗਾਂ ਦੇ। ਯਾਨੀ ਜਿਹੜਾ ਵੀ ਕੋਈ ਉਹਦੇ ਕੋਲ ਜਾਂਦਾ ਨਾ, ਜਿਹਦੇ ਅੰਗ ਪੈਰ ਸਲਾਮਤ ਨਹੀਂ ਹੈ, ਉਹਨਾਂ ਦੇ ਕੇਸ ਲੜਦੀ ਹੈ। ਕਿਤਾਬਾਂ ਵੀ ਲਿਖੀਆਂ, ਔਰ ਫਿਰ ਇੱਕ ਫਿਲਮ ਦੇ ਵਿੱਚ ਕੰਮ ਵੀ ਉਹਨਾਂ ਕੀਤਾ, ਮਿਊਜ਼ਿਕ ਐਲਬਮ ਵੀ ਕੱਢੀ ਉਹਨੇ, ਯਾਨੀ ਮਿਊਜ਼ਿਕ ਐਲਬਮ ਗਾਇਆ ਵੀ, ਔਰ ਇੱਕ ਫਿਲਮ ਦੇ ਵਿੱਚ ਕੰਮ ਵੀ ਕੀਤਾ ਜਿਹੜੀ ਉਹਦੀ ਜ਼ਿੰਦਗੀ ਤੇ ਬਣੀ, ਔਰ ਉਹਦੇ 'ਚ ਉਹਨੇ ਹੀਰੋਇਨ ਦਾ ਰੋਲ ਆਪ ਪਲੇ ਕੀਤਾ। ਜਰਾ ਸਮਝੋ ਸਾਰੇ ਜੀ, ਹੁਣ ਇੱਥੋਂ ਕੀ ਪਤਾ ਲੱਗਦਾ ਹੈ ਕਿ ਲੇਖਕ ਬਣਨ ਵਾਸਤੇ, ਜਰਾ ਗੌਰ ਕਰਨਾ, ਐਕਟਰ ਬਣਨ ਵਾਸਤੇ, ਵਕੀਲ ਬਣਨ ਵਾਸਤੇ, ਜਾਂ ਹੋਰ ਉਹਨਾਂ ਜਿਹੜੀਆਂ ਡਿਗਰੀਆਂ ਕੀਤੀਆਂ, 8-9 ਡਿਗਰੀਆਂ, ਹੁਣ ਨਾਮ ਵੀ ਗੱਲਾਂ ਲਵਾਂਗੇ ਤਾਂ ਬੜਾ ਔਖਾ ਹੈ। ਉਹ 8-9 ਡਿਗਰੀਆਂ ਦੀ ਜਿਹੜੀ ਉਹਨਾਂ ਸਰਟੀਫਿਕੇਟ ਲਏ, ਉਹਨੇ ਕੀ ਗੱਲ ਕਹੀ ਕਿ ਸਰੀਰ ਦਾ ਜ਼ਰੂਰੀ ਨਹੀਂ ਹੈ, ਹਿੰਮਤ ਔਰ ਵਿਸ਼ਵਾਸ ਦਾ ਹੋਣਾ ਜ਼ਰੂਰੀ ਹੈ। ਤਾਂ ਹੀ ਇੱਕ ਵਾਰ ਫਿਰ ਨਾਮ ਲਵਾਂਗੇ, ਕਦੀ ਮੌਕੇ ਤੋਂ ਦੀ ਜੀਵਨੀ ਪੜ੍ਹ ਕੇ ਜ਼ਰੂਰ ਦੇਖਿਓ। ਸਮਝ ਨਾ ਜਰਾ ਸਾਰਿਆਂ ਇਹ ਇਦਾਂ ਜੀਵਨੀਆਂ ਤੋਂ ਹੀ ਪਤਾ ਲੱਗਦਾ ਹੈ ਕਿ ਇਨਸਾਨ ਕੀ ਕੁਛ ਕਰ ਸਕਦਾ ਹੈ, ਕਿੱਥੇ ਤੱਕ ਇਨਸਾਨ ਪਹੁੰਚ ਸਕਦਾ ਹੈ। ਬੋਲੋ ਸਮਝਦੇ ਹੋ ਕਿ ਜਿਹੜਾ ਬਿਨਾਂ ਹੱਥਾਂ ਪੈਰਾਂ ਤੋਂ, ਬਿਨਾਂ ਬੋਡੀ ਦੀ ਮੂਵਮੈਂਟ ਤੋਂ, ਜਿਹੜਾ ਸਿਰਫ ਆਪਣੀ ਵਿਸ਼ਵਾਸ ਨਾਲ, ਆਪਣੀ ਲਗਨ ਨਾਲ, ਆਪਣੀ ਹਿੰਮਤ ਨਾਲ ਇਹ ਕਰ ਸਕਦਾ ਹੈ, ਤਾਂ ਸਾਨੂੰ ਤਾਂ ਰੱਬ ਨੇ ਫਿਰ ਸਭ ਕੁਝ ਦਿੱਤਾ ਹੈ। ਹੁਣ ਇੱਥੋਂ ਕੀ ਪਤਾ ਲੱਗਦਾ ਹੈ, ਉਹਦੇ ਸਰੀਰ ਦੇ ਅੰਗ ਬੇਸ਼ੱਕ ਨਹੀਂ ਸੀ, ਪਰ ਉਹਨੂੰ ਆਪਣੇ ਰੱਬ ਤੇ ਯਕੀਨ ਬਹੁਤ ਸੀ, ਉਹਦੇ ਅੰਦਰ ਸਾਹਸ ਬਹੁਤ ਸੀ, ਔਰ ਉਹਦੇ ਸਾਹਸ ਨੇ ਉਹਨੂੰ ਉੱਥੇ ਤੱਕ ਲੈ ਗਿਆ ਕਿ ਅੱਜ ਉਹਦਾ ਨਾਮ ਹੈ। ਲੋਕ ਉਹਨੂੰ ਕਈ ਅਵਾਰਡ ਮਿਲੇ, ਕਈ ਰਾਸ਼ਟਰਪਤੀਆਂ ਨੇ, ਪ੍ਰਧਾਨ ਮੰਤਰੀਆਂ ਨੇ ਉਹਨੂੰ ਇਨਾਮ ਦਿੱਤੇ, ਯਾਨੀ ਅਵਾਰਡ ਦਿੱਤੇ, ਸਨਮਾਨ ਦਿੱਤਾ ਉਹਨੂੰ ਕਿ ਤੂੰ ਇਦਾਂ ਦੀ ਹਾਲਤ ਵਿੱਚ ਹੁੰਦਿਆਂ ਹੋਏ ਵੀ ਕਦੀ ਹਾਰ ਨਹੀਂ ਮੰਨੀ, ਇਸ ਲਈ ਉਹਨੂੰ ਬੜੇ ਸਨਮਾਨਿਤ ਕੀਤੇ ਗਏ। ਜਰਾ ਸਮਝਣਾ, ਹੁਣ ਇਹ ਸਨਮਾਨ ਤੁਹਾਨੂੰ ਵੀ ਮਿਲ ਸਕਦੇ ਹੈ, ਇਹ ਅਵਾਰਡ ਤੁਹਾਨੂੰ ਵੀ ਮਿਲ ਸਕਦੇ ਹੈ, ਕਿਉਂਕਿ ਉੱਥੇ ਕੀ ਜ਼ਰੂਰਤ ਹੈ? ਸਾਹਸ ਦੀ, ਵਿਸ਼ਵਾਸ ਦੀ, ਲਗਨ ਦੀ, ਕਿ ਮੈਨੂੰ ਆਪਣੇ ਰੱਬ ਤੇ ਪੂਰਾ ਯਕੀਨ ਹੈ ਕਿ ਮੇਰਾ ਮਾਲਿਕ ਜੇ ਮੇਰੇ ਨਾਲ ਹੈ ਤਾਂ ਮੈਨੂੰ ਕਾਮਯਾਬੀ ਜ਼ਰੂਰ ਮਿਲੇਗੀ, ਮੈਨੂੰ ਸਫਲਤਾ। ਇਸ ਲਈ ਕਦੀ ਆਪਣੀ ਹਿੰਮਤ ਨੂੰ ਛੋਟਾ ਨਾ ਪੈਣਾ। ਇਸ ਲਈ ਯਾਦ ਰੱਖਣਾ ਕਿ ਤੁਹਾਡਾ ਸਰੀਰ ਚੰਗਾ ਭਲਾ ਤੰਦਰੁਸਤ ਹੋਵੇ ਨਾ, ਪਰ ਅਗਰ ਤੁਹਾਡੀ ਹਿੰਮਤ ਘਟ ਗਈ, ਹੌਸਲਾ ਘਟ ਗਿਆ, ਨਿਰਾਸ਼ ਹੋ ਗਏ, ਡਰ ਕੇ ਬਹਿ ਗਏ, ਤਾਂ ਫਿਰ ਸਮਝ ਲਓ ਕੀ ਹੈ। ਹੁਣ ਕਈ ਦੇਖਿਆ ਨਾ ਤੁਸੀਂ, ਚੰਗੇ ਭਲੇ ਬੰਦੇ ਹੁੰਦੇ, ਫਾਂਸੀ ਲੈ ਲੈਂਦੇ, ਹੱਥ ਪੈਰ ਠੀਕ ਹੁੰਦੇ ਆ, ਘਰ 'ਚ ਸਭ ਕੁਝ ਹੁੰਦਾ, ਫਿਰ ਖੁਦਕੁਸ਼ੀ ਕਰ ਲੈਂਦੇ। ਇਹਦਾ ਮਤਲਬ ਸਰੀਰ ਤਾਂ ਠੀਕ ਸੀ, ਪਰ ਅੰਦਰ ਹਿੰਮਤ ਨਹੀਂ ਸੀ, ਹੌਸਲਾ ਨਹੀਂ ਸੀ ਮੁਸੀਬਤਾਂ ਦਾ, ਪਰੇਸ਼ਾਨੀਆਂ ਦਾ ਸਾਹਮਣਾ ਕਰਨ ਦਾ। ਇੱਕ ਪਾਸੇ ਐਰਿਕਸਨ ਵਰਗੇ, ਜਰਾ ਗੌਰ ਕਰਨਾ ਕਿ ਇਹਨਾਂ ਵਰਗੇ ਉਹ ਔਰਤਾਂ, ਇਹ ਤਾਂ ਔਰਤ ਦੀ ਗੱਲ ਹੈ, ਜਰਾ ਗੌਰ ਕਰਨਾ, ਕਿਉਂਕਿ ਔਰਤ ਨੂੰ ਤਾਂ ਵੈਸੇ ਹੀ ਬੰਦਾ ਕਹਿੰਦਾ ਕਮਜ਼ੋਰ, ਪਰ ਦੇਖੋ ਉਹਨੇ ਸਾਬਿਤ ਕਰ ਦਿੱਤਾ ਕਿ ਔਰਤ ਜੇ ਚਾਹੇ ਤਾਂ ਉਹ ਸ਼ਕਤੀ ਦੀ ਦੇਵੀ ਹੋ ਸਕਦੀ ਹੈ, ਸਾਹਸ ਦੀ ਦੇਵੀ ਹੋ ਸਕਦੀ ਹੈ, ਕਮਜ਼ੋਰ ਨਹੀਂ। ਪਰ ਇਹ ਸਾਹਸ ਆਂਦਾ ਕਿੱਥੋਂ ਹੈ? ਅੰਦਰੋਂ। ਸਰੀਰ ਨਾਲ ਤਾਂ ਕੋਈ ਲਿੰਕ ਹੀ ਨਹੀਂ ਹੁੰਦਾ ਕਿ ਬੰਦਾ ਕਹੇ ਔਰਤ ਹੈ, ਆ ਮਰਦ ਹੈ, ਮਰਦ ਬਹਾਦਰ ਤਾਂ ਔਰਤ ਡਰਪੋਕ। ਤਾਂ ਕਈ ਵਾਰ ਬੰਦੇ ਵੀ ਡਰਦੇ ਦੇਖੇ ਆ, ਕਿਉਂਕਿ ਅੰਦਰ ਸਾਹਸ ਨਾ ਹੋਵੇ। ਤਾਂ ਔਰਤਾਂ ਵੀ ਝਾਂਸੀ ਰਾਣੀ ਤਰ੍ਹਾਂ ਦੁਸ਼ਮਣਾਂ ਦਾ ਮੁਕਾਬਲਾ ਕਰਦੀਆਂ ਦੇਖੀਆਂ, ਕਿਉਂਕਿ ਉਹਨਾਂ ਦੀ ਹੌਸਲਾ, ਉਹਨਾਂ ਦੀ ਹਿੰਮਤ, ਉਹਨਾਂ ਦਾ ਸਾਹਸ ਬਹੁਤ ਬੜਾ ਹੁੰਦਾ ਹੈ। ਇਸ ਲਈ ਅੱਜ ਤੋਂ ਚਾਹੇ ਸਾਡਾ ਸਰੀਰ ਔਰਤ ਦਾ ਹੋਵੇ, ਮਰਦ ਦਾ ਹੋਵੇ, ਇਹਦੇ ਨਾਲ ਫਰਕ ਨਹੀਂ ਪੈਂਦਾ। ਫਰਕ ਜਦ ਵੀ ਪੈਂਦਾ ਤਾਂ ਸੋਚਣਾ ਪੈਂਦਾ, ਫਰਕ ਜਦ ਵੀ ਪੈਂਦਾ ਅੰਦਰਲੇ ਸਾਹਸ ਨਾਲ ਪੈਂਦਾ ਹੈ, ਫਰਕ ਜਦ ਵੀ ਪੈਂਦਾ ਅੰਦਰਲੇ ਵਿਸ਼ਵਾਸ ਨਾਲ ਪੈਂਦਾ ਹੈ। ਇਸ ਲਈ ਅੱਜ ਤੋਂ ਵਿਸ਼ਵਾਸ ਆਪਣੇ ਅੰਦਰ ਪੈਦਾ ਕਰੋ, ਕਿਉਂਕਿ ਪਲਟੂ ਸਾਹਿਬ ਜੁਦਾ ਨਹੀਂ ਹੈ, ਉਹ ਪ੍ਰਭ ਤੁਹਾਡੇ ਤੋਂ ਜੁਦਾ ਨਹੀਂ ਹੈ, ਤੁਹਾਡੇ ਅੰਦਰ ਵਸਦਾ ਹੈ। ਬਸ ਉਹ ਤਾਕਤ ਤੇ ਵਿਸ਼ਵਾਸ ਕਰਨਾ ਹੈ ਕਿ ਜੇ ਮੇਰਾ ਮਾਲਿਕ ਮੇਰੇ ਨਾਲ ਹੈ ਤਾਂ ਅਸੰਭਵ ਵੀ ਸੰਭਵ ਹੋ ਸਕਦਾ ਹੈ, ਅਸੰਭਵ ਵੀ ਸੰਭਵ, ਅਸੰਭਵ ਵੀ ਸੰਭਵ। ਇਹ ਉਹ ਪਰਮਾਤਮਾ ਦੇ ਯਕੀਨ ਹੈ, ਵਿਸ਼ਵਾਸ ਹੈ। ਇਸ ਲਈ ਅੱਜ ਤੋਂ ਵਿਸ਼ਵਾਸ ਕਰੋ ਆਪਣੇ ਮਾਲਿਕ ਤੇ। ਬੋਲੋ ਕਰੋਗੇ ਕਿ ਨਹੀਂ? ਭਰੋਸਾ ਕਰੋਗੇ ਕਿ ਨਹੀਂ? ਆਪਣੇ ਆਪ ਨੂੰ ਕਮਜ਼ੋਰ ਸਮਝੋਗੇ? ਬਹਾਦਰ ਸਮਝੋਗੇ? ਕਿਉਂਕਿ ਤੁਸੀਂ ਇੱਕ ਸ਼ਕਤੀਸ਼ਾਲੀ ਪਿਤਾ ਦੀ ਸੰਤਾਨ ਹੋ, ਤਾਂ ਤੁਸੀਂ ਆਪ ਵੀ ਇੱਕ ਸ਼ਕਤੀਸ਼ਾਲੀ ਆਤਮਾ ਹੋ। ਸਮਝ ਆ ਗਈ ਕਿ ਨਹੀਂ? ਇਸ ਲਈ ਅੱਜ ਤੋਂ ਆਪਣੇ ਡਰ ਛੱਡੋ, ਚਿੰਤਾਵਾਂ ਛੱਡੋ। ਜੇ ਸਰੀਰ ਦੀ ਕਿਤੇ ਵੀ ਪ੍ਰੋਬਲਮ ਹੈ ਮਾੜੀ ਮੋਟੀ, ਤਾਂ ਚਿੰਤਾ ਛੱਡੋ, ਓਏ ਮਾੜੀਆਂ ਮੋਟੀਆਂ ਹੈ, ਮੈਂ ਨਹੀਂ ਇਹਨਾਂ ਤੋਂ ਡਰਦੀ। ਇਹਦਾ ਦੱਸਿਆ ਕਿ ਜੌਨ ਐਰਿਕਸਨ ਟਾਡਾ, ਉਹ ਔਰਤ ਪੂਰੇ ਸਰੀਰ ਦੇ ਅਪਾਹਿਜ ਹੋਣ ਤੋਂ ਬਾਅਦ ਨਹੀਂ ਹਿੰਮਤ ਹਾਰੀ, ਡਰੀ, ਚਿੰਤਾ ਕੀਤੀ, ਬਲਕਿ ਸਾਹਸ ਨਾਲ ਲੱਗੀ ਰਹੀ। ਤਾਂ ਅੱਜ ਕਿੱਡੀ ਉੱਚੀ ਪੋਸਟ ਤੇ ਬੈਠੀ ਹੈ ਉਹ। ਤਾਂ ਤੁਸੀਂ ਕੀ ਨਹੀਂ ਕਰ ਸਕਦੇ, ਤੁਹਾਡਾ ਦਾ ਸਰੀਰ ਫਿਰ ਵੀ ਸਹੀ ਸਲਾਮਤ ਹੈ। ਇਸ ਲਈ ਇਹ ਨਾ ਦੇਖੋ ਮੇਰੇ ਕੋਲ ਕੀ ਹੈ ਨਹੀਂ, ਕਿਉਂਕਿ ਜਿੱਦਾਂ ਉਹਨਾਂ ਕਿਹਾ, ਠੀਕ ਹੈ ਮੇਰੇ ਪੈਰ ਨਹੀਂ ਚੱਲਦੇ, ਮੇਰੇ ਹੱਥ ਨਹੀਂ ਚੱਲਦੇ, ਮੇਰਾ ਸਰੀਰ ਨਹੀਂ ਚੱਲਦਾ,
पर मेरी नजर तो देख रही है ना, मेरा दिमाग तो चल रहा है ना, मेरे कान तो सुन रहे हैं, मेरी जुबान तो बोल रही है ना। जो चीज कम कर रही है मैं ਇਹਦਾ अच्छा उपयोग कर सकती हूँ। हाँ, जो मेरे को नहीं है ਉਹਦਾ ਤਾਂ ਕੁਝ ਕੀਤਾ ਹੀ ਨਹੀਂ ਜਾ ਸਕਦਾ, ਪਰ ਉਹਦੇ ਬਾਰੇ ਸੋਚੀ ਜਾਵਾਂਗੇ ਤਾਂ ਅਸੀਂ ਅੱਗੇ ਕਦੀ ਵਧ ਨਹੀਂ ਸਕਦੇ। ਤੁਹਾਡੇ ਕੋਲ ਜੋ ਇਸ ਵੇਲੇ ਹੈ ਉਹਦੇ ਵਾਸਤੇ ਰੱਬ ਦਾ ਸ਼ੁਕਰ ਕਰੋ, ਔਰ ਇਹ ਦੇਖੋ ਕਿ ਜੋ ਮੇਰੇ ਕੋਲ ਹੈ ਇਹਦਾ ਮੈਂ ਅੱਛਾ ਉਪਯੋਗ ਕਰਾਂ, ਇਹਦੇ ਨਾਲ ਮੈਂ ਕੁਝ ਐਸਾ ਕਰਕੇ ਦਿਖਾਵਾਂ ਕਿ ਦੁਨੀਆ ਦੇਖੇ। ਔਰ ਲਾਸਟ ਗੱਲ ਜਿਹੜੀ ਐਰਿਕਸਨ ਨੇ ਕਹੀ ਸੀ, ਐਰਿਕਸਨ ਨੇ ਕਿਹਾ ਜਦੋਂ ਉਹਨੂੰ ਇਹ ਅਵਾਰਡ ਮਿਲੇ ਨਾ, ਇੱਕ ਰਾਸ਼ਟਰਪਤੀ ਦੇ ਹੱਥੋਂ ਅਵਾਰਡ ਮਿਲਿਆ, ਤਾਂ ਉਸ ਵੇਲੇ ਉਹਨਾਂ ਉੱਥੇ ਲਾਈਨ ਕਹੀ ਕਿ ਅੱਜ ਮੈਨੂੰ ਪਤਾ ਲੱਗਾ ਕਿ ਉਹ ਹਾਦਸਾ ਮੇਰੇ ਨਾਲ ਕਿਉਂ ਹੋਇਆ ਸੀ। ਜਰਾ ਗੌਰ ਕਰਨਾ, ਅੱਜ ਮੈਨੂੰ ਪਤਾ ਲੱਗਾ ਉਹ ਹਾਦਸਾ ਕਿਉਂ ਹੋਇਆ ਸੀ। ਤਾਂ ਕਿਸੇ ਨੇ ਪੁੱਛਿਆ ਕੀ ਪਤਾ ਲੱਗਾ ਫਿਰ, ਤਾਂ ਐਰਿਕਸਨ ਨੇ ਕਿਹਾ ਅੱਜ ਮੈਨੂੰ ਪਤਾ ਲੱਗਾ ਉਹ ਹਾਦਸਾ ਕੁਦਰਤ ਨੇ, ਗॉड ਨੇ ਇਸ ਲਈ ਮੇਰੇ ਨਾਲ ਕੀਤਾ ਸੀ ਤਾਂ ਕਿ ਮੈਂ ਉਹਨਾਂ ਇਨਸਾਨ ਬਣ ਸਕਾਂ ਜਿਹੜੇ ਹੱਥ ਪੈਰ ਵਿਕਲਾਂਗ ਕਹਿੰਦੇ, ਜਿਹਦਾ ਸਰੀਰ ਪੂਰਾ ਨਹੀਂ ਹੈ, ਜਿਹੜੇ ਅਪਾਹਿਜ ਹੈ, ਉਹਨਾਂ ਵਾਸਤੇ ਇੱਕ ਮਿਸਾਲ ਬਣ ਸਕਾਂ। ਕਿਉਂਕਿ ਕਿਸੇ ਦਾ ਇੱਕ ਹੱਥ ਹੈ ਨਹੀਂ, ਕਿਸੇ ਦਾ ਇੱਕ ਪੈਰ ਹੈ ਨਹੀਂ, ਕੋਈ ਗੂੰਗਾ ਹੈ, ਕੋਈ ਬੋਲਾ ਹੈ, ਕਿਸੇ ਅੰਦਰ ਕੋਈ ਕਮੀ, ਕਿਸੇ ਅੰਦਰ ਕੋਈ ਕਮੀ। ਉਹ ਕਹਿੰਦੀ ਅੱਜ ਮੈਂ ਇਹ ਕਹਿ ਸਕਦੀ ਹਾਂ ਕਿ ਕੁਦਰਤ ਨੇ ਮੈਨੂੰ ਇੱਕ ਮਿਸਾਲ ਬਣਾ ਕੇ ਖੜਾ ਕੀਤਾ ਹੈ ਕਿ ਦੇਖੋ ਜੇ ਉਹ ਕਰ ਸਕਦੀ ਤਾਂ ਤੁਸੀਂ ਕਿਉਂ। ਹਮੇ ਲੋਕ ਨਹੀਂ ਭਾਈ, ਤੁਹਾਡੇ ਇੱਕ ਪੈਰ ਨਹੀਂ ਚੱਲਦਾ ਨਾ ਤਾਂ ਇਹ ਸੋਚੋ ਪੈਰ ਨਹੀਂ ਚੱਲਦਾ, ਪਰ ਹੈ ਤਾਂ ਸਹੀ ਨਾ। ਬੰਦਾ ਕਹਿੰਦਾ ਮੇਰੇ ਪੈਰਾਂ 'ਚ ਬੜੀ ਦਰਦ ਹੈ, ਮੇਰੇ ਤੋਂ ਨੱਚ ਨਹੀਂ ਹੁੰਦਾ, ਮੇਰੇ ਤੋਂ ਤੁਰ ਨਹੀਂ ਹੁੰਦਾ, ਸਾਸਿਆਂ ਵੱਲ ਕਿੱਦਾਂ ਜਾਵਾਂ, ਮੇਰੇ ਪੈਰ 'ਚ ਬੜੀ ਦਰਦ ਹੈ। ਕਮਾਲ ਦੀ ਗੱਲ ਹੈ, ਜਿਹਨਾਂ ਅੰਦਰ ਵਿਸ਼ਵਾਸ ਹੋਵੇ ਨਾ, ਹੌਸਲਾ ਹੋਵੇ, ਉਹ ਦਰਦਾਂ ਦੀ ਪਰਵਾਹ ਨਹੀਂ ਕਰਦੇ। ਪਤਾ ਜੇ ਉੱਥੇ ਜਾਣ 'ਚ ਮੇਰਾ ਭਲਾ ਹੈ ਤਾਂ ਮੈਂ ਦਰਦ ਦੁਰਦ ਦੀ ਪਰਵਾਹ ਨਹੀਂ ਕਰਨੀ, ਮੈਂ ਕਰਨਾ ਹੈ ਕਿਉਂਕਿ ਜਾਣ 'ਚ ਮੇਰਾ ਭਲਾ ਹੈ। ਯਾਰ ਅੱਛਾਈ ਕਰਨ ਵਿੱਚ ਆਪਣੀ ਹਿੰਮਤ ਨੂੰ, ਹੌਸਲੇ ਨੂੰ ਇੰਨਾ ਵਧਾ ਲਓ ਕਿ ਤੁਹਾਡੀਆਂ ਦਰਦਾਂ, ਤੁਹਾਡੀਆਂ ਤਕਲੀਫਾਂ ਬੜੀਆਂ ਛੋਟੀਆਂ ਲੱਗਣ। ਉਹ ਸਮਝਦੇ ਹੋ? ਇਸ ਲਈ ਆਪਣੀ ਹਿੰਮਤ, ਆਪਣਾ ਹੌਸਲਾ ਵਧਾਓ, ਆਪਣੇ ਮਾਲਿਕ ਦੇ ਪ੍ਰਤੀ ਵਿਸ਼ਵਾਸ ਵਧਾਓ, ਫਿਰ ਤੁਹਾਨੂੰ ਕਾਮਯਾਬ ਹੋਣ ਤੋਂ ਕੋਈ ਰੋਕ ਨਹੀਂ ਸਕਦਾ। ਕਾਮਯਾਬ ਹੋਣਾ ਚਾਹੁੰਦੇ ਹੋ ਨਾ, ਤਾਂ ਫਿਰ ਜਵਾਬ ਦੇ ਦਿਓ ਕਿ ਐਰਿਕਸਨ ਨੂੰ ਕਾਮਯਾਬ ਕਿਹਨਾਂ ਕੀਤਾ? ਉਹਦੇ ਸਰੀਰ ਨੇ ਜਾਂ ਉਹਦੀ ਸੋਚ ਨੇ? ਕਿਉਂਕਿ ਸੋਚ ਵਿੱਚ ਹੀ ਵਿਸ਼ਵਾਸ ਹੁੰਦਾ ਹੈ, ਸੋਚ ਵਿੱਚ ਹੀ ਸਾਹਸ ਹੁੰਦਾ ਹੈ। ਜਦ ਵੀ ਪਰਮਾਤਮਾ ਨਾਲ ਸਾਡਾ ਕਨੈਕਸ਼ਨ ਜੁੜਦਾ ਤਾਂ ਸੋਚ ਨਾਲ ਹੀ ਜੁੜਦਾ ਹੈ ਕਿ ਮੇਰਾ ਰੱਬ ਹੈ ਮੇਰੇ ਨਾਲ। ਉਹ ਸਮਝਦੇ ਹੋ? ਇਸ ਲਈ ਜੇ ਤੁਸੀਂ ਵੀ ਜੀਵਨ 'ਚ ਕਾਮਯਾਬ ਹੋਣਾ, ਆਪਣੀ ਸੋਚ ਨੂੰ ਪੋਜ਼ਿਟਿਵ ਰੱਖੋ, ਵਿਸ਼ਵਾਸ ਰੱਖੋ ਆਪਣੇ ਮਾਲਿਕ ਤੇ। ਔਰ ਜਿੱਦਾਂ ਦੱਸਿਆ ਹਰ ਮੁਸ਼ਕਿਲ ਦਾ ਹੱਲ ਹੁੰਦਾ, ਬਸ ਉਹ ਹੱਲ ਕਰਨ ਵਾਲੇ ਮੁਰਸ਼ਿਦ ਕੋਲ ਪਹੁੰਚਣਾ ਪੈਂਦਾ, ਫਕੀਰਾਂ ਦੇ ਕੋਲ ਪਹੁੰਚਣਾ ਪੈਂਦਾ ਹੈ। ਤਾਂ ਹਰ ਮੁਸ਼ਕਿਲ ਦੀ ਕੁੰਜੀ ਯਾਰੋ ਹੱਥ ਮੁਰਸ਼ਿਦ ਦੇ ਆਈ, ਮੁਰਸ਼ਿਦ ਨਜ਼ਰ ਕਰੇ ਜਿਸ ਵੇਲੇ ਤਾਂ ਮੁਸ਼ਕਿਲ ਰਹੇ ਨਾ। ਸਾਰੀਆਂ ਮੁਸ਼ਕਿਲਾਂ ਦਾ ਹੱਲ ਹੋ ਜਾਂਦਾ, ਪਰ ਜੀਵਨ 'ਚ ਉਹ ਕਾਮਿਲ ਮੁਰਸ਼ਿਦ ਕੋਲ ਪਹੁੰਚੋ ਤਾਂ ਸਹੀ, ਜਿਹੜਾ ਸਾਡੇ ਅੰਦਰਲੀ ਤਾਕਤ ਨੂੰ ਜਗਾ ਸਕੇ, ਸਾਡੇ ਅੰਦਰ ਰੱਬ ਨਾਲ ਸਾਨੂੰ ਮਿਲਾ ਸਕੇ। ਕਿਉਂਕਿ ਜਾਗ ਬਿਨਾ ਦੁੱਧ ਨਹੀਂ ਜੰਮਦਾ। ਜੇ ਜਮਾਣਾ ਹੈ ਅੰਦਰੋਂ ਮੱਖਣ ਰੂਪੀ ਪਰਮਾਤਮਾ ਨੂੰ ਪਾਣਾ ਤਾਂ ਜਾਗ ਲਵਾਓ। ਕਾਮਿਲ ਮੁਰਸ਼ਿਦ ਤੋਂ ਜਦੋਂ ਜਾਗ ਲੱਗਦਾ ਤਾਂ ਫਿਰ ਅੰਦਰਲੀਆਂ ਖੁਸ਼ੀਆਂ ਬੜੀ ਆਸਾਨੀ ਨਾਲ ਮਿਲ ਜਾਂਦੀਆਂ, ਫਿਰ ਇਨਸਾਨ ਦਾ ਜੀਵਨ ਸਫਲ ਹੋ ਜਾਂਦਾ ਹੈ। ਇਸ ਲਈ ਅੱਜ ਤੋਂ ਹਾਰ ਨਹੀਂ ਮੰਨਣੀ, ਅੱਜ ਤੋਂ ਨਿਰਾਸ਼ ਨਹੀਂ ਹੋਣਾ, ਆਪਣੇ ਅੰਦਰ ਵਿਸ਼ਵਾਸ ਰੱਖਣਾ ਹੈ, ਸਾਹਸ ਰੱਖਣਾ ਹੈ। ਤਾਂ ਆਉਣ ਵਾਲਾ ਸਮਾਂ ਤੁਹਾਡੇ ਸਭ ਦੇ ਵਾਸਤੇ ਕਾਮਯਾਬੀ, ਸਫਲਤਾ, ਖੁਸ਼ੀਆਂ ਭਰਿਆ ਹੋਏਗਾ। ਕਿਉਂਕਿ ਜਿਨ੍ਹਾਂ ਅੰਦਰ ਵਿਸ਼ਵਾਸ ਹੈ, ਜਿਨ੍ਹਾਂ ਅੰਦਰ ਯਕੀਨ ਹੈ, ਫਿਰ ਮਾਲਿਕ ਹਮੇਸ਼ਾ ਹਰ ਕਦਮ ਤੇ ਉਹਨਾਂ ਦੇ ਨਾਲ ਹੈ, ਉਹਨਾਂ ਦੀ ਸੰਭਾਲ ਵੀ ਕਰਦਾ ਹੈ। ਸੋ ਤੁਹਾਡੀ ਸੰਭਾਲ ਵੀ ਮਾਲਿਕ ਕਰੇਗਾ। ਅੱਜ ਤੋਂ ਬਸ ਵਿਸ਼ਵਾਸ ਦਾ, ਪ੍ਰੇਮ ਦਾ ਦੀਵਾ ਆਪਣੇ ਅੰਦਰ ਜਗਾ ਲਓ, ਔਰ ਡਰਨ ਦੀ, ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ। ਕਿਉਂਕਿ ਇੱਕ ਵਾਰ ਫਿਰ ਕਹਾਂਗੇ ਕਿ ਸਾਹਸ ਹੀ ਜੀਵਨ ਹੈ ਔਰ ਡਰ ਹੀ ਮ੍ਰਿਤਿੂ ਹੈ। ਇਸ ਲਈ ਡਰਨਾ ਨਹੀਂ ਹੈ, ਬਲਕਿ ਆਪਣੇ ਮਾਲਿਕ ਦੇ ਵਿਸ਼ਵਾਸ ਨਾਲ ਜ਼ਿੰਦਗੀ ਦਾ ਆਨੰਦ ਲੈਣਾ ਹੈ। ਬੋਲੋ ਸਮਝੋ, ਜ਼ਿੰਦਗੀ ਦਾ ਕੀ ਲੈਣਾ ਹੈ? ਜ਼ਿੰਦਗੀ ਦਾ ਆਨੰਦ ਲੈਣਾ ਹੈ, ਕਿਉਂਕਿ ਮੇਰਾ ਮਾਲਿਕ ਮੇਰੇ ਪਾਸੇ। ਸੋਹਣਾ ਸੋਹਣਾ ਮੇਰਾ ਮੁਰਸ਼ਿਦ ਸੋਹਣਾ, ਸੋਹਣਾ ਸੋਹਣਾ ਮੇਰਾ ਮੁਰਸ਼ਿਦ ਸੋਹਣਾ।